ਬੇਅਦਬੀਆਂ ਇਹਨਾਂ ਨੇ ਕਰਵਾਈਆਂ। ਸੁਣੋ ਠੀਕ ਹੈ, ਤੁਸੀਂ ਮੋਦੀ ਦੀ ਗੋਦੀ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਵੀ ਇਹ ਦਾਰੂ ਪੀ ਕੇ ਹੱਲ ਕਰਦੇ ਫਿਰ ਚੜਦੇ ਫਿਰਦੇ ਨੇ। ਜਿੰਨਾ ਕੁਛ ਮੋਦੀ ਸਾਹਿਬ ਨੇ ਸਿੱਖਾਂ ਵਾਸਤੇ ਕਰਿਆ ਅੱਜ ਦੀ 75 ਸਾਲ ਹੋ ਗਏ ਤਕਰੀਬਨ ਸਾਡੇ ਆਜ਼ਾਦੀ ਨੂੰ, ਕਿਸੇ ਪ੍ਰਧਾਨ ਮੰਤਰੀ ਨੇ ਕੀਤਾ। ਇੰਨਾ ਵੱਡਾ ਕਤਲੇਆਮ ਕਿਸੇ ਨੇ ਨਹੀਂ ਕੀਤਾ। ਜੇਕਰ ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਸੀਗਾ, ਜਿਨ੍ਹਾਂ ਦੇ ਧੀਆਂ ਪੁੱਤ ਘਰੋਂ ਗਏ ਵਾਪਸ ਨਹੀਂ ਮੁੜੇ, ਉਹਨਾਂ ਦਾ ਗੁਨਾਹਗਾਰ ਕੌਣ ਹੈ? ਅਕਾਲੀ ਦਲ ਨੇ ਇਹ ਬਿੱਲਾਂ ਦੇ ਵਿੱਚ ਯੋਗਦਾਨ ਪਾਇਆ, ਪਾਸ ਕਰਵਾਏ। ਅਕਾਲੀ ਦਲ ਉਦੋਂ ਹੀ ਮੁੱਦਾ ਉਠਾਉਂਦਾ ਇਹ ਬਿੱਲ ਬਣਦੇ। ਚਲੋ ਮੈਂ ਹੁਣ ਐਜੂਕੇਸ਼ਨ ਦੀ ਗੱਲ ਕਰੋ, ਲੋਕਾਂ ਦੇ ਭਵਿੱਖ ਸਵਾਰਨ ਦੀ ਗੱਲ ਕਰੋ, ਹੈਲਥ ਦੀ ਗੱਲ ਕਰੋ, ਟਿਕਟਾਂ ਪੈਸੇ ਲੈ ਕੇ ਦੇਣ ਦੀ ਗੱਲ ਕਰੋ ਜਿਹੜੀ ਆਪ ਤੋਂ ਸਿੱਖੀ ਜਾ ਸਕਦੀ ਹੈ। ਔਰ ਜਿਸ ਤਰ੍ਹਾਂ ਚਰਚਾਵਾਂ ਦੇ ਵਿੱਚ ਹੈ ਤਾਂ ਬੱਚੇ ਨੂੰ ਪਤਾ ਵੀ ਇਹ ਕੀ ਕਰ ਰਹੇ ਨੇ। ਅਕਾਲੀ ਦਲ ਕਹਿ ਰਹੇ ਸਾਡੀ ਸਰਕਾਰ ਕਿਸਵੇਂ ਹਸਪੀਟਲ ਬਣੇ, ਕਾਂਗਰਸ ਕਹਿ ਰਹੇ ਸਾਡੀ ਜ਼ਿੰਮੇਵਾਰੀ ਬਣਦੀ, ਆਮ ਆਦਮੀ ਪਾਰਟੀ ਕਹਿ ਸਾਡੀ ਜ਼ਿੰਮੇਵਾਰੀ ਸੰਯੁਕਤ ਹੈ ਸਾਡੀ ਕਿਹਦੀ ਬਣਦੀ ਹੈ। ਸਾਹਿਬ ਦਾ ਕਹਿੰਦੇ ਨੇ 96% ਵਾਅਦੇ ਨੇ ਜਿਹੜੇ ਪੂਰੇ ਮੈਂ ਕੀਤੇ ਨੇ, ਮੇਰਾ ਰਿਪੋਰਟ ਕਾਰਡ ਹੈ ਉਹ, ਨਾ ਕਿ ਕਾਂਗਰਸ ਦਾ। ਇਹ ਕਿਵੇਂ ਦੇਖਦੇ? ਜੇਕਰ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਇਹ ਡਿਬੇਟ ਕਿਸੇ ਹੋਰ ਢੰਗ ਨਾਲ ਕਰਦੇ। 40 ਵਿਧਾਇਕ ਵੀ ਹੁੰਦੇ ਨੇ ਪਿੱਛੇ, ਇਕੱਲਾ ਮੁੱਖ ਮੰਤਰੀ ਨਹੀਂ ਹੁੰਦਾ ਕੰਮ ਕਰਾਉਣ ਲਈ, ਕਿਉਂਕਿ 40 ਵਿਧਾਇਕ ਵੀ ਕੁਝ ਕਹਿ ਸਕਦੇ ਸੀ ਵੀ ਤੁਸੀਂ ਕਰ ਨਹੀਂ ਰਹੇ। ਉਦੋਂ ਕਿਉਂ ਚੁੱਪ ਸੀ ਤੁਹਾਡੀ ਪਾਰਟੀ ਦੇ ਵਿਧਾਇਕ? ਪੂਰਾ ਪ੍ਰੈਸ਼ਰਾਈਜ਼ ਕੀਤਾ ਹੈ, ਪਰ ਉਹਨਾਂ ਦੀ ਵੱਸ ਨਹੀਂ ਚੱਲੀ, ਉਹਨਾਂ ਦੀ ਪੇਸ਼ ਨਹੀਂ ਚੱਲੀ, ਕਿਉਂਕਿ ਹਰ ਵਾਰੀ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬਣਨਾ ਪੈਂਦਾ। ਸੋ ਇਹ ਕੰਮ ਸਿੱਧੂ ਸਾਹਿਬ ਦੇ ਲੇਖੇ ਮਹਾਰਾਜ ਨੇ ਲਾਉਣਾ ਸੀਗਾ। ਹਾਂ, ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ, ਕਿਉਂਕਿ ਕਾਂਗਰਸ ਪਾਰਟੀ ਦਾ ਭੋਗ ਪਾਉਣ ਲਈ ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ। 5 ਧੜੇ ਕਾਂਗਰਸ ਦੇ ਵਿੱਚ ਬਣ ਗਏ ਨੇ, ਕਾਂਗਰਸ ਦਾ ਤਾਂ ਲਗਭਗ ਭੋਗ ਪੈ ਹੀ ਗਿਆ। ਹਾਂ, ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ, ਕਿਉਂਕਿ ਕਾਂਗਰਸ ਪਾਰਟੀ ਦਾ ਭੋਗ ਪਾਉਣ ਲਈ ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ। 5 ਧੜੇ ਕਾਂਗਰਸ ਦੇ ਵਿੱਚ ਬਣ ਗਏ ਨੇ, ਕਾਂਗਰਸ ਦਾ ਤਾਂ ਲਗਭਗ ਭੋਗ ਪੈ ਹੀ ਗਿਆ। ਐਕਚੁਅਲੀ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਪਿਛਲੇ 15 ਸਾਲਾਂ ਤੋਂ ਸੱਤਾ ਹੀ ਬਦਲਦੀ ਹੈ, ਕਦੇ ਅਕਾਲੀ ਆ ਜਾਂਦੇ, ਕਦੇ ਕਾਂਗਰਸੀ ਆ ਜਾਂਦੇ, ਵਿਵਸਥਾ ਕਦੇ ਨਹੀਂ ਬਦਲੀ। ਅਸੀਂ ਸਾਡੀ ਸਰਕਾਰ ਨੇ KGS ਚੀਮਾ ਸਾਹਿਬ ਨੇ ਬਿਲਡਿੰਗ ਤਿਆਰ ਕਰਕੇ ਸਾਰੀ ਮੰਨ ਲਓ ਮੁਲਕ ਦੇ ਵਿੱਚ ਦਿੱਤੀ ਹੈ, ਤੇ ਬਾਦਲ ਸਾਹਿਬ ਆਏ ਸੀ, ਨੀਂਹ ਪੱਥਰ ਰੱਖਿਆ ਉਦੋਂ। KGS ਚੀਮਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਬੱਸ ਸਟੈਂਡ ਬਣਿਆ, ਜਿੰਨੇ ਡਿਵੈਲਪਮੈਂਟ ਹੋਇਆ, ਸਟੇਡੀਅਮ ਬਣਿਆ, ਤਾਂ ਕਿਨੇ ਸਾਡੀ ਸਰਕਾਰ ਨੇ ਕੀਤਾ। ਜੇ ਕ੍ਰੈਡਿਟ ਲੈਣਾ ਚਾਹੁੰਦਾ ਹੈ ਅਕਾਲੀ ਦਲ ਤਾਂ ਲੈ ਲੇ, ਕੋਈ ਗੱਲ ਨਹੀਂ, ਉਹਦੇ 'ਚ ਕੋਈ ਉਹ ਨਹੀਂ, ਸਾਨੂੰ ਪ੍ਰੋਬਲਮ ਨਹੀਂ ਹੈਗੀ। ਜਿੱਥੇ ਤਾਂ ਉਹਨਾਂ ਨੂੰ ਆਪਣਾ ਉੱਲੂ ਸਿੱਧਾ ਕੀਤਾ ਉਹਨਾਂ ਨੇ ਕਰ ਲਿਆ, ਜਿਹੜਾ ਉਹਨਾਂ ਤੋਂ ਬਚ ਗਿਆ ਉਹ ਢੀਂਡਸਾ ਸਾਹਿਬ ਵਾਪਸ ਲੈ ਗਏ। ਸੋ ਸਾਨੂੰ ਤਾਂ ਖਾਲੀ ਖਜ਼ਾਨਾ ਮਿਲਿਆ। ਇਹਨਾਂ ਨੇ 10 ਸਾਲ ਮਤਲਬ ਖਜ਼ਾਨੇ 'ਚ ਕੁਝ ਛੱਡਿਆ ਹੀ ਨਹੀਂਗਾ। ਕਿ ਹੁਣ ਵੀ ਢੀਂਡਸਾ ਸਾਹਿਬ ਵੱਲੋਂ ਰਾਜ ਸਭਾ ਦੇ ਖਾਤੇ 'ਚ ਉਹ ਪਾਇਆ ਜਾ ਰਿਹਾ ਪੈਸਾ, 10-10 ਲੱਖ ਰੁਪਇਆ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ, ਕੰਮ ਲਈ ਦਿੱਤੀਆਂ ਜਾ ਰਹੀਆਂ ਨੇ, ਪਿੰਡ ਦਾ ਕੰਮ ਹੋਵੇ। ਤੁਸੀਂ ਕਹਿ ਰਹੇ ਇਹਨਾਂ ਨਾਲ ਪੈਸਾ ਹੁਣ ਵੀ ਤੁਸੀਂ ਦੇ ਰਹੇ ਹੋ, ਪਿੱਛੇ ਵੀ ਦਿੱਤਾ, ਫਿਰ ਪਿੰਡਾਂ ਦੇ ਵਿੱਚ ਪੈਸਾ ਲੱਗਿਆ ਕਿਉਂ ਨਹੀਂ? ਕਾਰਨ ਕਿੱਥੇ ਰਹਿ ਗਿਆ ਵੀ ਇਹ ਪੈਸਾ ਕਿੱਥੇ ਮਿਸਯੂਜ਼ ਹੋ ਗਿਆ? ਬਹੁਤ ਸਾਰੇ ਸਰਪੰਚ ਇਮਾਨਦਾਰ ਸਰਪੰਚ ਸੀ, ਉਹਨਾਂ ਨੇ ਕੀਤਾ ਕੰਮ। ਕੁਛ 1-2 ਸਰਪੰਚ ਨੇ ਨਹੀਂ ਕੀਤਾ ਤਾਂ ਉਹਦਾ ਜ਼ਿੰਮਾ ਢੀਂਡਸਾ ਸਾਹਿਬ ਦੇ ਸਿਰ ਤੇ ਨਹੀਂ ਬੰਨਿਆ ਜਾ ਸਕਦਾ। D5 ਚੈਨਲ ਪੰਜਾਬੀ ਦੇਖ ਰਹੇ ਹੋ ਸਾਰੇ ਦਰਸ਼ਕਾਂ ਦਾ ਮੈਂ ਗਗਨਦੀਪ ਸਿੰਘ ਬਹੁਤ-ਬਹੁਤ ਸਵਾਗਤ ਕਰਦਾ। ਜਿੱਥੇ 22 ਦੀਆਂ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਬਿਗਲ ਵੱਜ ਚੁੱਕੇ, ਉੱਥੇ ਹੀ ਸਾਰੀਆਂ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਚੋਣ ਪ੍ਰਚਾਰ ਨੂੰ ਲੈ ਕੇ। ਕਿਉਂਕਿ 10 ਸਾਲ ਦੇ ਕਹਿ ਦਈਏ ਗੱਲ ਕਰ ਲਈਏ ਅਕਾਲੀ ਦਲ ਦੀ ਸਰਕਾਰ ਰਹੀ ਹੈ, 5 ਸਾਲ ਕਾਂਗਰਸੀ ਸਰਕਾਰ ਰਹੀ ਹੈ। ਕੀ ਲੋਕ ਕਹਿ ਦਈਏ ਸੰਤੁਸ਼ਟ ਹੋਏ ਨੇ ਵੀ ਕੰਮ ਹੋਏ ਨੇ ਲੋਕਾਂ ਦੇ? ਕਿਉਂਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਈਆਂ ਨੇ ਜਾਂ ਸਮੱਸਿਆਵਾਂ ਉੱਥੇ ਨੇ? ਗੱਲਬਾਤ ਕਰਨ ਲਈ ਸਾਡੇ ਨਾਲ ਸਾਰੀ ਪਾਰਟੀਆਂ ਦੇ ਆਗੂ ਸਾਹਿਬਾਨ ਮੌਜੂਦ ਨੇ। ਸਾਡੇ ਨਾਲ ਕਾਂਗਰਸ ਪਾਰਟੀ ਤੋਂ ਮੌਜੂਦ ਨੇ ਲਵਜੀਤ ਸਰਪੰਚ, ਨਿਰਮਲ ਸਿੰਘ ਚੇਅਰਮੈਨ, ਤੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਮੌਜੂਦ ਨੇ ਮਨੀਸ਼ ਜੈਨ, ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੋਂ ਮੌਜੂਦ ਨੇ ਸਾਡੇ ਨਾਲ ਗਗਨਦੀਪ ਸਿੰਘ। ਸਭ ਤੋਂ ਪਹਿਲਾਂ ਕਾਂਗਰਸ ਨਾਲ ਰੁਕ ਕਰਦੇ ਹਾਂ, ਕਾਂਗਰਸ ਨਾਲ ਗੱਲਬਾਤ ਕਰਦੇ ਹਾਂ। ਲਵਜੀਤ ਜੀ, ਕਿਵੇਂ ਦੇਖਦੇ ਹੋ, ਕਿੰਨੇ ਕੁ ਸੰਤੁਸ਼ਟ ਰਹੇ ਨੇ ਲੋਕ ਤੁਹਾਡੇ 5 ਸਾਲ ਦੇ ਕਾਰਜਕਾਲ ਤੋਂ? ਕਿੰਨੇ ਕੁ ਲੋਕਾਂ ਦੇ ਕੰਮ ਹੋਏ ਨੇ, ਜਾਂ ਜਿਹੜੇ 110 ਦਿਨਾਂ ਦੇ ਬਾਅਦ CM ਲੱਗੇ ਨੇ, ਜਾਂ ਉਹਨਾਂ ਨੇ ਕੰਮ ਕੀਤੇ ਨੇ, ਜਾਂ ਕੈਪਟਨ ਸਾਹਿਬ ਨੇ ਕੰਮ ਕੀਤੇ ਨੇ? ਨਹੀਂ ਜੀ, ਕੈਪਟਨ ਸਾਹਿਬ ਨੇ ਵਾਕਈ ਕੋਈ ਕੰਮ ਨਹੀਂ ਕੀਤਾ। ਜਿਹੜਾ ਵੀ ਪਿੱਛੋਂ ਕੰਮ ਹੋਇਆ ਉਹ 110 ਦਿਨਾਂ ਦੇ ਵਿੱਚ ਹੋਇਆ, ਕਿਉਂਕਿ ਕੈਪਟਨ ਸਾਹਿਬ ਤਾਂ ਪਹਿਲੇ ਦਿਨ ਤੋਂ ਹੀ BJP ਦੇ ਨਾਲ ਰਲੇ ਹੋਏ ਸੀਗੇ। ਅਕਾਲੀ ਦਲ ਦੇ ਨਾਲ, ਸੰਯੁਕਤ ਅਕਾਲੀ ਦਲ ਦੇ ਨਾਲ ਉਹਨਾਂ ਦਾ ਗੱਠਜੋੜ ਸੀਗਾ। ਇਹ ਗੱਲ ਉਹਨਾਂ ਨੇ ਲੋਕ ਨਹੀਂ ਸਮਝ ਸਕੇ। ਲੋਕ ਉਹਨਾਂ ਦੀਆਂ ਮਹਿਲਾਂ ਦੇ ਵਿੱਚੋਂ ਜਾ ਕੇ ਦੂਰ ਬਹਿ ਗਏ, ਨਾ ਉਹ ਕਿਸੇ ਦੀ ਪਹੁੰਚ ਦੇ ਵਿੱਚ ਸੀਗੇ। ਕਿਉਂਕਿ ਤੁਸੀਂ ਕਹਿੰਦੇ ਹੋ ਕਿ 10 ਸਾਲ ਸਰਕਾਰ ਰਹੀ, ਅਸੀਂ ਕਹਿੰਦੇ ਕਿ ਇਹਨਾਂ ਦੀ ਭਾਜਪਾ ਵਾਲਿਆਂ ਦੀ 14.5 ਸਾਲ ਸਰਕਾਰ ਰਹੀ ਹੈ। ਪਿੱਛੇ ਆ ਕੇ ਜਦੋਂ ਸਿੱਧੂ ਸਾਹਿਬ ਹੋਰਾਂ ਦੀ ਟੀਮ ਨੇ ਔਰ ਬਾਕੀ ਦੇ ਵਰਕਰ ਸਾਹਿਬਾਨਾਂ ਨੇ ਪਛਾਣਿਆ ਕਿ ਇਹ ਤਾਂ ਬੁੱਕਲ ਦਾ ਸੱਪ ਪਾਰਟੀ ਨੂੰ ਖਤਮ ਕਰਨ ਤੇ ਲੱਗਾ ਹੋਇਆ, ਤਾਂ ਉਹਨਾਂ ਨੇ ਕੱਢ ਕੇ ਜਦੋਂ ਬਾਹਰ ਰੱਖਿਆ। ਔਰ ਤੁਸੀਂ ਦੇਖੋ, ਜਿਹੜਾ ਬੰਦਾ ਸੱਚਾ ਹੋਵੇ ਉਹ ਦੱਸਦਾ ਕਿ ਮੈਨੂੰ ਯਾਰ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ। ਔਰ ਕੈਪਟਨ ਸਾਹਿਬ ਚੁੱਪ ਕਰਕੇ ਨਾਲ ਦੀ ਨਾਲ
ਚਲੇ ਗਏ ਉੱਥੇ ਜਿੱਥੇ ਉਹਨਾਂ ਦਾ ਅਸਲ ਥਾਂ ਸੀਗੀ, ਜਿੱਥੇ ਉਹਨਾਂ ਦਾ ਟਿਕਾਣਾ ਉਹਨਾਂ ਨੇ ਬਣਾਇਆ ਹੋਇਆ ਸੀ ਆਪਣੇ ਰਹਿਣ ਵਾਸਤੇ, ਉੱਥੇ ਚਲੇ ਗਏ ਉਹ, ਔਰ ਵਾਰੀ-ਵਾਰੀ ਸਾਰੇ ਜਾਣੇ ਉੱਥੇ ਜਾ ਰਹੇ ਆ। ਸੋ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਪਿਛਲੇ 4.5 ਸਾਲ 'ਚ ਕਾਂਗਰਸ ਦੀ ਸਰਕਾਰ ਸੀਗੀ। ਕੈਪਟਨ ਸਾਹਿਬ ਦਾ ਕਹਿੰਦੇ ਨੇ 96% ਵਾਅਦੇ ਨੇ ਜਿਹੜੇ ਮੈਂ ਪੂਰੇ ਮੈਂ ਕੀਤੇ ਨੇ, ਮੇਰਾ ਰਿਪੋਰਟ ਕਾਰਡ ਹੈ ਉਹ, ਨਾ ਕਿ ਕਾਂਗਰਸ ਦਾ। ਇਹ ਕਿਵੇਂ ਦੇਖਦੇ ਹੋ? ਜੇ ਕੈਪਟਨ ਸਾਹਿਬ ਨੇ 96% ਵਾਅਦੇ ਪੂਰੇ ਕੀਤੇ ਨੇ ਤਾਂ ਪਾਰਟੀ ਤੇ ਉਹਨਾਂ ਨੇ ਵੱਖਰੀ ਬਣਾ ਲਈ। ਸੋ ਇਹ ਸੰਦੂਕੜੀਆਂ ਦੱਸ ਦੇਣਗੀਆਂ ਕਿ ਉਹਨਾਂ ਨੇ ਕਿੰਨੇ ਕੁ ਵਾਅਦੇ ਪੂਰੇ ਕੀਤੇ ਆ। ਜੇਕਰ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਇਹ ਡਿਬੇਟ ਕਿਸੇ ਹੋਰ ਢੰਗ ਨਾਲ ਕਰਦੇ। ਗੱਲ ਕਰ ਲਈਏ 40 ਵਿਧਾਇਕ ਵੀ ਹੁੰਦੇ ਨੇ ਪਿੱਛੇ, ਇਕੱਲਾ ਮੁੱਖ ਮੰਤਰੀ ਨਹੀਂ ਹੁੰਦਾ ਕੰਮ ਕਰਾਉਣ ਲਈ, ਕਿਉਂਕਿ 40 ਵਿਧਾਇਕ ਵੀ ਕੁਝ ਕਹਿ ਸਕਦੇ ਸੀ ਵੀ ਤੁਸੀਂ ਕਰ ਨਹੀਂ ਰਹੇ, ਉਦੋਂ ਕਿਉਂ ਚੁੱਪ ਸੀ ਤੁਹਾਡੀ ਪਾਰਟੀ ਦੇ ਵਿਧਾਇਕ? ਬਿਲਕੁਲ ਉਹਨਾਂ ਨੇ ਸਮੇਂ-ਸਮੇਂ ਤੇ ਪੂਰਾ ਪ੍ਰੈਸ਼ਰਾਈਜ਼ ਕੀਤਾ, ਪਰ ਉਹਨਾਂ ਦੀ ਵੱਸ ਨਹੀਂ ਚੱਲੀ, ਉਹਨਾਂ ਦੀ ਪੇਸ਼ ਨਹੀਂ ਚੱਲੀ, ਕਿਉਂਕਿ ਹਰ ਵਾਰੀ ਕਿਸੇ ਨਾ ਕਿਸੇ ਨੂੰ ਬਲੀ ਦਾ ਬੱਕਰਾ ਬੰਨਣਾ ਪੈਂਦਾ। ਸੋ ਇਹ ਕੰਮ ਸਿੱਧੂ ਸਾਹਿਬ ਦੇ ਲੇਖੇ ਮਹਾਰਾਜ ਨੇ ਲਾਉਣਾ ਸੀਗਾ। ਪਹਿਲਾਂ ਵੀ ਉਹਨਾਂ ਨੇ ਬਹੁਤ ਸੋਹਣੇ ਕੰਮ 2-4 ਕੀਤੇ ਆ, ਜਿਨ੍ਹਾਂ ਕਰਕੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ, ਔਰ ਇਸ ਦੇ ਲਈ ਵੀ ਉਹਨਾਂ ਨੂੰ ਯਾਦ ਕੀਤਾ ਜਾਊਗਾ, ਕਿਉਂਕਿ ਕਿਸੇ ਨੂੰ ਪਛਾਣ ਲੈਣਾ ਹੀ ਬਹੁਤ ਵੱਡੀ ਸਾਰੀ ਗੱਲ ਹੁੰਦੀ ਹੈ ਵੀ ਅਸਲ ਨਕਲੀ ਤੇ ਅਸਲੀ ਦੇ ਵਿੱਚ ਫਰਕ ਪਹਿਚਾਨਣਾ ਬਹੁਤ ਔਖਾ ਹੋ ਗਿਆ ਅੱਜ ਦੇ ਸਮਾਜ ਦੇ ਵਿੱਚ। 110 ਦਿਨਾਂ ਦੇ ਕਾਰਜਕਾਲ ਨੂੰ ਕਿਵੇਂ ਤੁਸੀਂ ਕਹਿ ਰਹੇ ਹੋ 110 ਦਿਨਾਂ ਦੇ ਵਿੱਚ ਕੰਮ ਹੋਏ ਨੇ, ਕਿਵੇਂ ਦੇਖਦੇ ਹੋ ਚੰਨੀ ਦੇ ਕਾਰਜਕਾਲ ਨੂੰ ਵੀ ਕਿੰਨੇ ਕੰਮ ਹੋਏ ਨੇ? ਬਿਲਕੁਲ ਜੀ, ਬਹੁਤ ਸਾਰੇ ਕੰਮ ਹੋਏ, ਅਣਗਿਣਤ ਕੰਮ ਹੋਏ ਆ। ਸਭ ਤੋਂ ਪਹਿਲਾਂ ਜੇ ਅਸੀਂ ਕੰਮ ਕਰਦੇ ਹਾਂ ਤਾਂ ਬੇਅਦਬੀ ਦੇ ਮਾਮਲੇ ਦੇ ਉੱਤੇ ਉਹਨਾਂ ਨੇ ਸਿੱਟ ਬਣਾਈ ਹੈ, ਔਰ ਦੂਜਾ ਨਸ਼ਾ ਤਸਕਰੀ ਦੇ ਮਾਮਲੇ ਉੱਤੇ ਮਜੀਠੀਆ ਦੇ ਉੱਤੇ ਪਰਚਾ ਦਿੱਤਾ ਗਿਆ। ਤੀਸਰਾ ਇਹਨਾਂ ਦੀ ਸਮੇਂ ਦੀ ਸਰਕਾਰ ਦੇ ਉੱਤੇ ਜਿਹੜੇ ਮਹਿੰਗੇ ਬਿਜਲੀ ਬਿੱਲਾਂ ਦੇ ਸਮਝੌਤੇ ਸੀ ਉਹਨਾਂ ਨੇ ਰੱਦ ਕੀਤੇ ਆ। ਸਿੱਖਿਆ ਦੇ ਖੇਤਰ ਦੇ ਵਿੱਚ ਉਹਨਾਂ ਦੀ ਆਪਣੀਆਂ ਮੱਲਾਂ ਨੇ, ਔਰ ਗਰੀਬਾਂ ਦੇ ਵਾਸਤੇ ਉਹਨਾਂ ਨੇ 5-5 ਮਰਲਿਆਂ ਦੇ ਪਲਾਟਾਂ ਦੀ ਔਰ ਕੱਚੇ ਕੋਠਿਆਂ ਦੇ ਪੈਸੇ ਨੇ ਜਿਹੜੇ ਉਹ ਆ ਚੁੱਕੇ ਨੇ, ਔਰ ਹੋਰ ਵੀ ਕਈ ਲਾਲ ਡੋਰੇ ਦੀਆਂ ਸਕੀਮ ਉਹਨਾਂ ਨੇ ਚਲਾਈ ਸੀਗੀ। ਕਾਫੀ ਜ਼ਿਆਦਾ ਉਹਨਾਂ ਨੇ ਜਿਹੜੇ ਕੰਮ ਨੇ ਉਹਨੂੰ ਕੀਤੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਸਾਡੇ ਨਾਲ ਅਕਾਲੀ ਦਲ ਤੋਂ ਮੌਜੂਦ ਨੇ, ਗੱਲਬਾਤ ਕਰ ਲੈਂਦੇ ਆ। ਕਿਵੇਂ ਦੇਖਦੇ ਹੋ? ਇਹ ਕਹਿ ਰਹੇ ਨੇ ਵੀ 4.5 ਸਾਲ 'ਚ ਕਾਂਗਰਸ ਦੇ ਕੈਪਟਨ ਨੇ ਕੰਮ ਕੀਤਾ ਹੈਗਾ, ਅਕਾਲੀ ਦਲ ਦੇ ਨਾਲ ਭਾਈਵਾਲ ਰਹੇ ਨੇ ਉਹ, ਵੀ ਉਹਨਾਂ ਦੇ ਕਹਿਣ 'ਤੇ ਕੰਮ ਨਹੀਂ ਕੀਤੇ, ਵੀ ਉਹਨਾਂ ਦੀ ਸਰਕਾਰ ਰਹੀ ਹੈ। ਹੁਣ ਕਿਵੇਂ ਦੇਖਦੇ ਹੋ 110 ਦਿਨਾਂ ਦਾ ਜਿਹੜਾ ਰਿਪੋਰਟ ਕਾਰਡ ਚੰਨੀ ਨੇ ਸੌਂਪਿਆ, ਕਿਵੇਂ ਦੇਖਦੇ ਹੋ? ਐਕਚੁਅਲੀ 110 ਦਿਨਾਂ ਦਾ ਨਹੀਂ ਹੈਗਾ, ਇਹ ਪੂਰੇ 5 ਸਾਲ ਦਾ ਕਾਂਗਰਸ ਦੀ ਸਰਕਾਰ ਬਣੀ ਸੀਗੀ, ਪੂਰੇ 5 ਸਾਲਾਂ ਲਈ ਲੋਕਾਂ ਨੇ ਚੁਣੀ ਸੀਗੀ। ਪਰ ਇਹ ਕਹਿਣ ਨੂੰ ਬੱਬੀ ਜਿਵੇਂ ਕਹਿ ਰਹੇ ਨੇ ਵੀ ਸਿੱਧੂ ਸਾਹਿਬ ਦੇ ਨੂੰ ਸਿਹਰਾ ਜਾਂਦਾ, ਹਾਂ ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ, ਕਿਉਂ ਕਾਂਗਰਸ ਪਾਰਟੀ ਦਾ ਭੋਗ ਪਾਉਣ ਲਈ ਸਿੱਧੂ ਸਾਹਿਬ ਨੂੰ ਸਿਹਰਾ ਜ਼ਰੂਰ ਜਾਂਦਾ ਹੈ, ਕਿਉਂਕਿ ਕਿੰਨੇ ਧੜੇ ਸਿੱਧੂ ਸਾਹਿਬ ਨੇ ਕਾਂਗਰਸ ਦੇ ਵਿੱਚ ਬਣਾਤੇ। ਕੈਪਟਨ ਤਾਂ ਬਾਹਰ ਹੀ ਕੱਢਤਾ, ਉਸ ਤੋਂ ਬਾਅਦ ਜਾਖੜ ਸਾਹਿਬ ਨੇ ਉਹ ਵੱਖਰਾ ਮੂੰਹ ਹੈ ਉਹਨਾਂ ਦਾ, ਤੇ ਰੰਧਾਵਾ ਸਾਹਿਬ ਨੇ ਉਹਨਾਂ ਦਾ ਵੱਖਰਾ ਸਿਸਟਮ ਹੈ, ਤੇ ਚੰਨੀ ਸਾਹਿਬ ਨੇ ਉਹਨਾਂ ਦਾ ਵੱਖਰਾ ਸਿਸਟਮ ਹੈ। ਸਾਰੇ ਮੈਨੂੰ ਲੱਗਦਾ 5 ਧੜੇ ਕਾਂਗਰਸ ਦੇ ਵਿੱਚ ਬਣ ਗਏ ਨੇ, ਕਾਂਗਰਸ ਦਾ ਤਾਂ ਲਗਭਗ ਭੋਗ ਪੈ ਹੀ ਗਿਆ। ਦੂਜੀ ਗੱਲ ਕੰਮਾਂ ਦੀ ਜਿਹੜੀ ਗੱਲ ਬੱਬੀ ਜੀ ਨੇ ਗਣਾਏ ਨੇ ਜਿੰਨੇ ਕੰਮ ਨੇ, ਤੁਸੀਂ ਕਰੋ ਲਾਲ ਡੋਰੇ ਦੀ ਗੱਲ ਹੈ, ਲਾਲ ਡੋਰੇ 'ਚ ਕੀ ਹੋਇਆ? ਇੱਕ ਵੀ ਕਿਸੇ ਬੰਦੇ ਦੇ ਨਾਂ 'ਤੇ ਰਜਿਸਟਰੀ ਹੋਈ ਹੈ? ਜਿਹੜੇ ਪਲਾਟ ਕਹਿੰਦੇ ਆ ਕੱਟੇ ਆ ਗਰੀਬਾਂ ਵਾਸਤੇ, ਇੱਕ ਵੀ ਕਿਸੇ ਨੂੰ ਪਲਾਟ ਮਿਲਿਆ? ਜਾਂ ਜਿੰਨੇ ਮੰਨ ਲਓ 36,000 ਮੁਲਾਜ਼ਮ ਸੀਗੇ ਉਹ ਸਾਰਾ ਪੰਜਾਬ ਤਾਂ ਬੋਰਡਾਂ ਨਾਲ ਭਰਤਾ, ਕਿਤੇ ਇੱਕ ਵੀ ਮੁਲਾਜ਼ਮ ਪੱਕਾ ਹੋਇਆ? ਪਰ ਉਹਦੀ ਐਡ ਤੇ ਕਿੰਨੇ ਰੁਪਏ ਲੱਗੇ, ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਜਿਹੜਾ ਉਹ ਕੌਣ ਭਰਪਾਈ ਕਰੂਗਾ ਉਹਦੀ? ਜਿੰਨੇ ਸਾਰੇ ਪੰਜਾਬ ਦੇ ਵਿੱਚ ਜਿੰਨਾ ਐਡ ਤੇ ਪੈਸਾ ਲੱਗਿਆ, ਹੁਣ ਆ 110 ਦਿਨਾਂ ਦੀ ਸਰਕਾਰ ਦੇ ਵਿੱਚ ਪੂਰੇ ਮੈਨੂੰ ਲੱਗਦਾ 20 ਸਾਲ ਦੇ ਵਿੱਚ ਨਹੀਂ ਲੱਗਿਆ ਹੋਊਗਾ, ਸਾਰਾ ਐਡ ਤੇ ਪੈਸਾ ਖਰਚ ਕੀਤਾ। ਔਰ ਦੂਜੀ ਗੱਲ ਇਹ ਵੀ ਹੈ ਵੀ ਜਿੰਨੇ ਵੀ ਕੰਮ ਐਲਾਨਜੀਤ ਸਿੰਘ ਮੁੱਖ ਮੰਤਰੀ ਨੇ ਕੀਤੇ ਨੇ, ਇੱਕ ਵੀ ਕੰਮ ਮੈਨੂੰ ਦੱਸ ਦੇਣ ਬੱਬੀ ਜੀ ਵੀ ਇੱਕ ਵੀ ਕੰਮ ਕੀਤਾ ਹੋਵੇ ਮੁੱਖ ਮੰਤਰੀ ਨੇ ਜਿਹੜੇ ਆ ਬਣੇ ਨੇ 110 ਦਿਨਾਂ ਦੇ। ਆਮ ਆਦਮੀ ਪਾਰਟੀ ਤੋਂ ਵੀ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ। ਕਹਿ ਰਹੇ ਨੇ ਮਨੀਸ਼ ਜੀ ਕਿਵੇਂ ਦੇਖਦੇ ਹੋ 10 ਸਾਲ ਅਕਾਲੀ ਦਲ ਦੀ ਸਰਕਾਰ ਰਹਿੰਦੀ ਹੈ, 5 ਸਾਲ ਹੁਣ ਕਾਂਗਰਸ ਦੀ ਰਹੀ ਹੈ, ਕੀ ਦੇਖਦੇ ਹੋ ਵੀ ਇਹਨਾਂ ਦੇ 15 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਕੀ ਕੁਝ ਨਹੀਂ ਹੋਇਆ? ਕੀ ਲੋਕਾਂ ਦੇ ਜਿਹੜੇ ਸਮੱਸਿਆਵਾਂ ਸੀ ਉਹਨਾਂ ਦਾ ਹੱਲ ਹੋਇਆ ਜਾਂ ਉੱਥੇ ਦੇ ਉੱਥੇ ਖੜੀਆਂ ਨੇ? ਕਿਉਂਕਿ ਅਸੀਂ ਪਿੱਛੇ ਸਰਵੇ ਕੀਤਾ ਸੀ, ਲੋਕਾਂ ਦਾ ਕਹਿਣਾ ਵੀ ਸਾਡੀਆਂ ਸਮੱਸਿਆਵਾਂ ਘਟੀਆਂ ਨਹੀਂ ਵਧੀਆਂ ਨੇ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕਹਿੰਦੇ ਜੀ ਪ੍ਰਤੱਖ ਨੂੰ ਕਦੇ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਬੱਬੀ ਵੀਰ ਜੀ ਨੇ ਆਪਣੇ ਆਪ ਕਿਹਾ ਕਿ 4.5 ਸਾਲ ਅਸੀਂ ਕੁਝ ਨਹੀਂ ਕੀਤਾ, ਤਾਂ 6 ਤੁਸੀਂ ਜਿਵੇਂ ਨਿਰਮਲ ਜੀ ਨੇ ਕਿਹਾ ਕਿ ਸਰਕਾਰ ਲੋਕ ਨੁਮਾਇੰਦੇ 5 ਸਾਲਾਂ ਲਈ ਚੁਣਦੇ ਆ, ਨਾ ਕਿ 100 ਦਿਨਾਂ ਲਈ। ਫਿਰ ਉਹ ਸਿੱਧੂ ਵਾਲੀ ਛਾਨਣੀ ਇਹਨਾਂ ਲਗਾਤੀ ਵੀ ਸਿੱਧੂ ਨੇ ਛਾਣ ਕੇ ਚਿਹਰਾ ਪਛਾਣ ਲਿਆ ਵੀ ਹਾਂ ਇਹ, ਉਸ ਨੂੰ 4.5 ਸਾਲ ਲੱਗੇ। ਉਹ ਤਾਂ 2 ਸਾਲ ਤੋਂ ਰੌਲਾ ਪਾਉਣ ਲੱਗਿਆ ਸੀ, ਉਹਨੇ ਮਿਨਿਸਟਰੀ ਛੱਡਤੀ ਸੀ, ਉਦੋਂ ਛਾਨਣੀ ਕਿੱਥੇ ਗਈ ਸੀ? ਮੇਰਾ ਸਵਾਲ ਹੈ ਇੱਕ। ਪਹਿਲਾ ਦੂਜਾ ਸਵਾਲ ਇਹਨਾਂ ਨੂੰ ਇਹ ਹੈ ਕਿ ਹੁਣ ਉਹ ਤਾਂ ਚੰਨੀ 'ਤੇ ਵੀ ਸਵਾਲ ਉਠਾ ਰਹੇ ਆ ਵੀ ਤੂੰ 100 ਮਾਈਕ ਫਸਟ ਸਟੇਜ ਦੇ ਉੱਪਰ ਕਹਿ ਰਹੇ ਆ, ਤੂੰ ਕਹਿੰਦਾ 100 ਰੁਪਏ ਦੇਵਾਂ, ਕਿਵੇਂ ਦੇ ਦੇਗਾ? ਕਹਿੰਦਾ 130 ਰੁਪਏ ਤੈਨੂੰ ਖੁਦ ਪੈ ਰਹੀ ਹੈ। ਉਹ ਚੰਨੀ ਦੇ ਉੱਪਰ ਵੀ ਉਹਨਾਂ ਨੇ ਸਵਾਲ ਉਠਾਏ ਹੈ। ਪਰ ਇਹ ਐਕਚੁਅਲੀ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ। ਪਿਛਲੇ 15 ਸਾਲਾਂ ਤੋਂ ਸੱਤਾ ਹੀ ਬਦਲਦੀ ਹੈ, ਕਦੇ ਅਕਾਲੀ ਆ ਜਾਂਦੇ, ਕਦੇ ਕਾਂਗਰਸੀ ਆ ਜਾਂਦੇ, ਵਿਵਸਥਾ ਕਦੇ ਨਹੀਂ ਬਦਲੀ। ਅਰਵਿੰਦ ਕੇਜਰੀਵਾਲ ਇੱਕ ਸੋਚ ਲੈ ਕੇ ਆਏ ਕਿ ਸੱਤਾ ਨਹੀਂ ਬਦਲਣੀ, ਇਸ ਵਾਰ ਵਿਵਸਥਾ ਬਦਲਣੀ ਹੈ, ਕਿਉਂਕਿ ਸਰਕਾਰ ਚਲਾਉਣ ਵਾਸਤੇ 2 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਇੱਕ ਨੀਅਤ, ਇੱਕ ਨੀਤੀ। ਦੋਨੋਂ ਅਰਵਿੰਦ ਕੇਜਰੀਵਾਲ ਕੋਲ ਹੈ। ਉਸਨੇ ਆਪਣਾ ਰੋਲ ਮਾਡਲ ਦਿੱਲੀ ਦੇ ਵਿੱਚ ਪੇਸ਼ ਕੀਤਾ ਹੈ। 3 ਵਾਰ ਪੂਰੀ ਮੈਜੋਰਟੀ 90% ਮੈਜੋਰਟੀ ਦੇ ਨਾਲ ਦਿੱਲੀ ਸਰਕਾਰ ਹੈ। ਇਹੀ ਸਰਕਾਰ ਅਸੀਂ ਲੈ ਕੇ ਆਵਾਂਗੇ, ਦਿੱਲੀ ਦਾ ਮਾਡਲ ਇੱਥੇ ਅਪਣਾਵਾਂਗੇ, ਐਜੂਕੇਸ਼ਨ ਦਾ ਮਾਡਲ ਇੱਥੇ ਅਪਣਾਵਾਂਗੇ, ਤਾਂ ਪੰਜਾਬ ਤਰੱਕੀ ਕਰੇਗਾ। ਜੀ ਕਿਵੇਂ ਦੇਖਦੇ ਹੋ
ਅਕਾਲੀ ਦਲ ਦੀ ਵੀ ਸਰਕਾਰ ਰਹੀ ਹੈ, ਤੁਸੀਂ ਵੀ ਚਲੋ ਪਹਿਲਾਂ ਭਾਈਵਾਲ ਸੀ ਅਕਾਲੀ ਦਲ ਦੇ ਵਿੱਚ, ਕਾਂਗਰਸ ਦੀ ਹੁਣ 5 ਸਾਲ ਤੋਂ ਸਰਕਾਰ ਦੀ, ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਕੁਝ ਕੰਮ ਨਹੀਂ ਹੋਇਆ, ਤੁਸੀਂ ਕਿਵੇਂ ਦੇਖਦੇ ਹੋ ਵੀ ਕੀ ਲੱਗਦਾ ਵੀ ਕੋਈ ਕੰਮ ਹੋਏ ਨੇ? ਦੇਖੋ ਜੇ ਸਾਡੇ ਏਰੀਏ ਦੀ ਗੱਲ ਕਰੋਗੇ ਲਹਿਰਾ ਗਾਗਾ ਦੀ, ਤਾਂ ਜਿੰਨਾ ਢੀਂਡਸਾ ਸਾਹਿਬ ਨੇ ਵਰਕ ਕੀਤਾ ਇੱਥੇ ਕੋਈ ਹੋਰ ਕਰ ਨਹੀਂ ਸਕਦਾ, ਨਾ ਕੋਈ ਕਰ ਸਕਿਆ। ਬੀਬੀ ਜੀ ਵੀ ਇੱਥੇ ਰਹੇ ਨੇ, ਰਜਿੰਦਰ ਕੌਰ ਭੱਠਲ ਜੀ, ਉਹਨਾਂ ਦੀ ਦੇਖ ਲਓ ਤੁਸੀਂ, ਉਹਨਾਂ ਨੇ ਕੀ ਕਾਰਗੁਜ਼ਾਰੀ ਦਿਖਾਈ ਹੈ ਇੱਥੇ। ਉਸ ਤੋਂ ਬਾਅਦ ਢੀਂਡਸਾ ਸਾਹਿਬ ਪਿਛਲੇ 5 ਸਾਲ ਦੇ ਵਿੱਚ ਤੁਸੀਂ ਦੇਖ ਲਓ ਜਿੰਨਾ ਕੰਮ ਹੋਇਆ ਢੀਂਡਸਾ ਸਾਹਿਬ ਦੇ ਅੰਡਰ, ਉਹਨਾਂ ਕੋਈ ਹੋਇਆ ਨਹੀਂ। ਜੇ ਹੁਣ ਮੈਂ ਗੱਲ ਕਰਾਂ ਆਪਣਾ ਕਾਂਗਰਸ ਦੀ ਗੱਲ ਕਰਾਂ, ਕਾਂਗਰਸ ਵਾਲੇ ਇਹ ਕਹਿ ਕੇ ਨਿਕਲ ਜਾਂਦੇ ਨੇ ਕਿ 5 ਸਾਲ ਤਾਂ ਜੀ ਕੈਪਟਨ ਸਾਹਿਬ ਰਹੇ, ਠੀਕ ਹੈ ਜੀ। ਹੁਣ ਤਾਂ ਚੰਨੀ ਜੀ ਆ ਗਏ, ਚੰਨੀ ਜੀ ਨੇ 100 ਦਿਨਾਂ ਦੇ ਵਿੱਚ ਬਹੁਤ ਕੁਝ ਕੀਤਾ। ਮੈਨੂੰ ਇੱਕ ਕੰਮ ਗਿਣਾ ਦਿਓ, ਜਿਵੇਂ ਨਿਰਮਲ ਜੀ ਨੇ ਕਿਹਾ, ਇੱਕ ਕੰਮ ਗਿਣਾ ਦਿਓ ਕਿ ਕੀ ਕੀਤਾ, ਕਿਹੜਾ ਕੰਕਰੀਟ ਕੰਮ ਹੈ। ਜੇ ਕਾਲਜਾਂ ਦੇ ਪ੍ਰੋਫੈਸਰਾਂ ਦੀ ਭਰਤੀ ਕਰੀਏ, ਉਹ ਵੀ ਡਾਵਾਡੋਲ ਹੈ, ਸਟੇ ਲੱਗੀ ਹੋਈ ਹੈ ਉਹਦੇ 'ਤੇ, ਉਹ ਨਹੀਂ ਪੂਰੀ, ਜਿਹੜੇ ਨੋਰਮ ਵਰਤਣੇ ਸੀ ਉਹ ਨਹੀਂ ਵਰਤੇ ਉਹਨਾਂ ਨੇ, ਠੀਕ ਹੈ। ਉਸ ਤੋਂ ਬਾਅਦ ਜੇਕਰ 36,000 ਕਰਮਚਾਰੀਆਂ ਦੀ ਭਰਤੀ ਕਰਦੇ ਨੇ, ਉਹ ਵੀ ਇਕੱਲੇ ਬੋਰਡ ਲਗਾਏ ਨੇ ਉਹਨਾਂ ਨੇ, ਹੋਰ ਕੁਝ ਨਹੀਂ ਕੀਤਾ ਹੈਗਾ। ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ, ਜੇ ਚੰਨੀ ਦੇ ਵਿੱਚੋਂ ਦੇਖੇ ਜਸਟ ਐਲਾਨਦੀਪ ਸਿੰਘ ਨਿਕਲਿਆ, ਉਹ ਹੋਰ ਕੁਝ ਨਹੀਂ ਨਿਕਲਿਆ। ਮੈਂ ਇਹੀ ਕਹਿਣਾ ਚਾਹੂੰਗਾ। ਗੱਲਬਾਤ ਕਰ ਲੈਂਦੇ ਲਵ ਜੀ, ਸਰਪੰਚ ਜੀ ਸਾਡੇ ਨਾਲ ਨੇ, ਮੌਜੂਦ ਨੇ, ਗੱਲਬਾਤ ਕਰ ਲੈਂਦੇ। ਸਰਪੰਚ ਸਾਹਿਬ, ਸਵਾਲ ਉਠਾਏ ਜਾ ਰਹੇ ਨੇ ਤਿੰਨੋਂ ਪਾਰਟੀਆਂ ਵੱਲੋਂ, ਕਿਹਾ ਜਾ ਰਿਹਾ ਵੀ ਐਲਾਨ ਜੀਤ ਰਹੇ ਨੇ, ਸਿੱਧੂ ਨੇ ਪਹਿਲਾਂ ਵੀ ਬਹੁਤ ਰੌਲਾ ਪਾਇਆ ਸੀ ਵੀ ਮੁੱਖ ਮੰਤਰੀ ਨੂੰ ਲੈ ਕੇ, ਪਹਿਲਾਂ ਕਿਉਂ ਨਹੀਂ ਹੋਇਆ ਵੀ ਹੁਣ ਕਿਉਂ ਛਾਲ ਨਹੀਂ ਬਣ ਗਏ, ਹੁਣ ਕਿਉਂ ਸਿੱਧੂ ਨੂੰ ਪਤਾ ਲੱਗ ਗਿਆ ਵੀ ਕੈਪਟਨ ਸਾਹਿਬ ਵੀ ਦੂਜੀਆਂ ਪਾਰਟੀਆਂ ਦੇ ਨੇ, ਸਾਡੀ ਪਾਰਟੀ ਦੀ ਨਹੀਂ ਹੈਗੀ? ਇਹ ਰਵਾਇਤ ਹੀ ਹੁੰਦੀ ਹੈ ਜੀ ਪਾਰਟੀਆਂ ਦੀ, ਕਿਉਂਕਿ ਦੂਜੇ ਨੂੰ ਜਦੋਂ ਕੋਈ ਚੰਗਾ ਕਰਨ ਲੱਗਦਾ ਉਹਨੂੰ ਨਿੰਦਣਾ ਤਾਂ ਬਣਦਾ, ਇਹਨਾਂ ਦਾ ਹੱਕ ਬਣਦਾ, ਇਹ ਕਰ ਸਕਦੇ ਜੋ ਮਰਜ਼ੀ ਕਰਨ। ਪਰ ਜੇ ਅਸੀਂ ਪਹਿਲਾਂ 4.5 ਸਾਲ ਦੀ ਤੁਸੀਂ ਗੱਲ ਕਰਦੇ ਹੋ, ਆਪ ਪਾਰਟੀ ਵਾਲਿਆਂ ਨੇ ਕਿਹਾ ਵੀ ਪਹਿਲਾਂ ਵੀ ਉਹਨਾਂ ਦੀ ਸੀ, ਉਹਦੇ ਵਿੱਚ ਵੀ ਉਹਨਾਂ ਨੇ ਜਿਹੜਾ ਕਰਜ਼ਾ ਸਰਕਾਰ ਨੇ ਮਾਫ ਕੀਤਾ, ਕਿਉਂ ਨਹੀਂ ਹੋਇਆ? 2.5 ਏਕੜ ਦੀ ਸਕੀਮ ਆਈ, 5 ਏਕੜ ਦੀ ਸਕੀਮ ਆਈ। ਅਕਾਲੀ ਦਲ ਔਰ ਭਾਜਪਾ ਵਾਲੇ ਪੁੱਛਣ, ਜਾਂ ਗਗਨ ਜੀ ਤੁਸੀਂ ਆਪਣਾ ਅਕਾਊਂਟ ਚੈੱਕ ਕਰਿਓ, 15 ਲੱਖ ਆ ਗਿਆ ਜੀ, ਆਇਆ ਹੋਇਆ ਤਾਂ ਮੈਨੂੰ ਵੀ ਦੱਸਿਓ। ਅਸੀਂ ਲਾਰੇ ਨਹੀਂ ਲਾਏ, ਪਰ ਅਸੀਂ ਕੰਮ ਕੀਤੇ ਆ, ਕਾਂਗਰਸ ਪਾਰਟੀ ਨੇ ਕੰਮ ਕੀਤੇ ਆ। ਔਰ ਰਹੀ ਗੱਲ ਬੀਬੀ ਜੀ ਹਰਾਂ ਦੀ, ਇੱਕ ਪਾਸੇ ਢੀਂਡਸਾ ਸਾਹਿਬ ਲੈ ਕੇ ਕਾਪੀ ਬਹਿ ਜਾਣ, ਦੂਜੇ ਪਾਸੇ ਅਸੀਂ ਬੈਠ ਜਾਂਦੇ ਆ, ਜਿਹਦੇ ਜ਼ਿਆਦਾ ਹੋਣਗੇ ਆਪਾਂ ਕਰ ਲੈਂਦੇ ਆ। ਔਰ ਤੀਜੀ ਗੱਲ ਹੈ ਕਿ ਹੁਣ ਵੀ ਤਾਂ 5 ਸਾਲ ਹਲਕੇ ਦੇ ਨੁਮਾਇੰਦੇ ਸੀਗੇ ਢੀਂਡਸਾ ਸਾਹਿਬ, ਗਨਾਉਣ ਕੀ ਕੀਤਾ, ਦੱਸਣ ਕਿ ਕਿੱਥੇ ਕਿਹੜਾ ਪ੍ਰੋਗਰਾਮ ਉਹ ਲਿਖਿਆ, ਕਿਹੜਾ ਨਹੀਂ ਪੱਥਰ ਧਰਿਆ, ਕਿਹੜਾ ਕੰਮ ਕਰਾਇਆ ਗਿਆ। ਕਿਉਂਕਿ ਲੋਕੀ ਜੇ ਚੁਣਦੇ ਆ ਤਾਂ ਲੋਕਾਂ ਨੂੰ ਥੋੜ੍ਹੀ ਫਰਕ ਪੈਂਦਾ ਕਿ ਸਰਕਾਰ ਕਿਹਦੀ ਹੈ। ਉਹਨਾਂ ਨੇ ਤਾਂ ਜਿਹੜਾ ਨੁਮਾਇੰਦਾ ਸੁਣ ਲਿਆ, ਮੈਂ ਹੁਣ ਪਿੰਡ ਦਾ ਸਰਪੰਚ ਆ, ਤਾਂ ਲੋਕ ਇਹ 'ਚੋਂ ਮੈਂ ਜੇ ਰਾਜਕਰਤਾ ਪਾਰਟੀ ਨਾਲ ਨਹੀਂ ਆ, ਪਰ ਉਹਨਾਂ ਦੇ ਵਾਅਦੇ ਤਾਂ ਮੈਂ ਕੀਤੇ ਨਾ ਉਹਨਾਂ ਨਾਲ, ਪੂਰੇ ਮੈਂ ਕਰਨੇ ਆ। ਔਰ ਢੀਂਡਸਾ ਸਾਹਿਬ ਦੱਸਣ ਵੀ ਉਹਨਾਂ ਨੇ ਪਿਛਲੇ 5 ਸਾਲ ਦੇ ਵਿੱਚ ਕੀ ਕੀਤਾ ਲਹਿਰਾ ਹਲਕੇ ਲਈ। ਜਵਾਬ ਲੈਣ ਲਈ ਗਗਨ ਜੀ ਸਵਾਲ ਉੱਠ ਰਹੇ ਨੇ ਵੀ 5 ਸਾਲ ਦੇ ਵਿੱਚ ਕੀ ਕੀਤਾ ਹੈ, ਕੀ ਰਿਪੋਰਟ ਕਾਰਡ ਰਿਹਾ ਤੁਹਾਡੇ ਪਰਮਿੰਦਰ ਢੀਂਡਸਾ ਜੀ ਦਾ? ਬਿਲਕੁਲ, ਮੈਂ ਬਿਲਕੁਲ ਦੱਸਣਾ ਚਾਹੁੰਦਾ ਮੇਰੇ ਭਾਈ ਸਾਹਿਬ ਨੂੰ ਕਿ ਢੀਂਡਸਾ ਸਾਹਿਬ ਨੇ ਮੂਣਕ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਖਨੌਰੀ ਦੇ ਵਿਕਾਸ 'ਚ ਕੋਈ ਕਸਰ ਨਹੀਂ ਛੱਡੀ, ਲਹਿਰੇ ਦੇ ਵਿਕਾਸ 'ਚ, ਤਿੰਨੇ ਸ਼ਹਿਰਾਂ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਫਿਰ ਜੇਕਰ ਪਿੰਡਾਂ ਦੀ ਗੱਲ ਕਰੀਏ, ਅਸੀਂ ਪਿੰਡਾਂ ਦੇ ਵਿੱਚ ਵੀ ਮਤਲਬ ਕਿ ਤੁਸੀਂ ਸੋਚ ਨਹੀਂ ਸਕਦੇ ਸੀਗੇ 50-50 ਲੱਖ ਰੁਪਏ ਦੀਆਂ ਗ੍ਰਾਂਟਾਂ ਢੀਂਡਸਾ ਸਾਹਿਬ ਨੇ ਦਿੱਤੀਆਂ, ਉਹ ਕੋਈ ਦੇ ਨਹੀਂ ਸਕਦਾ, ਸੋਚ ਨਹੀਂ ਸਕਦੇ ਸੀਗੇ ਤੁਸੀਂ, ਇੰਨੀਆਂ ਗ੍ਰਾਂਟਾਂ ਢੀਂਡਸਾ ਸਾਹਿਬ ਨੇ ਦਿੱਤੀਆਂ ਤੇ ਕੰਮ ਕਰਵਾਏ। ਪਿੰਡਾਂ ਦੇ ਵਿੱਚ ਜਾ ਕੇ ਦੇ ਸਕਦੇ ਹੋ, ਪਿੰਡਾਂ ਦੀ ਨੁਹਾਰ ਬਦਲੀ ਪਈ ਹੈ। ਨਹੀਂ ਜੀ, ਗੱਲਬਾਤ ਕਰਨੀ ਚਾਹੂੰਗਾ। ਦੱਸ ਰਹੇ ਨੇ ਉਧਰੋਂ, ਉਹ ਕਹਿ ਰਹੇ ਨੇ ਵੀ ਵਿਕਾਸ ਹੋਇਆ, ਕਿੰਨਾ ਕੁ ਵਿਕਾਸ ਹੋਇਆ ਬਕਾਇਦਾ ਦੇ ਵਿੱਚ ਲਹਿਰੇ ਦਾ? ਤੇ ਅਕਾਲੀ ਦਲ ਦੀ ਸਰਕਾਰ ਸੀ 5 ਸਾਲ, ਉਦੋਂ ਫਾਈਨੈਂਸ ਮਿਨਿਸਟਰ ਸੀ, ਤੇ ਹੁਣ ਕਾਂਗਰਸ ਦੀ ਸਰਕਾਰ ਹੈ। ਕੀ ਲੱਗਦਾ ਵੀ ਇਹਨਾਂ 10 ਸਾਲਾਂ ਦੇ ਵਿੱਚ ਕਿੰਨਾ ਕੁ ਵਿਕਾਸ ਮੰਨਦੇ ਹੋ ਤੁਸੀਂ? ਮੇਰੇ ਵੱਡੇ ਵੀਰ ਪਰਮਿੰਦਰ ਢੀਂਡਸਾ ਜੀ ਬਾਰੇ ਗੱਲ ਕਰ ਰਹੇ ਹੈ, ਤੇ ਉਹ ਜਿਹੜੀ ਗ੍ਰਾਂਟਾਂ ਦਾ ਜ਼ਿਕਰ ਕਰਦੇ, ਉਹ ਪਿਛਲੀਆਂ ਗ੍ਰਾਂਟਾਂ ਦਾ ਜ਼ਿਕਰ ਕਰਦੇ ਹੈ, ਜੋ ਪਿਛਲੇ 5 ਸਾਲ ਹੈ ਟੈਨੂਰ, ਜਿਹੜਾ 5 ਸਾਲ ਦਾ ਟੈਨੂਰ ਹੈ। ਮੈਂ ਬਾਰ-ਬਾਰ ਕਹਿੰਦਾ ਕਿ ਹਿਸਾਬ ਪਿਛਲੇ 5 ਸਾਲਾਂ ਦਾ ਹੋਣਾ, 25 ਸਾਲਾਂ ਪਿਛਲੇ 25 ਸਾਲ ਤੁਸੀਂ ਕੀ ਕੀਤਾ ਉਹ ਮੈਟਰ ਨਹੀਂ ਕਰਦਾ। ਇਹਨਾਂ ਦਾ ਹੱਕ ਵਾਜਬ ਹੈ ਕਿ ਉਹ ਸਿਟਿੰਗ MLA ਹੈ। ਤੁਸੀਂ ਇੱਕ ਵੀ ਮੈਨੂੰ ਵੀਡੀਓ ਦਿਖਾ ਦਿਓ ਜਿੱਥੇ ਲਹਿਰਾ ਦਾ ਮੁੱਦਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਚੱਕਿਆ ਹੋਵੇ। ਇੱਕ MLA ਦੇ ਫਰਜ਼ ਕਿਆ ਹੁੰਦੇ ਹੈ, ਠੀਕ ਹੈ? ਇੱਕ ਵੀ ਦਿਖਾ ਦਿਓ, ਇੱਕ ਭੋਗ ਤੇ ਵਿਆਹ ਸ਼ਾਦੀ ਨੂੰ ਛੱਡ ਕੇ ਕਹਿੰਦੇ ਇੱਕ ਧਰਨਾ ਲਾਇਆ ਹੋਵੇ ਪਰਮਿੰਦਰ ਢੀਂਡਸਾ ਨੇ ਇੱਕ ਪੂਰੇ ਹਲਕੇ ਦੇ ਵਿੱਚ ਇਹਨਾਂ 5 ਸਾਲਾਂ ਦੇ ਵਿੱਚ। ਇਹ ਵਾਜਬ ਸਵਾਲ ਹੈ। ਤੁਸੀਂ ਇੱਕ ਪ੍ਰਤੀਨਿਧੀ ਚੁਣਦੇ ਹੋ ਤਾਂ ਪ੍ਰਤੀਨਿਧੀ ਤੋਂ ਐਕਸਪੈਕਟ ਕਰਦੇ ਹੋ ਕਿ ਅਗਰ ਤੁਹਾਨੂੰ ਕੁਝ ਉੱਤੇ ਦਿਲਵਾ ਨਹੀਂ ਸਕਦਾ ਤਾਂ ਸਾਡੇ ਨਾਲ ਖੜੇ ਤਾਂ ਸੀ। ਤਾਂ ਇਸ ਦੇ ਵਿੱਚ ਹੁਣ ਸਾਡੇ ਹਲਕਾ ਇੰਚਾਰਜ ਪਹਿਲਾਂ ਜਸਵੀਰ ਕੁੰਦੀ ਰਹੇ, ਤਾਂ ਮੈਨੂੰ ਗਰਵ ਹੈ ਇਸ ਚੀਜ਼ ਦੇ ਉੱਪਰ ਕਿ ਪੂਰੇ 5 ਦੇ 5 ਸਾਲ ਉਹ ਲੋਕਾਂ ਦੇ ਵਿੱਚ ਵਿਚਰੇ, ਲੋਕਾਂ ਦੇ ਦੁੱਖ ਦੇ ਵਿੱਚ ਕੰਮ ਤੁਸੀਂ ਗੱਲ ਕਰ ਰਹੀ ਹੋ। ਤੇ ਚਾਹੇ ਕੋਵਿਡ ਦਾ ਹੋਵੇ, ਚਾਹੇ ਕੋਵਿਡ ਸੈਨੀਟੇਸ਼ਨ ਦਾ ਕੰਮ ਹੋਵੇ, ਚਾਹੇ ਜੋ ਘੱਗਰ ਦਾ ਮਸਲਾ ਹੋਵੇ, ਘੱਗਰ ਦੇ ਵਿੱਚੋਂ ਮਿੱਟੀ ਕੱਢਣ ਦਾ ਕੰਮ ਹੋਵੇ, ਤੁਸੀਂ ਲੋਕਾਂ ਨੂੰ ਪੁੱਛੋ। ਹਰ ਮੌਕੇ ਤੁਹਾਨੂੰ ਜਸਵੀਰ ਕੁੰਦਰੀ ਮਿਲਿਆ। ਅੱਜ ਉਹ 6 ਮਹੀਨੇ ਪਹਿਲਾਂ ਅਗਰ ਤੁਸੀਂ ਕੋਠੀ ਲਿਆ ਕੇ ਦੁਬਾਰਾ ਉੱਥੇ ਵੋਟਾਂ ਲੜਨ ਵਾਸਤੇ ਤੁਸੀਂ ਕੋਠੀ ਲੈ ਕੇ ਇੱਥੇ ਰਹੋ, ਤਾਂ ਇਹ ਤਾਂ ਹਿਸਾਬ ਤੁਹਾਨੂੰ ਦੇਣਾ ਪਏਗਾ ਨਾ ਵੀ ਤੁਸੀਂ MLA ਤੌਰ ਤੇ ਕੀ ਹਿਸਾਬ ਕੀਤਾ ਜੀ। ਸਵਾਲ ਉੱਠ ਰਹੇ ਨੇ ਬਿਲਕੁਲ ਗਲਤ, ਠੀਕ ਹੈ ਮੇਰੇ ਵੀਰ, ਬਿਲਕੁਲ ਗਲਤ ਕਹਿ ਰਹੇ ਨੇ। ਢੀਂਡਸਾ ਸਾਹਿਬ 6 ਮਹੀਨੇ ਪਹਿਲਾਂ ਕੋਠੀ ਲੈ ਕੇ ਨਹੀਂ ਰਹੀ ਹੈ ਤੇ ਬਿਲਕੁਲ ਇੱਥੇ ਹਰ ਇੱਕ ਤੁਸੀਂ ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ, ਤੁਸੀਂ ਪੱਤਰਕਾਰ ਹੋ, ਪਿੰਡ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ।
ਹਰ ਇੱਕ ਜੋ ਪ੍ਰੋਗਰਾਮ ਹੈ ਕਿਸੇ ਨਹੀਂ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ। ਜੇ ਕੋਈ ਜਿਸ ਤਰ੍ਹਾਂ ਦਾ ਵੀ ਕੋਈ ਪ੍ਰੋਗਰਾਮ ਹੋਵੇ, ਗਮੀ ਦਾ ਹੋਵੇ, ਸ਼ਾਦੀ ਦਾ ਹੋਵੇ, ਲੋਕਾਂ ਦੇ ਆਪ ਉਹ ਬਣ ਕੇ ਰਹੇ ਨੇ, ਪਰਿਵਾਰ ਬਣ ਕੇ ਰਹੇ ਨੇ ਪਰਮਿੰਦਰ ਸਾਰੇ ਨਾਲ ਵੱਲੋਂ ਕੀਤਾ ਜਾ ਰਿਹਾ, ਮੁੱਦਾ ਨਹੀਂ ਕੋਈ ਉਠਾਇਆ ਗਿਆ ਉਹਨਾਂ ਵੱਲੋਂ। ਕਿਉਂ ਨਹੀਂ ਉਠਾਇਆ ਗਿਆ? ਜਿੱਥੇ ਵੀ ਕਿਸਾਨੀ ਦਾ ਮੁੱਦਾ, ਕਿਸਾਨੀ ਦੇ ਮੁੱਦੇ ਨਾਲ ਖੜੇ ਨੇ ਢੀਂਡਸਾ ਸਾਹਿਬ, ਠੀਕ ਹੈ ਜੀ। ਫਿਰ ਜੇਕਰ ਜਿਸ ਤਰ੍ਹਾਂ ਦੇ ਵੀ ਜਿੱਥੇ ਇੱਥੇ ਕੋਈ ਆਪਣਾ ਕੋਈ ਪ੍ਰੋਗਰਾਮ ਹੁੰਦਾ ਸੀਗਾ, ਕੋਈ ਧੱਕਾਸ਼ਾਹੀ ਹੁੰਦੀ ਸੀ ਕਿਸਾਨਾਂ ਨਾਲ ਹੋਈ ਜਾਂ ਆਮ ਉਹਨਾਂ ਨਾਲ ਹੋਈ, ਲੋਕਾਂ ਨਾਲ ਹੋਈ, ਮਜ਼ਦੂਰਾਂ ਨਾਲ, ਉਹਦੇ ਢੀਂਡਸਾ ਸਾਹਿਬ ਖੜੇ ਨੇ, ਬਿਲਕੁਲ ਖੜੇ ਨੇ। ਦੇਖੋ ਇਹ ਐਂ ਕਹਿ ਕੇ ਤਾਂ ਵੀਡੀਓ ਦਿਖਾਓ, ਇੱਕ ਵੀਡੀਓ ਵੀ ਦਿਖਾ ਦਾਂਗੇ ਮੈਂ, ਵੀਡੀਓ ਦਿਖਾਉਣ ਦਾ ਕੋਈ ਉਹ ਨਹੀਂ ਹੈਗਾ। ਢੀਂਡਸਾ ਸਾਹਿਬ ਬਿਲਕੁਲ ਲੋਕਾਂ ਦੇ ਆਪ ਉਹ ਬਣ ਕੇ ਰਹੇ ਨੇ, ਪਰਿਵਾਰ ਬਣ ਕੇ ਰਹੇ ਨੇ, ਠੀਕ ਹੈ, ਇਹਦੇ 'ਚ ਕੋਈ ਉਹ ਨਹੀਂ ਹੈਗੀ। ਨਿਰਮਲ ਜੀ ਕਿਵੇਂ ਦੇਖੀਏ ਵੀ 10 ਸਾਲ ਤੁਹਾਡੀ ਸਰਕਾਰ ਰਹੀ ਹੈ, ਹੁਣ ਵਿਕਾਸ ਕਿਹਦਾ ਮੰਨੀਏ? ਕਿਉਂਕਿ ਸਾਫ਼ ਤੌਰ ਤੇ ਕਿ ਹੈ ਵੀ ਕੋਈ ਵਿਕਾਸ ਨਹੀਂ ਹੋਇਆ, ਜਿਵੇਂ ਇਹਨਾਂ ਨੇ ਪੈਸੇ ਦਿੱਤੇ ਗਏ, ਕਿਵੇਂ ਮੰਨਦੇ ਇਸ ਚੀਜ਼ ਨੂੰ? ਜਿਹੜੀ ਤਾਂ ਸਾਡੀ ਗਵਰਨਮੈਂਟ ਦੀ ਗੱਲ ਹੈ, ਸ਼੍ਰੋਮਣੀ ਅਕਾਲੀ ਦਲ ਦੀ, ਬਾਦਲ ਸਾਹਿਬ ਦੀ ਸਰਕਾਰ ਨੇ ਜਿੰਨਾ ਵਿਕਾਸ ਕੀਤਾ ਲਹਿਰੇ ਹਲਕੇ ਦਾ, ਬਾਦਲ ਸਾਹਿਬ ਦੀ ਸਰਕਾਰ ਨੇ ਕੀਤਾ। 462 ਕਰੋੜ ਰੁਪਈਆ ਪਿਛਲੇ 5 ਸਾਲਾਂ ਦੇ ਵਿੱਚ ਲਹਿਰੇ ਹਲਕੇ ਦੇ ਵਿੱਚ ਲਾਇਆ। ਜਿਹੜੇ 3 ਘੱਗਰ ਦੇ ਪੁਲ ਹੈ, ਤਿੰਨੋਂ ਪੁਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਬਾਦਲ ਸਾਹਿਬ ਨੇ ਨੀਂਹ ਪੱਥਰ ਉਹਨਾਂ ਦਾ ਰੱਖਿਆ। ਖਨੌਰੀ ਤੋਂ ਲੈ ਕੇ ਮਕੋਟ ਸਾਹਿਬ ਤੱਕ 22 ਕਿਲੋਮੀਟਰ ਦਾ ਜਿਹੜਾ ਘੱਗਰ ਦਾ ਬੰਨ੍ਹ ਹੈ, ਉਹ ਬਾਦਲ ਸਾਹਿਬ ਨੇ ਨੀਂਹ ਪੱਥਰ ਰੱਖਿਆ, ਬਾਦਲ ਸਾਹਿਬ ਦੀ ਕਾਰਜਕਾਲ ਦੌਰਾਨ ਪੂਰਾ ਹੋਇਆ ਹੈ। ਤੇ ਉਸ ਤੋਂ ਬਾਅਦ ਮਕੋਟ ਸਾਹਿਬ ਤੋਂ ਲੈ ਕੇ ਕੜੈਲ ਤੱਕ ਦਾ ਅੱਗੇ ਹੋਣਾ ਸੀਗਾ, ਉਹ ਅੱਗੇ ਹਰਿਆਣੇ ਸਟੇ ਲੈ ਲਈ ਵੀ ਸਾਰਾ ਪਾਣੀ ਬੰਨ੍ਹ ਕੇ ਤੁਸੀਂ ਸਾਡੇ ਵਾਲੀ ਸਾਈਡ ਛੱਡ ਰਹੇ ਹੋ। ਪਰ ਜਿਵੇਂ ਹੁਣ ਮੁਣਕਦੇ ਕਹਿ ਲਈਏ, ਹਸਪੀਟਲ ਦੀ ਜਿਹੜੀ ਬਿਲਡਿੰਗ ਹੈਗੀ ਆ, ਹਸਪੀਟਲ ਨਵਾਂ ਬਣਾਇਆ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬਣਾਇਆ। ਤਿੰਨੋਂ ਬੱਸ ਸਟੈਂਡ ਹੈ, ਤਿੰਨੋਂ ਬੱਸ ਸਟੈਂਡ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬਣਿਆ। ਗੁਰੂ ਤੇਗ ਬਹਾਦਰ ਮਾਰਗ ਹੈ ਜਿਹੜਾ, ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਣਿਆ। ਜਿੰਨੇ ਖੇਡ ਸਟੇਡੀਅਮ ਬਣੇ ਆ, ਜਿੰਨੇ ਸਕੂਲ ਅਪਗ੍ਰੇਡ ਹੋਏ ਆ, ਜਿੰਨੇ ਆਪਣੇ ਬਿਜਲੀ ਗ੍ਰਿਡ ਬਣੇ ਆ, ਸਬ ਸਟੇਸ਼ਨ ਬਣੇ ਆ, ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਣੇ ਆ, ਬਾਦਲ ਸਾਹਿਬ ਨੇ ਬਣਾਏ ਆ ਸਾਰੇ। ਤੇ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ, ਜਿੱਥੋਂ ਤੱਕ ਆ ਪਿਛਲੇ 5 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਟਿਕਟ ਤੇ ਲੜ ਕੇ ਜਿੱਤ ਕੇ ਗਏ ਆ, ਅਸੀਂ ਉਹਨਾਂ ਨੂੰ ਤੱਕੜੀ ਚੋਣ ਨਿਸ਼ਾਨ ਤੇ ਜਿਤਾ ਕੇ ਭੇਜਿਆ ਸੀ। ਜੇ ਐਡੀ ਗੱਲ ਸੀਗੀ ਵੀ ਐਡੇ ਲੋਕਾਂ ਦੇ ਉਹ ਸੀਗੇ ਵੀ ਲੋਕਾਂ 'ਚ ਉਹਨਾਂ ਦੀ ਗੱਲ ਸੀਗੀ, ਤਾਂ 3 ਸਾਲ ਪਹਿਲਾਂ ਅਸਤੀਫਾ ਦੇ ਕੇ ਇੱਥੋਂ ਚੋਣ ਲੜਦੇ ਦੁਬਾਰਾ ਪਤਾ ਲੱਗ ਜਾਂਦਾ ਕਿੰਨੀ ਗੱਲ ਸੀਗੀ। ਪਰ ਹੁਣ ਜਿਹੜੀਆਂ ਸੁਵਿਧਾਵਾਂ ਨੇ, MLA ਦੀ ਜਿਹੜੀ ਤਨਖਾਹ ਵਗੈਰਾ ਹੈਗੀ ਹੈ, ਜਿਹੜੀਆਂ ਰਾਜ ਸਭਾ ਹੈਗੀ ਹੈ, ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਵਰਤ ਰਹੇ ਆ, ਨਾਲੇ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਨੂੰ ਕੋਸਦੇ ਆ। ਜਿੰਨੇ ਕੰਮ ਹੈਗੇ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਲੈ ਕੇ ਜਾਂ ਗੋਬਿੰਦ ਸਿੰਘ ਲੌਂਗੋਵਾਲ ਜਦੋਂ ਮੰਤਰੀ ਰਹੇ ਆ 1997 ਦੀ ਸਰਕਾਰ 'ਚ, ਸਭ ਤੋਂ ਪਹਿਲਾਂ ਰੈਗੂਲੇਟਰ ਜਿਹੜਾ ਉੱਥੇ ਆਪਣਾ ਚਾਂਦੂ ਤੇ ਥੇੜੀ ਦੇ ਵਿਚਾਲੇ ਲੱਗਿਆ, ਤੇ ਉਹ 1 ਕਰੋੜ ਰੁਪਏ ਦੀ ਲਾਗਤ ਨਾਲ ਲੌਂਗੋਵਾਲ ਸਾਹਿਬ ਨੇ ਲਾਇਆ। ਤਾਂ ਹੁਣ ਵੀ ਅੱਜ ਜਿਹੜੇ ਮੰਨ ਲਓ ਜਿੰਨੇ ਚੌਧਰੀ ਵੈਟ ਦੇ ਲੋਕ ਹੈ ਜਾਂ ਲਹਿਰੇ ਹਲਕੇ ਦੇ ਲੋਕ ਹੈ, ਗੋਬਿੰਦ ਸਿੰਘ ਲੌਂਗੋਵਾਲ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਰੂਪ ਦੇ ਵਿੱਚ ਦੇਖ ਰਹੇ ਆ। ਆਉਣ ਵਾਲਾ ਆਪਦਾ ਨੁਮਾਇੰਦਾ ਚੁਣਨ ਲਈ ਤਿਆਰ ਉਤਾਵਲੇ ਹੋਏ ਬੈਠੇ ਆ। ਗੱਲ ਕਰ ਲਈ ਲਵਜੀ ਜੀ, ਸਵਾਲ ਇਹੀ ਹੈ ਕਿ ਹਲਕੇ ਦਾ ਵਿਕਾਸ ਕਰ ਰਹੇ ਨੇ, ਹਰੇਕ ਪਾਰਟੀ ਕਹਿ ਰਹੀ ਵੀ ਸਾਡੇ ਸਮੇਂ ਵਿਕਾਸ ਹੋਇਆ, ਤੁਸੀਂ ਕਹਿ ਰਹੇ ਹੋ ਸਾਡੇ ਸਮੇਂ ਵਿਕਾਸ ਹੋਇਆ, ਪਰ ਅਹਿਮ ਮੁੱਦੇ ਹਲਕੇ ਦੇ ਉੱਥੇ ਖੜੇ ਨੇ। ਹਸਪੀਟਲਾਂ ਦੀ ਗੱਲ ਕਰ ਲਈਏ, ਐਜੂਕੇਸ਼ਨ ਦੀ ਗੱਲ ਕਰ ਲਈਏ, ਸਭ ਤੋਂ ਵੱਡਾ ਸਿਹਤ ਸਹੂਲਤਾਂ ਜਾਂ ਐਜੂਕੇਸ਼ਨ ਹਲਕੇ ਦੇ ਵਿੱਚ ਬੁਰਾ ਹਾਲ ਹੈ। ਲੋਕਾਂ ਦਾ ਕਹਿਣਾ ਇਹ, ਜਨਤਾ ਦਾ ਕਹਿਣਾ, ਕਿਵੇਂ ਦੇਖਦੇ ਹੋ ਵੀ ਕਿਉਂ ਨਹੀਂ ਇਹਦੇ ਵਿੱਚ ਸੁਧਾਰ ਹੋਇਆ ਹਜੇ ਤੱਕ? ਪਹਿਲੀ ਗੱਲ ਤਾਂ ਮੈਂ ਇਹਨਾਂ ਦੋਨਾਂ ਪਾਰਟੀਆਂ ਦੇ ਵੱਲੋਂ ਜਿਹੜਾ ਸਵਾਲ ਦਿੱਤਾ, ਜਵਾਬ ਦਿੱਤਾ, ਮੈਂ ਉਹਦਾ ਜਵਾਬ ਦੇਣਾ ਚਾਹੂੰਗਾ ਕਿ ਉਹ ਇੱਕ ਕਹਾਵਤ ਹੈ ਪੰਜਾਬੀ ਦੀ, ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਛ। ਕੀਤਾ ਸਾਰਾ ਕੁਝ ਬੀਬੀ ਜੀ ਹਰਾਂ ਨੇ, ਜਦੋਂ ਨੀਂਹ ਪੱਥਰ ਲਾਉਣ ਦਾ ਟਾਈਮ ਆਇਆ ਉਦੋਂ ਸਰਕਾਰ ਬਦਲ ਗਈ। ਸੋ ਇਹ ਗੱਲ ਤਾਂ ਇਹਨੂੰ ਕੋਈ ਸਬੂਤ ਦੀ ਲੋੜ ਨਹੀਂ ਗੀ, ਕਿਉਂਕਿ ਲੋਕਾਂ ਸਾਡੇ 'ਚ ਕੀ ਘਟ ਗਈ, ਅਸੀਂ ਮਤਲਬ ਡੀਪਲੀ ਸਟੱਡੀ ਨਹੀਂ ਕਰ ਪਾਉਂਦੇ, ਨਾ ਕਿ ਲੋਕਾਂ ਦੀ ਉੱਥੋਂ ਤੱਕ ਪਹੁੰਚੇ ਵੀ ਕਿਹਨੇ ਕੀ ਕੀਤਾ, ਠੀਕ ਹੈ। ਔਰ ਦੂਸਰੀ ਗੱਲ, ਜੇ ਅਕਾਲੀ ਦਲ ਮਤਲਬ ਲੱਗਦਾ ਕਿ ਉਹਨੇ ਇੰਨੇ ਕੰਮ ਕੀਤੇ ਆ, ਤਾਂ ਉਹਨੂੰ ਹਲਕੇ ਦੇ ਵਿੱਚੋਂ ਕੋਈ ਬੰਦਾ ਨਹੀਂ ਲੱਭਦਾ, ਉਹਨਾਂ ਨੂੰ ਬਾਹਰੋਂ ਵੀ ਬੰਦੇ ਲੈ ਕੇ ਆਉਣੇ ਪੈਂਦੇ ਆ। ਔਰ ਜੇ ਢੀਂਡਸਾ ਸਾਹਿਬ ਦੀ ਗੱਲ ਕਰਦੇ ਆ, ਤਾਂ ਫਿਰ ਜੇ ਉਹ ਇੰਨੇ ਹੀ ਮਤਲਬ ਆਪਣੇ ਆਪ ਨੂੰ ਸਹੀ ਮੰਨਦੇ ਆ, ਫਿਰ ਉਹਨਾਂ ਨੂੰ ਸਨਾਮ ਕਿਉਂ ਛੱਡਣਾ ਪੈ ਗਿਆ? ਔਰ ਅਸੀਂ ਬੀਬੀ ਜੀ ਦੀ ਦੇਣ ਕਿਵੇਂ ਭੁੱਲ ਸਕਦੇ ਹਾਂ, ਜਿਹੜੇ ਹਾਰ ਕੇ ਵੀ ਇਸ ਹਲਕੇ ਨੂੰ ਛੱਡਣਾ ਨਹੀਂ ਚਾਹੁੰਦੇ, ਜਿੰਨਾ ਵੀ ਉਹਨਾਂ ਨੇ ਕੀਤਾ। ਜੇ ਕਿਉਂਕਿ ਮੈਂ ਕਈ ਵਾਰੀ ਪਰਸਨਲੀ ਤੌਰ ਤੇ ਕਾਫੀ ਟਾਈਮ ਬੀਬੀ ਹਰਾਂ ਨਾਲ ਬੈਠਣ ਦਾ ਮੌਕਾ ਮਿਲਿਆ, ਪਰ ਮੈਂ ਉਹਨਾਂ ਦੀ ਇੱਕੋ ਗੱਲ ਸਬਤ ਕਰਦਾ ਕਿ ਜਰਨਲ ਕੰਮਾਂ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਨਹੀਂਗਾ, ਕਿਉਂਕਿ ਜਰਨਲ ਕੰਮਾਂ ਦੇ ਵਿੱਚ ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ, ਚਾਹੇ ਉਹ ਸੜਕਾਂ ਦੇ ਕੰਮ ਲੈ ਲਈਏ, ਚਾਹੇ ਕਿਉਂਕਿ ਇੱਕ ਹੋਰ ਮੈਂ ਤੁਹਾਨੂੰ ਉਦਾਹਰਨ ਦਊਂਗਾ, ਮੰਡਵੀ ਦੇ ਵਿੱਚ ਪਿਛਲੇ ਅਕਾਲੀ ਸਰਕਾਰ ਸਮੇਂ ਉਹ ਰੇਲ ਕੋਚ ਫੈਕਟਰੀ ਲੈ ਕੇ ਆਏ ਸੀਗੇ। ਜੇ ਬਾਦਲ ਸਾਹਿਬ ਨੇ ਬਾਕੀ ਸਾਰੇ ਕੰਮ ਕੀਤੇ ਆ, ਤਾਂ ਮੰਡਵੀ ਦੇ ਵਿੱਚ ਰੇਲ ਕੋਚ ਫੈਕਟਰੀ ਲੱਗੀ ਕਿਉਂ ਨਹੀਂ? ਉਹ ਕਿਉਂ ਚਲੀ ਗਈ ਬਾਹਰ ਕਿਤੇ ਹੋਰ? ਸੋ ਇਹ ਕਹਿਣ ਦੀਆਂ ਗੱਲਾਂ ਜੀ, ਲੋਕ ਹੌਲੀ ਹੌਲੀ ਅਵੇਅਰ ਹੋ ਰਹੇ ਆ, ਉਹਨਾਂ ਨੂੰ ਪਤਾ ਲੱਗ ਜਾਣਾ ਸੱਚ ਕੀ ਹੈ ਔਰ ਝੂਠ ਕੀ ਹੈ। ਮੇਰਾ ਮੁੱਦਾ ਇਹ ਸੀ ਹਸਪੀਟਲ ਤੇ ਐਜੂਕੇਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਕਮੀ ਹੈ, ਕਿਉਂਕਿ ਲੋਕਾਂ ਨੂੰ ਬਾਹਰ ਦੂਰ ਦਰਾਡੇ ਜਾਣਾ ਪੈਂਦਾ, ਹਰਿਆਣੇ ਦੇ ਵਿੱਚ ਜਾਣਾ ਪੈਂਦਾ, ਪਟਿਆਲੇ ਜਾਣਾ ਪੈਂਦਾ। ਕਿਵੇਂ ਦੇਖਦੇ ਹੋ ਵੀ ਕਿਉਂ ਨਹੀਂ ਹਜੇ ਤੱਕ ਸੁਧਾਰ ਹੋਇਆ? ਕਿਉਂਕਿ 10-15 ਸਾਲ ਦੀ ਸਰਕਾਰਾਂ ਰਹਿ ਗਈਆਂ। ਬਿਲਕੁਲ ਹੋਇਆ ਸੁਧਾਰ, ਕਿਉਂ ਨਹੀਂ ਹੋਇਆ ਜੀ? ਬੀਬੀ ਹਰਾਂ ਨੇ ਹੀਰਾ ਸਿੰਘ ਪੱਠਲ ਕਾਲਜ
ਲਹਿਰੇ ਦੇ ਵਿੱਚ ਲੈ ਕੇ ਆਂਦਾ, ITI ਮੂਨਕ ਲੈ ਕੇ ਆਂਦੀ ਹੈ, ITI ਅੰਦਾਣੇ ਲੈ ਕੇ ਆਂਦੀ ਹੈ। ਕਿਉਂ ਨਹੀਂ ਲੈ ਕੇ ਆਂਦੇ ਜੀ? ਬਿਲਕੁਲ ਸਰਕਾਰੀ ਹਸਪਤਾਲ ਤੇ ਵੀ ਉਹਨਾਂ ਦਾ ਦੇਣ ਹੈ, ਕਿਉਂ ਨਹੀਂ ਹੈਗਾ? ਇਹ ਤਾਂ ਪੱਕੇ ਬਕਾਇਆ ਕੋਈ ਖਾਣ ਵਾਲਾ ਹੋਰ ਆ ਜਾਂਦਾ ਸੋ ਕਹਿੰਦਾ। ਪਰ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਕਿਉਂ ਨਹੀਂ ਵਿਕਾਸ ਹੋਇਆ, ਜਿਹੜੀਆਂ ਸਹੂਲਤਾਂ ਨੇ ਉਹ ਕੈਪਟਨ ਸਾਹਿਬ ਦਾ ਵੀ ਬੀਬੀ ਜੀ ਹਰਾਂ ਦੇ ਨਾਲ ਪੱਖਪਾਤ ਹੀ ਰਿਹਾ। ਅੱਜ ਜਿਹੜੇ 4 ਸਾਲ ਲੰਘ ਗਏ ਉਹਨਾਂ ਨੇ ਮਤਲਬ ਲਿਆ ਹੀ ਨਹੀਂਗਾ, ਉਹਨਾਂ ਨੇ ਮਤਲਬ ਕੀਤਾ ਹੀ ਨਹੀਂਗਾ ਕੁਛ, ਕਿਉਂਕਿ ਬੀਬੀ ਜੀ ਹਰਾਂ ਨੂੰ ਉਹਨਾਂ ਨੇ ਡਾਊਨ ਹੀ ਕਰਕੇ ਰੱਖਿਆ, ਕਿਉਂਕਿ ਉਹ ਗੱਲ ਹੱਕ ਦੀ ਕਰਦੇ ਆ। ਸੋ ਇਸ ਗੱਲ ਦੇ ਵਿੱਚ ਕਮੀ ਜ਼ਰੂਰ ਰਹੀ ਹੈ, ਪਰ ਉਹਦਾ ਜਿਹੜਾ ਸਿਹਰਾ ਇਹ ਮੰਗਦੇ ਆ ਉਹ ਬਣਦਾ ਨਹੀਂਗਾ। ਹੈਲਥ ਤੇ ਜਵਾਬ ਲੈ ਲਓ। ਹਾਂ ਵੀਰ ਜੀ ਗੱਲ ਕਰ ਲੈਣਾ, ਦੋਨੋਂ ਪਾਰਟੀ ਕਹਿ ਰਹੇ ਨੇ ਵੀ ਵਿਕਾਸ ਸਾਡੇ ਟਾਈਮ ਹੋਇਆ, ਸਾਡੇ ਉਦਘਾਟਨ ਰਹਿ ਗਏ ਸੀ। ਕਿਵੇਂ ਦੇਖਦੇ ਹੋ ਵੀ ਬੜੀ ਸਮੱਸਿਆ ਹਲਕੇ ਲਈ? ਹੈਲਥ ਦੀ ਗੱਲ ਕਰ ਲਈਏ, ਐਜੂਕੇਸ਼ਨ ਦੀ ਸਭ ਤੋਂ ਵੱਡੀ, ਕਿਉਂਕਿ ਦੂਰ ਦਰਾਡੇ ਜਿਹੜੇ ਕਾਲਜਾਂ ਦੇ ਵਿੱਚ ਜਾਣਾ ਪੈਂਦਾ ਜਾਂ ਬਿਮਾਰ ਹੋ ਜੇ ਪਟਿਆਲਾ ਚੰਡੀਗੜ੍ਹ ਉੱਥੇ ਜਾਣਾ ਪੈਂਦਾ, ਇਸ ਨੂੰ ਕਿਵੇਂ ਦੇਖਦੇ ਹੋ? ਬੜੀ ਦੁਰਭਾਗੇ ਵਾਲੀ ਗੱਲ ਹੈ ਕਿ ਵੀਰ ਜੀ ਨੇ ਕਿਹਾ ਕਿ ਉੱਥੇ ਬਾਬਾ ਹੀਰਾ ਸਿੰਘ ਭੱਠਲ ਦੇ ਨਾਮ ਤੇ ਤਕਨੀਕੀ ਜਿਹਦੇ ਮੁਲਾਜ਼ਮ 31 ਮਹੀਨਿਆਂ ਤੋਂ ਸੈਲਰੀ ਲਈ ਬੈਠੇ ਆ। ਹੈਰਾਨਗੀ ਲਈ ਗੱਲ ਹੈ ਕਿ ਉਹੋ ਇੱਕ ਇੰਸਟੀਟਿਊਸ਼ਨ ਤੁਸੀਂ ਖੜਾ ਕਰਿਆ, ਉਹਨੂੰ ਮੇਨਟੇਨ ਨਹੀਂ ਕਰ ਪਾ ਰਹੇ ਤੁਸੀਂ ਆਪਣੇ ਆਪ। ਤੁਸੀਂ ਇੱਕ ਬਿਲਡਿੰਗ ਬਣਾਈ ਨਾ, ਉੱਥੇ ਕੋਈ ਟ੍ਰੇਡ ਲੈ ਕੇ ਆਏ, ਉਹ 31 ਮਹੀਨਿਆਂ ਤੋਂ ਵਿਚਾਰੇ ਮੁਲਾਜ਼ਮ ਬੈਠੇ ਆ, ਤੁਸੀਂ ਉਹਨਾਂ ਦਾ ਕੋਈ ਕਦੇ ਸਾਰ ਲੈਂਦੇ ਹੋ? ਕਦੇ ਬੀਬੀ ਜੀ ਉਹਨਾਂ ਕੋਲ ਗਏ? ਇਹ ਆਪਣੇ ਆਪ ਗੱਲਾਂ ਦੇ ਵਿੱਚ ਜਿਹੜਾ ਹੁਣ ਮੂਨਕ ਦਾ ਹਸਪਤਾਲ ਹੈ, ਦੇਖੋ ਮੈਂ ਜ਼ਿਆਦਾ ਮੂਨਕ ਦੇ ਹਸਪਤਾਲ ਦੇ ਵਿੱਚ ਮੇਰਾ ਕੋਰੋਨਾ ਦੌਰਾਨ ਵੀ ਬਹੁਤ ਜਾਣਾ ਰਿਹਾ। ਮੂਨਕ ਦੇ ਹਸਪਤਾਲ ਦੇ ਵਿੱਚ ਇੱਕ ਚਿੱਟਾ ਹਾਥੀ ਹੈ ਸਰ, ਰੈਫਰੈਂਸ ਸੈਂਟਰ ਹੈ, ਚਾਹੇ ਅਕਾਲੀ ਦਲ ਦੀ ਗਵਰਨਮੈਂਟ ਰਹੀ ਹੋਵੇ ਚਾਹੇ ਕਾਂਗਰਸ ਦੀ ਗਵਰਨਮੈਂਟ ਰਹੀ ਹੋਵੇ। ਇੱਥੇ ਕੋਈ ਵੀ ਐਕਸੀਡੈਂਟ ਹੁੰਦਾ ਤਾਂ ਇਮੀਡੀਏਟਲੀ ਪਹਿਲਾ ਐਕਸ਼ਨ ਹੁੰਦਾ ਉਰੇ ਕੀ ਹੈ, ਟੋਹਾਣੇ ਲੈ ਜਾਓ। ਤਾਂ ਇੱਥੋਂ ਰੈਫਰ ਸੈਂਟਰ ਕਰਕੇ ਮੈਨੂੰ ਬੜਾ ਰੋਣਾ ਆਉਂਦਾ ਹੈ ਇਹਨਾਂ ਸਰਕਾਰਾਂ ਦੇ ਉੱਪਰ ਕਿ BP ਤੱਕ ਦੀਆਂ ਮਸ਼ੀਨਾਂ ਅਸੀਂ ਪ੍ਰੋਵਾਈਡ ਕਰਾਈਆਂ। ਇੱਕ ਦੀ ਐਂਬੂਲੈਂਸ ਖੜੀ ਸੀ ਉੱਥੇ, ਉਹਦੇ ਵਿੱਚ ਟਾਇਰ ਨਹੀਂ ਸੀ, ਤਾਂ ਅਸੀਂ ਜਦੋਂ ਕਿਹਾ ਕਹਿੰਦੇ ਅਸੀਂ ਬਹੁਤ ਵਾਰ ਲਿਖ ਚੁੱਕੇ ਐਂਬੂਲੈਂਸ ਦੇ ਟਾਇਰ ਨਹੀਂ ਆ, ਤਾਂ ਅਸੀਂ ਲੋਕਾਂ ਨੇ, ਸਮਾਜ ਸੇਵੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਉਹਦੇ ਵਿੱਚ ਟਾਇਰ ਪਵਾਏ। ਹੈਰਾਨਗੀ ਵਾਲੀ ਗੱਲ ਹੈ। ਵੈਕਸੀਨੇਸ਼ਨ ਦਾ ਗੱਲ ਸੁਣ ਲਓ, ਵੈਕਸੀਨੇਸ਼ਨ ਦੇ ਪਿੱਛੇ ਇਹਨਾਂ ਕੋਲ ਸਰਿੰਜਾਂ ਨਹੀਂ ਸੀ, ਤਾਂ 4400 ਰੁਪਏ ਮੈਂ ਖੁਦ ਆਪਣੀ ਜੇਬ ਦੇ ਵਿੱਚੋਂ ਪਾ ਕੇ ਉਹਨਾਂ ਨੂੰ ਸਰਿੰਜਾਂ ਮੁਹੱਈਆ ਕਰਵਾਈਆਂ। ਇਹ ਸਰਕਾਰੀ ਤੰਤਰ ਦਾ ਹਾਲ ਹੈ। ਜੋ ਸਕੂਲਾਂ ਦੀ ਗੱਲ ਕਰਦੇ, ਸਰਕਾਰੀ ਸਕੂਲਾਂ ਦੀ ਗੱਲ ਕਰਦੇ ਆ, ਮੈਂ ਧੰਨਵਾਦ ਕਰਦਾ ਸ਼੍ਰੀ ਹੰਸਰਾਜ ਟਰਸਟ ਦੇ RK ਗਰਗ ਦਾ, ਜਿਨ੍ਹਾਂ ਕਰਕੇ ਮੂਨਕ ਦੇ ਸਕੂਲ ਅੱਜ ਨਾਮ ਹੈ, ਬਿਲਡਿੰਗ ਦੇ ਵਿੱਚ ਨਾਮ ਹੈ, ਐਜੂਕੇਸ਼ਨ ਦੇ ਵਿੱਚ ਕੰਮ ਕਰਿਆ। ਪਰ ਸਰਕਾਰਾਂ ਇਸ ਪੱਕੀ ਐਜੂਕੇਸ਼ਨ ਤੇ ਹੈਲਥ ਦੇ ਪੱਕੀ ਬਹੁਤ ਹੀ ਨਾਕਾਮ ਰਹੀਆਂ ਨੇ। ਜਦੋਂ ਮੀਂਹ ਆਉਂਦਾ ਹੈ, ਤੁਹਾਡੇ ਸਾਡੇ ਹਲਕਾ ਇੰਚਾਰਜ ਵੀਰ ਕੁਦਨੀ ਨੇ ਦਿਖਾਇਆ ਕਿ ਮੀਂਹ ਜਦੋਂ ਆਉਂਦਾ ਹੈ ਕਲਾਸਾਂ ਕੀ ਪਾਣੀ ਦੇ ਢੇਰ ਬਣ ਜਾਂਦੇ ਆ। ਹੈਰਾਨ ਹੈ ਕਿ ਕਿਸ ਵਿਕਾਸ ਦੀ ਗੱਲਾਂ ਕਰ ਰਹੇ ਹੈ। ਹਾਂਜੀ ਨਿਰਮਲ ਜੀ, ਗੱਲਬਾਤ ਕਰਨੀ ਚਾਹਾਂਗੇ। ਕਿਹਾ ਜਾ ਰਿਹਾ ਵੀ ਸਰਕਾਰ ਇਹਨਾਂ ਦੀ ਚਲੀ ਗਈ ਸੀ, ਤੁਹਾਨੂੰ ਨੀਂਹ ਪੱਥਰ ਰੱਖੇ ਨੇ ਆ ਕੇ ਵੀ ਵਿਕਾਸ ਇਹਨਾਂ ਨੇ ਕੀਤਾ, ਇਸ ਨੂੰ ਕਿਵੇਂ? ਨਹੀਂ, ਪੁੱਛ ਲਓ ਬੱਬੀ ਜੀ ਨੂੰ, ਪੁੱਛ ਲਓ ਵੀ 2010 ਦੇ ਵਿੱਚ ਨੀਂਹ ਪੱਥਰ ਰੱਖ ਕੇ ਅਸੀਂ ਉਹ ਪੂਰਾ ਕੀਤਾ ਜਿਹੜਾ ਜਿਨ੍ਹਾਂ ਦੀ ਇਹ ਗੱਲ ਕਰਦੇ ਆ, ਜਿਹੜੇ ਸਾਰੇ ਪ੍ਰੋਜੈਕਟ ਹੈਗੇ ਆ। ਹੁਣ ਸਰਕਾਰ ਤਾਂ ਸਾਡੀ 2007 ਦੇ ਵਿੱਚ ਆ ਜਾਂਦੀ ਹੈ, 2010 ਦੇ ਵਿੱਚ ਅਸੀਂ ਨੀਂਹ ਪੱਥਰ ਰੱਖਦੇ, ਉਸ ਤੋਂ ਬਾਅਦ ਪ੍ਰੋਜੈਕਟ ਕੰਪਲੀਟ ਹੁੰਦੇ ਆ 2017 ਤੱਕ। ਹੁਣ ਇਹ ਤਾਂ ਹੈ ਨਹੀਂ ਵੀ ਰਾਤੋਂ ਰਾਤ ਅਸੀਂ ਨੀਂਹ ਪੱਥਰ ਰੱਖਿਆ ਤੇ ਕੰਮ ਹੋ ਗਿਆ, ਇਹ ਤਾਂ ਹੁੰਦਾ ਨਹੀਂ। ਪਰ ਠੀਕ ਹੈ, ਬੱਬੀ ਜੀ ਕਹਿੰਦੇ ਹੁਣ ਵੱਖਰੀ ਗੱਲ ਹੈ, ਪਰ ਜਿਹੜਾ ਹੈਲਥ ਦਾ ਸਿਸਟਮ ਹੈ, ਹੁਣ ਅਸੀਂ ਬਿਲਡਿੰਗ ਬਣਾਈ, ਕਿੱਡੀ ਵੱਡੀ ਬਿਲਡਿੰਗ, ਕਰੋੜਾਂ ਰੁਪਏ ਲਾ ਕੇ ਬਣਾਈ, ਉੱਥੇ ਸਾਰੇ ਇਕਵਿਪਮੈਂਟ ਪੂਰੇ ਕੀਤੇ, ਡਾਕਟਰਾਂ ਦੀ ਉਸ ਵੇਲੇ ਸਾਰੀ ਪੂਰੀ ਘਾਟ ਕੀਤੀ। ਪਰ ਹੁਣ ਜੇ ਡਾਕਟਰ ਤਾਂ ਮੌਜੂਦਾ ਸਰਕਾਰ ਨੇ ਪੂਰੇ ਕਰਨੇ ਨਾ, ਹੁਣ ਜੇ ਡਾਕਟਰਾਂ ਦੀ ਘਾਟ ਹੈ ਤਾਂ ਹੁਣ ਅੱਜ ਤਾਂ ਅਸੀਂ ਨਹੀਂ ਪੂਰੇ ਕਰਨੇ। 5 ਸਾਲ ਇਹਨਾਂ ਦੀ ਸਰਕਾਰ ਸੀ, 10 ਸਾਲ ਤਾਂ ਤੁਹਾਡੀ ਸਰਕਾਰ ਸੀ, ਉਸ ਟਾਈਮ ਕਿਉਂ ਇੰਨਾ ਬੁਰਾ ਹਾਲ ਸੀ? ਕਿਉਂਕਿ ਪਿੱਛੇ ਫਾਈਨੈਂਸ ਮਿਨਿਸਟਰ ਰਹੇ ਨੇ ਪਰਮਿੰਦਰ ਢੀਂਡਸਾ, ਉਸ ਟਾਈਮ ਵੀ ਬੜਾ ਬੁਰਾ ਹਾਲ ਸੀ ਹਸਪੀਟਲ ਦਾ। 10 ਸਾਲ ਦੀ ਸਰਕਾਰ 'ਚ ਤਾਂ ਨਹੀਂ। ਇਹ ਤਾਂ ਥੋੜੇ ਦੇਖਣ ਦੀ ਗੱਲ ਹੈ ਨਾ ਵੀ ਬਿਲਡਿੰਗ ਕਿਹਨੇ ਬਣਾਈ ਹੈ, ਹਸਪੀਟਲ ਕਿਹਨੇ ਤਿਆਰ ਕੀਤਾ, ਕਿਹਦੀ ਸਰਕਾਰ ਨੇ ਤਿਆਰ ਕੀਤਾ? ਤੁਹਾਨੂੰ ਵੀ ਪਤਾ ਹੈ ਗਗਨ ਜੀ, ਤੁਸੀਂ ਵੀ ਇੱਥੋਂ ਦੀ ਹੋ, ਤੁਸੀਂ ਕਿਹੜਾ ਬਾਹਰੋਂ। ਤੇ ਕਿਹਨੇ ਤਿਆਰ ਕੀਤਾ? ਸਾਡੀ ਸਰਕਾਰ ਨੇ, ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ ਤਿਆਰ ਕੀਤਾ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸੀਗੇ ਇੱਥੇ ਜਦੋਂ ਉਹਦਾ ਨੀਂਹ ਪੱਥਰ ਟਿਕਿਆ, ਤੇ ਉਸ ਤੋਂ ਬਾਅਦ ਬਿਲਡਿੰਗ ਤਿਆਰ ਹੋ ਕੇ ਤੇ ਅੱਜ ਉਹ ਲੋਕਾਂ ਨੂੰ ਸੇਵਾਵਾਂ ਦੇ ਰਹੀ ਹੈ। ਪਰ ਠੀਕ ਹੈ ਵੀ ਡਾਕਟਰਾਂ ਦੀ ਘਾਟ ਹੈ, ਡਾਕਟਰਾਂ ਦੀ ਘਾਟ ਤਾਂ ਮੌਜੂਦਾ ਸਰਕਾਰ ਨੇ ਪੂਰੀ ਕਰਨੀ, ਅਸੀਂ ਤਾਂ ਨਹੀਂ ਪੂਰੀ ਕਰਨੀ। ਅੱਜ ਐਜੂਕੇਸ਼ਨ ਨੂੰ ਲੈ ਕੇ ਗੱਲ ਕਰ ਲਈ, ਤੁਹਾਡੀ ਵੀ ਸਰਕਾਰ ਰਹੀ ਹੈ 10 ਸਾਲ, ਕਿਉਂ ਨਹੀਂ ਗੌਰ ਕੀਤੀ ਗਈ ਉਸ ਟਾਈਮ ਵੀ ਕੋਈ ਕਾਲਜ ਲਿਆਂਦਾ ਜਾਵੇ ਜਾਂ ਯੂਨੀਵਰਸਿਟੀ ਲਿਆਂਦੀ ਜਾਵੇ? ਹਲਕੇ ਦੇ ਵਿੱਚ ਰੁਜ਼ਗਾਰ ਨੂੰ ਲੈ ਕੇ ਬੜਾ ਬੁਰਾ ਹਾਲ ਹੈ, ਕੋਈ ਇੰਡਸਟਰੀ ਲਿਆਂਦੀ ਜਾਵੇ। ਕੀ ਕਾਰਨ ਸੀ? ਫਾਈਨਾਂਸ ਮਿਨਿਸਟਰ ਜੀ ਉਸ ਟਾਈਮ ਤੁਹਾਡੀ ਪਾਰਟੀ ਦੇ ਸੀ, ਕੀ ਕਾਰਨ ਸੀ? ਯੂਨੀਵਰਸਿਟੀ ਕਾਲਜ ਅਸੀਂ, ਸਾਡੀ ਸਰਕਾਰ ਨੇ, KGS ਚੀਮਾ ਸਾਹਿਬ ਨੇ ਆਹ ਬਿਲਡਿੰਗ ਤਿਆਰ ਕਰਕੇ ਸਾਰੀ ਮੰਨ ਲਓ ਮੁਣਕ ਦੇ ਵਿੱਚ ਦਿੱਤੀ ਹੈ। ਤੇ ਬਾਦਲ ਸਾਹਿਬ ਆਏ ਸੀ, ਨੀਂਹ ਪੱਥਰ ਰੱਖਿਆ ਉਦੋਂ, KGS ਚੀਮਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਆ ਬੱਸ ਸਟੈਂਡ ਬਣਿਆ, ਜਿੰਨੇ ਡਿਵੈਲਪਮੈਂਟ ਹੋਇਆ, ਸਟੇਡੀਅਮ ਬਣਿਆ, ਤਾਂ ਕਿਹਨੇ? ਸਾਡੀ ਸਰਕਾਰ ਨੇ ਕੀਤਾ। ਤੇ ਜਿੰਨੇ ਵੀ ਕੰਮ ਹੋਇਆ ਵਿਕਾਸ ਦੇ, ਜਾਂ ਜਿਹੜੇ ਦੋਨੋਂ ਸਕੂਲ ਹੈ, ਲੜਕੀਆਂ ਵਾਲਾ ਜਾਂ ਲੜਕਿਆਂ ਵਾਲਾ, ਉੱਥੇ ਕਿੰਨੇ ਕਰੋੜ। ਕਹਿੰਦੇ ਸਵਾਲ ਇਹੀ ਹੈ, ਫਾਈਨਾਂਸ ਮਿਨਿਸਟਰ ਰਹੇ ਨੇ 5 ਸਾਲ, ਜਦੋਂ ਇੱਥੇ ਹਲਕੇ ਦੇ ਵਿੱਚ ਆਏ ਨੇ, ਕਿਉਂ ਨਹੀਂ ਗੌਰ ਕੀਤੀ ਗਈ? ਚਾਹੇ ਹਸਪੀਟਲ ਦੇ ਮੁੱਦੇ ਨੂੰ ਲੈ ਕੇ, ਚਾਹੇ ਕਹਿ ਦਈਏ ਵੀ ਐਜੂਕੇਸ਼ਨ ਨੂੰ ਲੈ ਕੇ ਜਾਂ ਰੁਜ਼ਗਾਰ ਨੂੰ ਲੈ ਕੇ, ਕਿਉਂਕਿ ਹਲਕੇ ਦੇ ਵਿੱਚ ਰੁਜ਼ਗਾਰ ਦੀ ਬਹੁਤ ਕਮੀ ਹੈ, ਐਜੂਕੇਸ਼ਨ ਨੂੰ ਲੈ ਕੇ ਬੱਚਿਆਂ ਨੂੰ ਬਾਹਰ ਜਾਣਾ ਪੈਂਦਾ। ਕਿਉਂ ਫਿਰ ਸਰਕਾਰਾਂ ਵਾਅਦੇ ਕਰਦੀਆਂ ਨੇ ਉਸ ਟਾਈਮ ਵੀ ਅਸੀਂ ਵਾਅਦੇ ਪੂਰੇ ਕਰਾਂਗੇ? ਦੇਖੋ, ਮੈਂ ਇੱਕ ਗੱਲ ਕਹਿਣਾ ਚਾਹਾਂਗਾ ਮੇਰੇ ਦੋਵਾਂ ਵੀਰ ਨੂੰ, ਉਹ ਕ੍ਰੈਡਿਟ ਲੈਣਾ ਚਾਹੁੰਦੇ ਨੇ। ਅਕਾਲੀ ਦਲ ਕ੍ਰੈਡਿਟ ਲੈਣਾ ਚਾਹੁੰਦਾ ਹੈ ਢੀਂਡਸਾ ਸਾਹਿਬ ਦੇ ਕਰੇ ਹੋਏ ਕੰਮਾਂ ਦਾ, ਬੀਬੀ ਜੀ ਕ੍ਰੈਡਿਟ ਲੈਣਾ ਚਾਹੁੰਦੇ ਨੇ, ਉਹ ਲੈ ਸਕਦੇ ਨੇ ਕ੍ਰੈਡਿਟ, ਕੋਈ ਗੱਲ ਨਹੀਂ, ਠੀਕ ਹੈ। ਅਕਾਲੀ ਦੇ ਹਲਕੇ ਦੇ ਕੰਮ ਤਾਂ ਹੋਏ ਨੇ, ਹਲਕੇ ਦੇ ਕੰਮ ਕਿਹਨੇ ਕੀਤੇ ਨੇ? ਢੀਂਡਸਾ ਸਾਹਿਬ ਦੀ ਰਹਿਨੁਮਾਈ 'ਚ ਹੋਏ ਨੇ, ਚਾਹੇ ਕਾਲਜ ਬਣੇ ਨੇ ਇੱਥੇ, ਠੀਕ ਹੈ ਜੀ, ਚਾਹੇ ਹਸਪੀਟਲ ਬਣੇ ਨੇ,
ਚਾਹੇ ਸਕੂਲਾਂ ਦਾ ਕੰਮ ਹੋਇਆ ਹੈ, ਠੀਕ ਹੈ, ਚਾਹੇ ਸੀਵਰੇਜ ਦਾ ਮੂਣਕ ਦੇ ਵਿੱਚ ਕੰਮ ਹੋਇਆ ਹੈ, ਠੀਕ ਹੈ, ਜਿਹੜੇ ਵੀ ਸਾਰੇ ਕੰਮ ਹੋਏ ਨੇ ਉਹ ਹੋਏ ਤਾਂ ਢੀਂਡਸਾ ਸਾਹਿਬ ਦੀ ਰਹਿਨੁਮਾਈ 'ਚ ਨੇ। ਜੇਕਰ ਢੀਂਡਸਾ ਸਾਹਿਬ ਦੀ ਰਹਿਨੁਮਾਈ ਨਾ ਹੁੰਦੀ ਤਾਂ ਉਹ ਕੰਮ ਨਹੀਂ ਹੋ ਸਕਦੇ ਸੀਗੇ। ਇਹ ਸਾਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ, ਠੀਕ ਹੈ। ਤੇ ਜੇ ਕ੍ਰੈਡਿਟ ਲੈਣਾ ਚਾਹੁੰਦਾ ਹੈ ਅਕਾਲੀ ਦਲ ਤਾਂ ਲੈ ਲੇ, ਕੋਈ ਗੱਲ ਨਹੀਂ, ਉਹਦੇ 'ਚ ਕੋਈ ਉਹ ਨਹੀਂ, ਸਾਨੂੰ ਪ੍ਰੋਬਲਮ ਨਹੀਂ ਹੈਗੀ, ਠੀਕ ਹੈ। ਪਰ ਢੀਂਡਸਾ ਸਾਹਿਬ ਦੀ ਰਹਿਨੁਮਾਈ ਤੋਂ ਬਿਨਾਂ, ਕਿਉਂਕਿ ਉਹ ਖਜ਼ਾਨਾ ਮੰਤਰੀ ਢੀਂਡਸਾ ਸਾਹਿਬ ਸੀਗੇ, ਉਹਨਾਂ ਨੇ ਇੱਥੇ ਆਪ ਮਤਲਬ ਕਿ ਆਪ ਜੱਜ ਕੇ ਕੰਮ ਕੀਤਾ ਇੱਥੇ। ਸਵਾਲ ਹੀ ਉਹੀ ਕਰ ਰਿਹਾ ਨਾ ਮੈਂ ਵੀ, ਕਿਉਂ ਕਮੀ ਰਹਿ ਜਾਂਦੀ ਹੈ ਜਦੋਂ ਮੌਜੂਦਾ ਮੰਤਰੀ ਹੁਣ ਵੀ ਹਲਕੇ ਦੇ ਵਿੱਚ ਹਸਪੀਟਲਾਂ ਦੇ ਵਿੱਚ ਹੈ, ਸਭ ਤੋਂ ਜ਼ਰੂਰੀ ਆਪਾਂ ਨੂੰ ਹੈਲਥ ਹੁੰਦੀ ਹੈ ਜਾਂ ਐਜੂਕੇਸ਼ਨ ਹੁੰਦੀ, ਕਿਉਂ ਕਮੀ ਰਹਿ ਜਾਂਦੀ? ਦੇਖੋ, ਜਦੋਂ ਢੀਂਡਸਾ ਸਾਹਿਬ ਹੈਗੇ ਸੀਗੇ ਇੱਥੇ ਮੰਤਰੀ ਸੀਗੇ, ਉਹਨਾਂ ਨੇ ਕੰਮ ਕੀਤੇ ਨੇ, ਸਰਕਾਰ ਸੀਗੀ। ਬਟ ਹੁਣ ਜੇ ਕਾਂਗਰਸ ਦੀ ਸਰਕਾਰ ਹੈ, ਪਹਿਲਾਂ ਕੈਪਟਨ ਸਾਹਿਬ ਦੀ ਰਹੀ ਹੈ, ਹੁਣ ਚੰਨੀ ਸਾਹਿਬ ਦੀ ਰਹੀ ਹੈ, ਠੀਕ ਹੈ, ਤੇ ਬੀਬੀ ਜੀ ਇੱਥੇ, ਬੀਬੀ ਜੀ ਦਾ ਸਾਰਾ ਇੱਥੇ ਕਬਜ਼ਾ ਰਿਹਾ ਇੱਥੇ ਸਾਰੇ ਪ੍ਰਸ਼ਾਸਨ ਦੇ ਉੱਤੇ, ਤੇ ਕੰਮ ਤਾਂ ਬੀਬੀ ਜੀ ਨੇ ਕਰਾਉਣਾ ਸੀ ਨਾ। ਹੁਣ ਢੀਂਡਸਾ ਸਾਹਿਬ ਦਾ ਇਹਦਾ ਕਿਵੇਂ ਦੋਸ਼ ਕੱਢ ਸਕਦੇ ਹਾਂ ਅਸੀਂ? ਤੁਸੀਂ ਦੱਸੋ ਮੈਨੂੰ। ਜਿੰਨਾ ਢੀਂਡਸਾ ਸਾਹਿਬ ਆਪਣੇ ਵੱਲੋਂ ਕਰ ਸਕਦੇ ਸੀ ਉਹਨਾਂ ਨੇ ਬਿਲਕੁਲ ਕੀਤਾ ਹੈ, ਠੀਕ ਹੈ। ਇਹਦੇ ਵਿੱਚ ਢੀਂਡਸਾ ਸਾਹਿਬ ਦਾ ਦੋਸ਼ ਨਹੀਂ ਕੱਢਿਆ ਜਾ ਸਕਦਾ। ਹੁਣ ਜੇ ਆਮ ਆਦਮੀ ਪਾਰਟੀ, ਠੀਕ ਹੈ, ਆਮ ਆਦਮੀ ਪਾਰਟੀ ਢੀਂਡਸਾ ਸਾਹਿਬ 'ਤੇ ਦੋਸ਼ ਲਾਵੇ ਤਾਂ ਮੈਨੂੰ ਨਹੀਂ ਲੱਗਦਾ ਆਮ ਆਦਮੀ, ਜੇਕਰ ਰੀਅਲ ਆਮ ਆਦਮੀ ਹੈ ਤਾਂ ਉਹ ਢੀਂਡਸਾ ਸਾਹਿਬ ਨਾ ਆਮ ਆਦਮੀ, ਕਿਉਂਕਿ ਉਹ ਲੋਕਾਂ ਦੀ ਆਵਾਜ਼ ਸੁਣਦੇ ਨੇ। ਜੀ ਗੱਲ ਕਰ ਲਈਏ, ਸਭ ਤੋਂ ਵੱਡੀ ਗੱਲ ਹੈ ਅਕਾਲੀ ਦਲ ਕਹਿ ਰਿਹਾ ਕਾਂਗਰਸ ਨੇ ਨਹੀਂ ਕੀਤਾ, ਉਹਨਾਂ ਨੇ ਨਹੀਂ ਪੂਰੇ ਕੀਤੇ। ਸਟਾਫ ਪਰਮਿੰਦਰ ਢੀਂਡਸਾ ਫਾਈਨਾਂਸ ਮਿਨਿਸਟਰ ਸੀ ਮੌਜੂਦਾ, ਕਮੀ ਕਿੱਥੇ ਮੰਨਦੇ ਹੋ ਵੀ ਕਿਉਂ ਨਹੀਂ ਰੁਜ਼ਗਾਰ ਦੀ ਕੋਈ ਇੰਡਸਟਰੀ ਆਈ ਜਾਂ ਕੋਈ ਕਾਲਜ ਨਹੀਂ ਬਣਿਆ? ਕਹਿ ਦਈਏ ਹੈਲਥ ਦਾ ਬੜਾ ਬੁਰਾ ਹਾਲ ਪਤੀ ਲੱਗ ਰਿਹਾ ਆਪਾਂ ਨੂੰ, ਕਿਉਂ ਨਹੀਂ ਹੱਲ ਹੋਏ ਮਸਲੇ? 10 ਸਾਲ ਸਰਕਾਰ ਸੀ, 5 ਸਾਲਾਂ ਨੂੰ ਕਾਂਗਰਸ ਦੀ, ਕਿਉਂ ਮੰਨਦੇ ਹੋ? ਪਹਿਲਾਂ ਤਾਂ ਮੈਂ ਤੁਹਾਨੂੰ ਇਸ ਚੈਨਲ ਨੂੰ ਵਧਾਈ ਦਿੰਦਾ ਕਿ ਬਹਿਸ ਦੇ ਮੁੱਦਿਆਂ ਦੇ ਵਿੱਚ ਐਜੂਕੇਸ਼ਨ ਤੇ ਹੈਲਥ ਆਉਣ ਲੱਗੀ। ਇਹ ਦੇਣ ਅਰਵਿੰਦ ਕੇਜਰੀਵਾਲ ਦੀ ਹੈ, ਇਹ ਜ਼ਿਆਦਾਤਰ ਭਗਵੰਤ ਮਾਨ ਦੀ ਹੈ, ਜੋ ਐਜੂਕੇਸ਼ਨ ਦੇ ਉੱਪਰ ਲੜ ਰਿਹਾ, ਜੋ ਹੈਲਥ ਦੇ ਉੱਪਰ ਲੜ ਰਿਹਾ। ਸਦਾ ਪਰਮਿੰਦਰ ਢੀਂਡਸਾ ਜੀ ਦੀ ਗੱਲ ਇਹ ਕਰ ਰਹੇ ਆ, ਬਾਰ-ਬਾਰ ਕਰ ਰਹੇ ਆ। ਮੈਂ ਇਹਨਾਂ ਨੂੰ ਯਾਦ ਕਰਵਾਉਣਾ ਚਾਹੂੰਗਾ, ਉਹਨਾਂ ਦੇ ਪਿਤਾ ਜੀ ਦੇਸ਼ ਦੇ ਸਪੋਰਟਸ ਮਿਨਿਸਟਰ ਹੈ, ਕੈਬਨਿਟ ਸਪੋਰਟਸ ਮਿਨਿਸਟਰ, ਦੇਸ਼ ਦਾ ਕੈਬਨਿਟ ਸਪੋਰਟਸ ਮਿਨਿਸਟਰ ਹੋਵੇ ਤੇ ਆਪਣੇ ਹਲਕੇ ਦੇ ਇੱਕ ਸਟੇਡੀਅਮ ਨਾ ਬਣਾ ਸਕਦਾ ਹੋਵੇ ਤਾਂ ਬਹੁਤ ਮਾੜੀ ਗੱਲ ਹੈ। ਜਿਹੜਾ ਸਟੇਡੀਅਮ ਹੁਣ ਇਹਨਾਂ ਨੇ ਪੰਜਾਬ ਸਰਕਾਰ 'ਚ ਪਰਮਿੰਦਰ ਢੀਂਡਸਾ ਜੀ ਨੇ ਬਣਾਇਆ, ਉਹਦੇ ਉੱਪਰ 1 ਕਰੋੜ 26 ਲੱਖ ਰੁਪਏ ਲੱਗਿਆ, ਉਹਦੇ ਉੱਪਰ ਬਹੁਤ ਐਲੀਗੇਸ਼ਨ ਲੱਗੇ ਗਏ, ਬਾਅਦ ਚੋਂ ਬਹੁਤ ਆਰਟੀ ਪਾਈ ਗਿਆ, ਸਾਰਿਆਂ ਨੂੰ ਪਤਾ ਹੈ ਵੀ ਉਹਦੇ 'ਚ ਕਿੰਨਾ ਘਪਲਾ ਕੀਤਾ ਗਿਆ। ਇਹਨਾਂ ਨੇ ਕੰਮ ਖਾਣ ਦੀ ਬਜਾਏ ਆਪਣੇ ਘਰ ਭਰਨ ਦੇ ਵਿੱਚ ਜ਼ਿਆਦਾ ਜ਼ੋਰ ਦਿੱਤਾ। ਤੇ ਦੂਜਾ ਇੱਕ ਦੱਸੋ, ਜੋ ਸੁਨਾਮ ਤੋਂ ਇਹ ਜਿਵੇਂ ਵੀਰ ਜੀ ਨੇ ਮੁੱਦਾ ਉਠਾਇਆ, ਸੁਨਾਮ ਤੋਂ ਇੰਨੇ ਲੋਕਪ੍ਰਿਯ ਨੇਤਾ ਸੀ, ਸੁਨਾਮ ਦੇ ਲੋਕਾਂ ਨੇ ਇਹਨਾਂ ਦੇ ਵਿਸ਼ਵਾਸ ਉਠਾ ਕੇ ਇਹਨਾਂ ਨੂੰ ਐਮਐਲਏ ਬਣਾਇਆ, ਫਿਰ ਉਹਨਾਂ ਨੂੰ ਧੋਖਾ ਦੇ ਕੇ ਲਹਿਰਾ ਆਉਣ ਦੀ ਜ਼ਰੂਰਤ ਕੀ ਪਈ? ਇਹ ਕੁਐਸਚਨ ਪੁੱਛਣਾ ਚਾਹੁੰਦਾ ਮੈਂ ਇਹਨਾਂ ਨੂੰ। ਮੇਰਾ ਜੀ ਸਵਾਲ ਇਹੀ ਹੈ, ਕਿਉਂ ਲੋੜ ਪੈ ਗਈ ਸੁਨਾਮ ਛੱਡਣ ਦੀ, ਕੀ ਕਾਰਨ? ਬਿਲਕੁਲ ਲੋੜ ਦੀ ਕੋਈ ਗੱਲ ਨਹੀਂ ਹੈਗੀ। ਇਲਾਕੇ ਦੇ ਲੋਕ ਪਹਿਲਾਂ ਤੋਂ ਹੀ ਅਸੀਂ ਜਾਣਦੇ ਹਾਂ, ਜਿਹੜਾ ਲਹਿਰਾ ਗਾਗਾ ਇਲਾਕਾ ਹੈ, ਉਹ ਢੀਂਡਸਾ ਸਾਹਿਬ ਨੂੰ ਬਹੁਤ ਪਿਆਰ ਕਰਦਾ ਹੈ, ਠੀਕ ਹੈ। ਉਹਨਾਂ ਨੇ ਢੀਂਡਸਾ ਸਾਹਿਬ ਨੂੰ ਦਰਖਾਸਤ ਕੀਤੀ ਕਿ ਇੱਥੇ ਆ ਕੇ ਲੜੋ ਤੁਸੀਂ, ਇੱਥੋਂ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾ, ਤੇ 28,000 ਵੋਟਾਂ ਨਾਲ ਜਿਤਾ ਕੇ ਵੀ ਭੇਜਿਆ ਉਹਨਾਂ ਨੂੰ, ਠੀਕ ਹੈ। ਇਸ ਵਾਰ ਵੀ ਅਸੀਂ ਇਹ ਆਸ ਕਰਦੇ ਹਾਂ ਤੇ ਸਾਡਾ ਮਤਲਬ ਕਿ ਉਹ ਹੈ ਕਿ ਅਸੀਂ 28,000 ਤੋਂ ਵੀ ਵੱਧ ਵੋਟਾਂ ਨਾਲ ਜਿੱਤ ਕੇ ਇੱਥੇ ਜਾਵਾਂਗੇ, ਕਿਉਂਕਿ ਕੰਮ ਕੀਤੇ ਨੇ, ਕੰਮਾਂ ਦੇ ਬੇਸ ਤੇ ਜਾਵਾਂਗੇ ਜਿੱਤ ਕੇ। ਸੋ ਇਹ ਮੇਰਾ ਰੁਪਏ ਲੱਗੇ ਆ ਉਹ ਠੀਕ ਹੈ। ਹੰਸਰਾਜ ਟਰਸਟ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਵੀ ਨਾਲ ਸਹਿਯੋਗ ਦਿੱਤਾ, ਪਰ ਸਾਡੀ ਸਰਕਾਰ ਨੇ ਵੀ ਕਰੋੜਾਂ ਰੁਪਏ ਇਹਦੇ ਤੇ ਲਾਏ ਆ। ਪਰ ਠੀਕ ਹੈ, ਕਾਂਗਰਸ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਮੇਨਟੇਨ ਨਹੀਂ ਕੀਤੇ ਹੈਗੇ, ਜਿਹੜੇ ਪ੍ਰੋਜੈਕਟ ਸੀਗੇ ਸਾਰੇ ਉਹ ਥਾਂ ਦੀ ਥਾਂ ਰੁਕ ਗਏ। ਗੱਲਬਾਤ ਕਰਨ ਲਈ ਸਾਡੇ ਨਾਲ ਲਵਜੀ ਜੀ, ਕਿਵੇਂ ਦੇਖਦੇ ਹੋ ਪਾਰਟੀਆਂ ਵੱਲੋਂ ਮੁੱਦੇ ਉਠਾਏ ਗਏ? ਢੀਂਡਸਾ ਸਾਹਿਬ ਤੇ ਵੀ ਸਵਾਲ ਉੱਠ ਰਹੇ ਨੇ ਵੀ ਉਹ ਹਲਕਾ ਛੱਡ ਕੇ ਇੱਥੇ ਸੀਟ ਲੜੀ, ਪਰ ਕਿਸੇ ਤੋਂ ਵੀ ਐਜੂਕੇਸ਼ਨ ਜਾਂ ਹੈਲਥ ਦਾ ਮੁੱਦਾ ਹੱਲ ਨਹੀਂ ਹੋਇਆ ਹਲੇ ਤੱਕ। ਇਹ ਕਹਿ ਰਹੇ ਅਕਾਲੀ ਦਲ ਬਾਰੇ ਕਹਿ ਰਹੇ ਅਸੀਂ ਹਸਪੀਟਲ ਬਣਾਇਆ, ਅੱਗੇ ਕਾਂਗਰਸ ਸਰਕਾਰ ਨੇ ਦੇਖਣਾ ਸੀ, ਕਿਵੇਂ ਦੇਖਦੇ ਹੋ ਜੀ? ਐਜੂਕੇਸ਼ਨ ਹੈਲਥ ਦਾ ਮੁੱਦਾ ਵਾਕਈ ਵੀਰ ਜੀ ਹੋਰਾਂ ਨੇ ਉਠਾਇਆ, ਬਹੁਤ ਵਧੀਆ। ਪਹਿਲਾਂ ਮੈਂ ਹੈਲਥ ਦੇ ਮੁੱਦੇ ਤੇ ਜਾਣਾ। ਦਿੱਲੀ ਦੀਆਂ ਸੜਕਾਂ ਤੇ ਜੋ ਹਾਲ ਹੋਇਆ ਉਹ ਅਸੀਂ ਖੁਦ ਵੇਖ ਚੁੱਕੇ ਹਾਂ, ਔਰ 1.25 ਸਾਲ ਦਾ ਨੇੜੇ ਸਾਨੂੰ ਵੀ ਉੱਥੇ ਰਹਿਣ ਦਾ ਮੌਕਾ ਮਿਲਿਆ। ਜਿੰਨੀ ਕੁ ਦਿੱਲੀ ਦੇ ਵਿੱਚ ਡਿਵੈਲਪਮੈਂਟ ਕੀਤੀ ਹੈ ਕੇਜਰੀਵਾਲ ਸਰਕਾਰ ਨੇ, ਉਹ ਸਿਰਫ ਕਾਗਜ਼ਾਂ ਦੇ ਵਿੱਚ ਔਰ ਐਡਵਰਟਾਈਜ਼ਮੈਂਟ ਦੇ ਵਿੱਚ ਹੀ ਹੈ। ਜੇਕਰ ਹੋਈ ਹੁੰਦੀ ਤਾਂ ਲੋਕ ਸੜਕਾਂ ਤੇ ਮਰਦੇ ਨਾ ਆਕਸੀਜਨ ਤੋਂ ਬਗੈਰ, ਠੀਕ ਹੈ। ਔਰ ਜੇਕਰ ਕੇਜਰੀਵਾਲ ਸਾਹਿਬ ਆਪਣੇ ਜਿਹੜੇ ਲਾਰੇ ਨੇ ਮੱਖਣ ਲਾ ਕੇ ਲੋਕ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਨੇ, ਹੁਣ ਤਾਂ ਉਹਨਾਂ ਦੀ ਉੱਥੇ ਸਰਕਾਰ, ਉਹਨਾਂ ਨੂੰ ਪਹਿਲਾਂ ਕਿਉਂ ਨਹੀਂ ਦੇ ਲੈਂਦੇ? ਉਹ ਫਿਰ ਉਹ ਇੱਥੇ ਆਉਣ। ਉੱਥੇ ਹੜਤਾਲ ਨਹੀਂ ਮੁਲਾਜ਼ਮਾਂ ਦੀ, ਜਿਹੜੀ ਜਾ ਕੇ ਸਿੱਧੂ ਸਾਹਿਬ ਨੇ ਵੀ ਅਟੈਂਡ ਕੀਤੀ ਹੈ ਕਿ ਉੱਥੇ ਹੜਤਾਲ ਨਹੀਂ ਮੁਲਾਜ਼ਮਾਂ ਦੀ। ਔਰ ਦੂਜੀ ਗੱਲ ਜੇ ਢੀਂਡਸਾ ਸਾਹਿਬ ਦੀ ਕਰਦੇ ਆ, ਉਹ ਜਿੱਤ ਸੀ ਪੈਸੇ ਦੀ, ਕਿਉਂਕਿ ਉਦੋਂ ਫਾਈਨਾਂਸ ਮਿਨਿਸਟਰ ਸੀਗੇ, ਔਰ ਕਰੋੜਾਂ ਦੇ ਸਾਲ 100 ਕਰੋੜ ਰੁਪਇਆ ਮਤਲਬ ਇਹਨਾਂ ਨੇ ਪਿੰਡਾਂ ਨੂੰ ਦਿੱਤਾ, ਔਰ ਉਹਦੀ ਡਿਵੈਲਪਮੈਂਟ ਇਹਨਾਂ ਨੇ ਇਹ ਨਹੀਂ ਪੁੱਛਿਆ ਵੀ ਅਸੀਂ ਤੁਹਾਨੂੰ ਪੈਸਾ ਦਿੱਤਾ, ਲੋਕਾਂ ਤੱਕ ਉਹ ਕਿਉਂ ਨਹੀਂ ਪਹੁੰਚਿਆ। ਇਹਨਾਂ ਦੇ ਜਿਹੜੇ ਵੀ ਨੁਮਾਇੰਦੇ ਹੈਗੇ ਸੀ ਪਿੰਡਾਂ ਦੇ, ਉਹਨਾਂ ਨੇ ਆਪਣੇ ਘਰ ਭਰ ਲਏ, ਔਰ ਜੋ ਬਚ ਗਿਆ ਉਹ ਇਕੱਠਾ ਕਰਕੇ ਬੈਂਕਾਂ ਦੇ ਵਿੱਚ ਸਟੇਟਮੈਂਟਾਂ ਇਸ ਗੱਲ ਦੀਆਂ ਪ੍ਰੂਫ ਨੇ ਕਿ ਢੀਂਡਸਾ ਸਾਹਿਬ ਉਹ ਪੈਸਾ ਵਾਪਸ ਲੈ ਗਏ। ਤੁਸੀਂ ਸਰਪੰਚੋਂ, ਤੁਹਾਨੂੰ ਕਿੰਨਾ ਕੁ ਪੈਸਾ ਮਿਲਿਆ ਉਸ ਟਾਈਮ? ਜਿਵੇਂ ਕਹਿ ਰਹੇ ਨੇ ਵੀ ਇਹਨਾਂ ਵਿਕਾਸ ਹੋਇਆ, ਕਿੰਨਾ ਕੁ ਤੁਹਾਡੇ ਲਈ ਫੰਡ ਪਹੁੰਚਿਆ? ਸਾਡੇ ਸਮੇਂ ਇਹਨਾਂ ਦੀ ਸਰਕਾਰ ਨਹੀਂ ਸੀ ਹੈਗੀ, ਕਿਉਂਕਿ ਜਦੋਂ ਅਸੀਂ 2019 ਦੇ ਵਿੱਚ
ਸੰਭਾਲਿਆ ਉਦੋਂ ਜਿਹੜੀ ਪਹਿਲੀ ਜੇ ਸੀ ਸਾਨੂੰ ਇਹ ਸੀਗਾ ਕਿ ਬਹੁਤ ਗ੍ਰਾਂਟ ਪਈ ਹੈ, ਬਹੁਤ ਗ੍ਰਾਂਟ ਪਈ ਹੈ, ਪਰ ਉਹ ਸਾਰੀ ਗ੍ਰਾਂਟ ਉਹ ਕਹਿੰਦੇ ਜੀ ਪਿੰਡ ਵਾਲਿਆਂ ਨੇ ਮਤਲਬ ਜਿੱਥੇ ਤਾਂ ਉਹਨਾਂ ਨੂੰ ਆਪਣਾ ਉੱਲੂ ਸਿੱਧਾ ਕੀਤਾ ਉਹਨਾਂ ਨੇ ਕਰ ਲਿਆ, ਜਿਹੜਾ ਉਹਨਾਂ ਤੋਂ ਬਚ ਗਿਆ ਉਹ ਢੀਂਡਸਾ ਸਾਹਿਬ ਵਾਪਸ ਲੈ ਗਏ। ਸੋ ਸਾਨੂੰ ਤਾਂ ਖਾਲੀ ਖਜ਼ਾਨਾ ਮਿਲਿਆ, ਇਹਨਾਂ ਨੇ 10 ਸਾਲ ਮਤਲਬ ਖਜ਼ਾਨੇ 'ਚ ਕੁਝ ਛੱਡਿਆ ਹੀ ਨਹੀਂਗਾ, ਔਰ ਖਾਲੀ ਖਜ਼ਾਨਾ ਕਰਕੇ ਕਹਿੰਦੇ ਵੀ ਅਗਲੀ ਸਰਕਾਰ ਆਉਂਦਿਆਂ ਸਰ ਵਿਕਾਸ ਕਰੇ। ਇਹ ਕਿਵੇਂ ਹੋ ਸਕਦਾ ਜੇ ਕਿਸੇ ਇਨਕਮ ਤੁਸੀਂ ਛੱਡੀ ਨਹੀਂ, ਮਹਿੰਗੀ ਬਿਜਲੀ ਕਰਤੀ, ਮਹਿੰਗਾ ਰੇਤ ਮਾਫੀਆ ਕਰਤਾ, ਕੇਬਲ ਨੈਟਵਰਕ ਕਰਤਾ, ਕਿਹਦੀ ਗੱਲ ਕਰੀਏ? ਹਰ ਥਾਂ 'ਤੇ ਤਾਂ ਇਹ ਮਾਫੀਆ ਛੱਡ ਕੇ ਗਏ ਆ, ਠੀਕ ਹੈ ਨਾ ਜੀ। ਉਹਨੂੰ ਸਮੇਟਣ ਦੇ ਵਿੱਚ ਹੀ ਕਾਂਗਰਸ ਸਰਕਾਰ ਦਾ ਤਾਂ ਸਮਾਂ ਲੰਘਿਆ। ਗੱਲਬਾਤ ਕਰ ਲੈਂਦੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੌਜੂਦ ਨਿਰਮਲ ਜੀ। ਸਵਾਲ ਉੱਠ ਰਹੇ ਨੇ, ਕ੍ਰੈਡਿਟ ਕਿਹਾ ਜਾ ਰਿਹਾ ਵੀ ਤੁਸੀਂ ਲੈ ਰਹੇ ਹੋ, ਅਕਾਲੀ ਦਲ ਲੈ ਰਹੇ, ਕੀ ਕਾਰਨ ਮੰਨਦੇ ਹੋ ਵੀ ਤੁਹਾਡੀ ਸਰਕਾਰ ਸਮੇਂ ਪਰਮਿੰਦਰ ਢੀਂਡਸਾ ਤੁਹਾਡੇ ਉਹ ਸੀ, ਕਿਉਂ ਨਹੀਂ ਜਿਹੜਾ ਸਰਪੰਚ ਸਾਹਿਬ ਕਹਿ ਰਹੇ ਨੇ ਡਿਵੈਲਪਮੈਂਟ ਹੋਈ, ਕਿਉਂ ਨਹੀਂ ਪੈਸਾ ਸਹੀ ਤਰੀਕੇ ਨਾਲ ਲੱਗਿਆ, ਕੀ ਕਾਰਨ? ਉਹ ਤਾਂ ਦੇਖੋ ਜਿਹੜਾ ਵੀ ਬੰਦਾ ਕੋਈ ਵੰਡ ਰਿਹਾ ਉਹਨੇ ਲਗਾਉਣਾ ਹੁੰਦਾ, ਕਿਵੇਂ ਲਗਾਉਣਾ। ਬਾਦਲ ਸਾਹਿਬ ਨੇ 462 ਕਰੋੜ ਰੁਪਏ ਲਹਿਰੇ ਹਲਕੇ ਨੂੰ ਦਿੱਤਾ ਹੈ, ਤੇ ਜਿਹੜਾ ਉਸ ਵੇਲੇ ਦਾ ਇੱਥੇ MLA ਜੋ ਵੀ ਕੰਮ ਕਰ ਰਿਹਾ ਸੀਗਾ ਉਸ ਨੂੰ ਦਿੱਤਾ ਹੈ, ਪਰ ਉਹ ਲਗਵਾਉਣਾ ਤਾਂ ਉਹਨੇ ਹੈ ਨਾ। ਤਾਂ ਬਾਕੀ ਇਹ ਹੈ ਵੀ ਜਿਹੜਾ ਵਿਕਾਸ ਹੋਇਆ, ਜੋ ਵੀ ਮੇਨ ਪ੍ਰੋਜੈਕਟ ਹੈਗੇ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਆ। ਜੇ ਐਜੂਕੇਸ਼ਨ ਦੇ ਵਿੱਚ ਦੇਖੀਏ, ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਲੈ ਕੇ ਜਿੰਨੇ ਸਕੂਲ ਇੱਥੇ ਅਪਗ੍ਰੇਡ ਹੋਏ ਆ ਤਾਂ ਸੰਤਾਂ ਨੇ ਕੀਤੇ ਆ। ਤੁਸੀਂ ਜਾ ਕੇ ਚੌਧਰੀ ਵੈਲਡ 'ਚ ਗੱਲ ਕਰ ਲਓ, ਇੱਧਰ ਸਾਰੇ ਪਿੰਡਾਂ ਦੇ ਵਿੱਚ ਗੱਲ ਕਰ ਲਓ ਜਾ ਕੇ, ਜਿੰਨੇ ਸਕੂਲ ਅਪਗ੍ਰੇਡ ਹੋਏ ਆ ਸੰਤਾਂ ਵੇਲੇ ਹੋਏ ਆ। ਜਾਂ ਜੇ ਭਾਖੜਾ ਨਹਿਰ ਦੇ ਵਿੱਚ ਮੋਗਾ ਲੱਗਿਆ, ਉਹ ਕਹਿੰਦੇ ਜੇ ਸਾਡੇ 4 ਮਣ ਦਾਣੇ ਹੋਣ ਲੱਗਿਆ ਤਾਂ ਸੰਤਾਂ ਨੇ ਉਦੋਂ ਮੋਗਾ ਲਾ ਕੇ, ਜਿਹੜਾ ਅੱਜ ਵੀ 24 ਘੰਟੇ ਪਾਣੀ ਚੱਲ ਰਿਹਾ ਉਹ ਸੰਤਾਂ ਦੀ ਦੇਣ ਹੈ। ਤੇ ਦੂਜੀ ਗੱਲ ਜਿਹੜੀ ਅੱਜ ਵੀ ਮੰਨ ਲਓ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਲਹਿਰੇ ਹਲਕੇ ਦਾ ਵਿਕਾਸ ਕਿਸੇ ਨੇ ਨਹੀਂ ਕੀਤਾ। ਤੇ ਕਿਉਂ ਤਰਾ ਕਰ ਰਹੇ ਨਾ, ਚਾਹੇ 10 ਸਾਲ ਤੁਹਾਡੀ ਸਰਕਾਰ ਰਹੇਗੀ, 5 ਸਾਲ ਕਾਂਗਰਸ ਦੀ ਰਹੇਗੀ, ਲੋਕ ਹਜੇ ਵੀ ਕਹਿ ਰਹੇ ਨੇ ਵੀ 70 ਸਾਲਾਂ 'ਚ ਨਹੀਂ ਸਾਡਾ ਕੰਮ ਹੋਇਆ। ਹੁਣ ਕਿਵੇਂ ਹੋ ਗਏ? ਹੁਣ ਹੋਈ ਨਹੀਂ ਕੰਮ, ਲੋਕ ਕਹਿ ਰਹੇ ਸਾਡੇ ਕੰਮ ਹੀ ਨਹੀਂ ਹੋਏਗੇ ਜੀ। ਨਹੀਂ ਹੋਏ ਆ ਕੰਮ, ਕਿਉਂ ਨਹੀਂ ਹੋਏ? ਤੇ ਜਿਹੜੀ ਆਮ ਆਦਮੀ ਵਾਲੇ ਗੱਲ ਕਰਦੇ ਆ, ਇਹ ਤਾਂ ਸਿਰਫ ਇੱਕ ਜ਼ਰੂਰ ਦਾ ਇੱਕ ਸਿਰਾ ਲੈ ਸਕਦੇ ਆ ਵੀ ਜਿਹੜਾ ਦਿੱਲੀ ਦੇ ਵਿੱਚ ਮੰਨ ਲਓ ਜਦੋਂ ਮੋਦੀ ਸਾਹਿਬ ਨੇ 1 ਕਰੋੜ ਰੁਪਏ ਜੁਰਮਾਨਾ ਕੀਤਾ ਸੀ ਵੀ ਜਦੋਂ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਊਗਾ ਤਾਂ 1 ਕਰੋੜ ਰੁਪਏ ਜੁਰਮਾਨਾ ਹੋਊਗਾ, ਸਭ ਤੋਂ ਪਹਿਲਾਂ ਸਵਾਗਤ ਇਹਨਾਂ ਨੇ ਕੀਤਾ। ਤੇ ਦੂਜਾ ਜਦੋਂ ਮੰਨ ਲਓ ਤਿੰਨ ਬਿੱਲ ਜਿਹੜੇ ਜਦੋਂ ਪਾਸ ਕੀਤੇ, ਸਭ ਤੋਂ ਪਹਿਲਾਂ ਨੋਟੀਫਾਈ ਇੱਕ ਬਿੱਲ ਇਹਨਾਂ ਨੇ ਕੀਤਾ। ਮੰਨ ਲਓ ਇਹ ਕ੍ਰੈਡਿਟ ਜ਼ਰੂਰ ਲੈ ਸਕਦੇ ਆ। ਹੋਰ ਇਹਨਾਂ ਕੋਲ ਆਮ ਆਦਮੀ ਵਾਲਿਆਂ ਕੋਲ ਵੀ ਕੁਛ ਨਹੀਂ ਹੈਗਾ। ਜਿਹੜਾ ਪਰਮਿੰਦਰ ਸਿੰਘ ਢੀਂਡਸਾ ਦਾ 5 ਸਾਲ ਇੱਥੇ ਲਾਏ ਆ, ਮੰਨ ਲਓ 5 ਸਾਲ ਤੋਂ ਆਪਾਂ ਚੁਣਿਆ ਹੋਇਆ, ਤਾਂ ਹੁਣ ਦੇਖ ਲਓ ਜਿਹੜੇ ਹੁਣ ਕੰਮ ਕੀਤੇ ਇਹਨਾਂ ਨੇ। ਹੁਣ ਕਿਸੇ ਵੀ ਪੰਚਾਇਤ ਚੁਣੀ ਹੋਈ, ਜਿਹੜੀ ਲੋਕਾਂ ਦੀ ਚੁਣੀ ਹੋਈ ਪੰਚਾਇਤ ਹੈ, ਉਹਨਾਂ ਤੇ ਕਿਸੇ ਤੇ ਵਿਸ਼ਵਾਸ ਨਹੀਂ ਹੈਗਾ। ਇਹਨਾਂ ਨੂੰ ਜਿੰਨੇ ਪੈਸੇ ਪਾਏ ਆ ਐਕਸ਼ਨ ਪੰਚਾਇਤੀ ਰਾਜ ਨੂੰ ਰਾਹੀਂ ਪਾਏ ਆ, ਵੀ ਕਿਸੇ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਤੇ ਇਹਨਾਂ ਨੂੰ ਵਿਸ਼ਵਾਸ ਨਹੀਂ ਹੈਗਾ। ਜੇ ਪਿੰਡ ਦੇ ਵਿੱਚ ਕੋਈ ਬੋਰ ਲੱਗਣਾ ਜਾਂ ਕੋਈ ਵੀ ਕੰਮ ਹੋਣਾ ਤਾਂ ਪੰਚਾਇਤੀ ਰਾਜ ਰਾਹੀਂ ਕਰਵਾ ਰਹੇ ਆ। ਸਰਪੰਚ ਸਾਹਿਬ ਖੜੇ ਆ, ਪੁੱਛ ਲਓ ਇਹਨਾਂ ਨੂੰ ਵੀ ਇਹਨਾਂ ਦੇ ਰਾਹੀਂ 1 ਵੀ ਰੁਪਇਆ ਪਾਇਆ ਹੋਵੇ। ਜਿਹੜੇ ਹੁਣ ਡਿਵੈਲਪਮੈਂਟ ਦੇ ਜਿਹੜੇ ਵੀ ਕੰਮ ਇਹਨਾਂ ਕੋਈ ਰਾਜਸਭਾ ਦਾ ਕੋਟਾ ਹੈਗਾ, ਵੀ ਉਹ ਲੋਕਾਂ ਦੇ ਵਿਸ਼ਵਾਸ ਨਹੀਂ ਹੈਗਾ ਇਹਨਾਂ ਨੂੰ, ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਗੱਲਬਾਤ ਕਰ ਲੈਂਦੇ ਆ। ਗਗਨ ਜੀ, ਕਿਵੇਂ ਦੇਖਦੇ ਹੋ ਸਵਾਲ ਉੱਠ ਰਹੇ ਨੇ ਵੀ ਜਿਹੜਾ ਸਾਰਾ ਪੈਸਾ ਹੈ ਪੰਚਾਇਤੀ ਰਾਜ ਰਾਹੀਂ ਪਾਇਆ ਗਿਆ, ਸਿੱਧਾ ਕਿਉਂ ਨਹੀਂ ਦਿੱਤਾ ਗਿਆ? ਤੁਸੀਂ ਮੈਂ ਇੱਕ ਗੱਲ ਤਾਂ ਇਹ ਦੋਨੇ ਮੰਨੇ ਮੇਰੇ ਵੀਰ, ਪਹਿਲਾਂ ਲਵਲੀ ਜੀ ਮੰਨੇ ਕਿ ਢੀਂਡਸਾ ਸਾਹਿਬ ਨੇ ਕਰੋੜ ਰੁਪਇਆ ਪਾਇਆ ਖਾਤਿਆਂ ਦੇ ਵਿੱਚ ਪਾਇਆ, ਇੱਕ ਗੱਲ ਤਾਂ ਮੰਨੇ, ਠੀਕ ਹੈ। ਦੂਜੀ ਮੇਰੇ ਵੀਰ ਇਹ ਮੰਨੇ ਕਿ ਹੁਣ ਵੀ ਢੀਂਡਸਾ ਸਾਹਿਬ ਵੱਲੋਂ ਰਾਜ ਸਭਾ ਦੇ ਖਾਤੇ 'ਚੋਂ ਪਾਇਆ ਜਾ ਰਿਹਾ ਪੈਸਾ, 10-10 ਲੱਖ ਰੁਪਇਆ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ, ਕੰਮ ਲਈ ਦਿੱਤੀਆਂ ਜਾ ਰਹੀਆਂ ਨੇ। ਪਿੰਡ ਦਾ ਕੰਮ ਹੋਵੇ, ਜੇਕਰ ਕੋਈ ਪੰਚਾਇਤ ਪਿੰਡ ਦਾ ਕੰਮ ਨਹੀਂ ਕਰਦੀ ਤਾਂ ਉਸ ਦੇ ਖਾਤੇ 'ਚੋਂ ਕੱਢ ਕੇ ਦੂਜੇ ਪਾਸੇ ਪਾ ਦਿੰਦੇ ਨੇ, ਤਾਂ ਉਹ ਤਾਂ ਕੋਈ ਉਹ ਨਹੀਂ, ਕੰਮ ਤਾਂ ਹੋ ਰਿਹਾ ਨਾ ਪਿੰਡ ਦਾ। ਆਪਾਂ ਨੂੰ ਪਿੰਡ ਦੇ ਕੰਮ ਦੀ ਉਹ ਹੈ। ਤੇ ਦੂਜਾ ਨੰਬਰ ਗੱਲ ਮੇਰੇ ਵੀਰ ਨੂੰ ਇਹ ਮੈਂ ਕਹਿਣਾ ਚਾਹੁੰਦਾ, ਠੀਕ ਹੈ, ਤੁਸੀਂ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਹੈ, ਜੋ ਆਮ ਆਦਮੀ ਪਾਰਟੀ ਨੇ ਕਿਸਾਨੀ ਬਿੱਲਾਂ ਦਾ ਸਾਥ ਦਿੱਤਾ, ਠੀਕ ਹੈ। ਨਿਰਮਲ ਜੀ ਨੂੰ ਵੀ ਮੈਂ ਕਹਿਣਾ ਚਾਹੁੰਦਾ, ਕਿਸਾਨੀ ਬਿੱਲਾਂ ਦਾ ਸਾਥ ਇਕੱਲਾ ਆਮ ਆਦਮੀ ਪਾਰਟੀ ਨੇ ਨਹੀਂ ਦਿੱਤਾ, ਕਿਸਾਨੀ ਬਿੱਲਾਂ ਦਾ ਜਿਹੜਾ ਸਾਥ ਹੈ ਉਹ ਬਾਦਲ ਸਾਹਿਬ ਨੇ ਵੀ ਦਿੱਤਾ। ਬਾਦਲ ਸਾਹਿਬ ਨੇ ਸਟੇਟਮੈਂਟਾਂ ਦਿੱਤੀਆਂ, ਉਸ ਤੋਂ ਬਾਅਦ ਹਰਸਿਮਰਤ ਜੀ ਰਹੇ, ਠੀਕ ਹੈ, ਉਹਨਾਂ ਦੀ ਕੈਬਨਿਟ 'ਚ ਰਹੇ, ਜਿੱਥੋਂ ਆਰਡੀਨੈਂਸ ਪਾਸ ਹੋਏ ਹਰਸਿਮਰਤ ਜੀ ਉਸ ਕੈਬਨਿਟ ਦੇ ਵਿੱਚ ਰਹੇ। ਸੋ ਇਸ ਦਾ ਮਤਲਬ ਕਿ ਇਹਦਾ ਕਹਿਣਾ ਇਹ ਹੈ ਮੇਰਾ ਕਿ ਇਹਦੇ 'ਚ ਇਕੱਲਾ ਆਮ ਆਦਮੀ ਭਾਈਵਾਲ ਨਹੀਂ ਰਹੀ, ਇਹ 'ਚ ਕਾਂਗਰਸ ਵੀ ਭਾਈਵਾਲ ਰਹੀ। ਕਾਂਗਰਸ ਨੇ ਸਹੀ ਤਰੀਕੇ ਨਾਲ ਉਹਦੀ ਉਹ ਨਹੀਂ ਕੀਤੀ ਹੈਗੀ। ਕਹਿੰਦੇ ਮੇਰਾ ਸਵਾਲ ਹੈ ਸਭ ਤੋਂ ਵੱਡਾ, ਅਸੀਂ ਪਿੰਡਾਂ ਦੇ ਸਰਵੇ ਕੀਤੇ ਸੀ ਪਿਛਲੇ ਦੌਰਾਨ ਵੀ ਕਿੰਨੇ ਪਿੰਡਾਂ 'ਚ ਕਿਹੜਾ ਵਿਕਾਸ ਹੋਇਆ, ਵੀ ਤੁਸੀਂ ਕਹਿ ਰਹੇ ਇਹਨਾਂ ਦਾ ਪੈਸਾ ਹੁਣ ਵੀ ਤੁਸੀਂ ਦੇ ਰਹੇ ਹੋ, ਪਿੱਛੇ ਵੀ ਦਿੱਤਾ, ਫਿਰ ਪਿੰਡਾਂ ਦੇ ਵਿੱਚ ਪੈਸਾ ਲੱਗਿਆ ਕਿਉਂ ਨਹੀਂ? ਕਾਰਨ ਕਿੱਥੇ ਰਹਿ ਗਿਆ ਵੀ ਇਹ ਪੈਸਾ ਕਿੱਥੇ ਮਿਸਯੂਜ਼ ਹੋ ਗਿਆ? ਦੇਖੋ ਇਹ ਗੱਲ ਹੈ ਕਿ ਢੀਂਡਸਾ ਸਾਹਿਬ ਨੇ ਪੈਸਾ ਪਾਇਆ ਤੇ ਉਸ ਤੋਂ ਬਾਅਦ ਕੰਮ ਕਰਨ ਦਾ ਜਿਹੜਾ ਜ਼ਿੰਮੇਵਾਰੀ ਸੀ ਉਹ ਸਰਪੰਚਾਂ ਦੀ ਜ਼ਿੰਮੇਵਾਰੀ ਬਣਦੀ ਹੈ। ਬਹੁਤ ਸਾਰੇ ਸਰਪੰਚ ਇਮਾਨਦਾਰ ਸਰਪੰਚ ਸੀ, ਉਹਨਾਂ ਨੇ ਕੀਤਾ ਕੰਮ। ਕੁਛ 1-2 ਸਰਪੰਚ ਨੇ ਨਹੀਂ ਕੀਤਾ ਤਾਂ ਉਹਦਾ ਜ਼ਿੰਮਾ ਢੀਂਡਸਾ ਸਾਹਿਬ ਦੇ ਸਿਰ ਤੇ ਨਹੀਂ ਬੰਨਿਆ ਜਾ ਸਕਦਾ। ਮੰਨ ਲਈ ਗੱਲ ਢੀਂਡਸਾ ਸਾਹਿਬ ਨੇ ਇਹਨਾਂ ਪੈਸਾ ਜਿਹੜਾ ਕਹਿਦੀ ਵੀ ਡਿਵੈਲਪ ਲਈ ਉਦੋਂ ਉਸ ਟਾਈਮ ਦਿੱਤਾ, ਫਿਰ ਕਾਂਗਰਸ ਸਰਕਾਰ ਨੂੰ ਕੀ ਲੋੜ ਸੀ ਵੀ ਅੱਗੇ ਪੈਸਾ ਦੇਣ ਦੀ? ਜੇਕਰ ਡਿਵੈਲਪਮੈਂਟ ਹੋਈ ਹੁੰਦੀ ਇਹਨਾਂ ਨਾਲ ਕਰੋੜਾਂ ਦਾ ਖਜ਼ਾਨਾ। ਦੇਖੋ ਡਿਵੈਲਪਮੈਂਟ ਦਾ ਕੰਮ ਇਹ ਹੈ, ਡਿਵੈਲਪਮੈਂਟ ਦਾ ਕੰਮ ਲਗਾਤਾਰ ਚੱਲਦਾ ਰਹਿੰਦਾ। ਇਹ ਨਹੀਂ ਹੈਗਾ ਕਿ ਇੱਕ
ਇੱਕ ਵਾਰ ਆ ਗਿਆ ਪੈਸਾ ਤੇ ਕੰਮ ਬਣ ਗਿਆ ਤੇ ਉਸ ਤੋਂ ਬਾਅਦ ਉਹ ਟੁੱਟ ਭੱਜ ਹੁੰਦੀ ਰਹਿੰਦੀ ਹੈ, ਦੁਬਾਰਾ ਬਣਦਾ ਰਹਿੰਦਾ। ਇਹਦੇ 'ਚ ਕੋਈ ਉਹ ਨਹੀਂ। ਜੇਕਰ ਢੀਂਡਸਾ ਸਾਹਿਬ ਨੇ ਦਿੱਤਾ ਹੈ ਤਾਂ ਅੱਗੇ ਹੋਰ ਕਾਂਗਰਸ ਦੀ ਸਰਕਾਰ ਆਈ ਉਹਨੇ ਪੈਸਾ ਦਿੱਤਾ, ਇਹ ਤਾਂ ਇਹ ਚੱਲਦਾ ਰਹਿੰਦਾ ਡਿਵੈਲਪਮੈਂਟ, ਇਹਦੇ 'ਚ ਕੋਈ ਉਹ ਨਹੀਂ। ਨਿੱਜੀ ਸਵਾਲ ਇਹੀ ਹੈ ਸਭ ਤੋਂ ਵੱਡਾ ਵੀ ਇਹਨਾਂ ਪੈਸਾ ਆ ਜਾਂਦਾ ਹਲਕੇ ਦੇ ਵਿੱਚ, ਚਾਹੇ ਕਾਂਗਰਸ ਦੀ ਸਰਕਾਰ ਵੇਲੇ ਆ ਚਾਹੇ ਅਕਾਲੀ ਦਲ ਵੇਲੇ ਆ, ਫਿਰ ਡਿਵੈਲਪਮੈਂਟ ਕਿਉਂ ਨਹੀਂ ਹੋਈ? ਕਿੱਥੇ ਉਹ ਪੈਸਾ ਮਿਸਯੂਜ਼ ਹੋ ਗਿਆ? ਕਿਉਂ ਇੰਨੀ ਜਿਹੜੀ ਪਿੰਡਾਂ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੀ ਹੈ ਹਜੇ ਵੀ ਕਹਿ ਦੀ ਵੀ ਕੰਮ ਬਹੁਤ ਸਾਰੇ ਪਿੰਡਾਂ ਦੇ ਅਧੂਰੇ ਪਏ ਨੇ ਵਿਕਾਸ ਪੱਖੋਂ, ਪਾਣੀ ਖੜਿਆ ਗਲੀਆਂ ਦੇ ਵਿੱਚ। ਕੀ ਮੰਨਦੇ ਇਸ ਚੀਜ਼ ਨੂੰ? ਮੈਂ ਲੋਕਾਂ ਨੂੰ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਤੁਸੀਂ 6 ਮਹੀਨੇ ਦੀ ਸਰਕਾਰ ਨਾ ਲੈ ਕੇ ਆਓ, ਪੂਰੇ 5 ਸਾਲਾਂ ਦੀ ਸਰਕਾਰ ਲੈ ਕੇ ਆਓ ਜੋ ਪੂਰੇ 5 ਸਾਲ ਕੰਮ ਕਰੇ। ਜਿਵੇਂ ਬੱਬੀ ਜੀਮਾ ਜੀ ਦਾ ਆਪਣੇ ਆਪ ਮੰਨ ਰਹੇ ਹੈ ਕਿ ਅਸੀਂ ਲਾਸਟ ਵਾਲੇ 3 ਮਹੀਨੇ ਰਹਿ ਗਏ, ਪੌਣੇ 5 ਸਾਲ ਤਾਂ ਕਹਿੰਦੇ ਅਸੀਂ ਕੰਮ ਹੀ ਨਹੀਂ ਕੀਤਾ ਹੋਇਆ, ਐਕਸੈਪਟ ਕਰ ਰਹੇ ਹਾਂ। ਤੇ ਢੀਂਡਸਾ ਸਾਹਿਬ ਕਹਿ ਰਹੇ ਵੀ ਹੁਣ ਪਿਛਲੇ 6 ਮਹੀਨੇ ਤੋਂ ਆ ਗਏ, 4.5 ਸਾਲ ਪਹਿਲਾਂ ਦੀ ਕੋਈ ਗ੍ਰਾਂਟ ਦਿਖਾ ਦਿਓ ਜੋ ਉਹਨਾਂ ਨੇ ਦਿੱਤੀ ਹੈ। MP ਲੈਂਡ ਦੇ ਵਿੱਚੋਂ ਪਹਿਲੀ ਗੱਲ, ਇੱਕ MP ਇੱਕ ਲਹਿਰੇ ਦਾ MP ਨਹੀਂ ਹੁੰਦਾ ਸਰ, ਉਹ ਰਾਜ ਸਭਾ ਦੀ ਮੈਂਬਰੀ, ਉਹ ਇੱਕ ਇੱਕ ਵੱਡੀ MP ਲੈਂਡ ਹੁੰਦੀ ਹੈ ਪੂਰੇ, ਉੱਥੇ ਡਿਵਾਈਡ ਕਰ ਤੁਸੀਂ ਆਪਣੇ ਪੋਲੀਟੀਕਲ ਮਾਈਲੇਜ ਲੈਣ ਵਾਸਤੇ ਅੱਜ ਇਲੈਕਸ਼ਨ ਦਾ ਨੇੜੇ ਆਉਣ ਤੋਂ ਬਾਅਦ ਤੁਸੀਂ ਗ੍ਰਾਂਟਾਂ ਵੰਡ ਦਿਓ ਉਸ ਨੂੰ। ਇਹ ਕੀ ਹੈ? ਤੁਸੀਂ MP ਮੈਂਬਰ ਆਫ ਪਾਰਲੀਮੈਂਟ ਪੂਰੇ ਏਰੀਆ ਦੀ ਸੰਸਦ ਹੁੰਦਾ ਉਹ। ਤੇ ਇੱਕ ਹੋਰ ਬਹੁਤ ਸੋਹਣੀ ਗੱਲ ਕਰੀ ਹੈ ਕਿ ਦੋਨੋਂ ਪਾਰਟੀਆਂ ਇਹ ਮੰਨ ਰਹੀ ਹੈ ਕਿ ਅਸੀਂ ਇਨਵੋਲਵ ਹਾਂ ਇਸ ਚੀਜ਼ ਦੇ ਵਿੱਚ, ਹਰ ਚੀਜ਼ ਦੇ ਵਿੱਚ ਇਨਵੋਲਵ ਹਾਂ। ਦਿੱਲੀ ਦੀ ਸਰਕਾਰ ਨੂੰ ਬੀਜੀ ਨੇ ਉਹ ਸਵਾਲ ਉਠਾਏ ਕਿ ਦਿੱਲੀ ਦੀ ਸਰਕਾਰ ਨੂੰ ਸਰਟੀਫਿਕੇਟ ਦੇਣ ਵਾਲੇ ਦਿੱਲੀ ਦੇ ਲੋਕ ਹੈ ਜਿਨ੍ਹਾਂ ਨੇ ਉਹਨਾਂ ਨੂੰ 3 ਵਾਰ ਮੈਂਡੇਟ ਦਿੱਤਾ, ਔਰ ਮੈਂਡੇਟ 90% ਤੋਂ ਉੱਪਰ। ਇਹ ਮੈਂਡੇਟ ਕੋਈ ਵੈਸੇ ਨਹੀਂ ਹੈਗਾ, ਜਨਤਾ ਹੈ, ਜਨਤਾ ਮਾਲਕ ਹੈ, ਜਨਤਾ ਲੋਕਤੰਤਰ ਜਿੱਤਿਆ, ਜਨਤਾ ਆਪਣੇ ਆਪ ਹਿਸਾਬ ਕਰ ਦੇਗੀ, ਚਾਹੇ ਕਾਂਗਰਸ ਦੀ ਗਵਰਨਮੈਂਟ ਹੋਵੇ, ਚਾਹੇ ਅਕਾਲੀ ਦਲ ਦੀ ਹੋ, ਚਾਹੇ ਪਰਮਿੰਦਰ ਢੀਂਡਸਾ ਜੀ ਹੋਣ। ਤੇ ਪਰਮਿੰਦਰ ਢੀਂਡਸਾ ਜੀ ਕਿਸਾਨੀ ਦੀ ਗੱਲ ਕਰਦੇ ਕਿ ਇਹਨਾਂ ਨੇ ਕਿਸਾਨਾਂ ਦਾ ਤੁਸੀਂ ਤਾਂ ਜਾ ਕੇ ਗੋਦੀ 'ਚ ਬਹਿ ਕੇ ਉਹਨਾਂ ਦੇ ਦੁਆਰਾ ਫਿਰ ਜਿਸ BJP ਦੀ ਕਿਸਾਨ ਵਿਰੋਧਤਾ ਕਰਦੇ ਹੁਣ ਵੀ ਵਿਰੋਧ ਕਰ ਰਹੇ ਹੈ, ਹੁਣ ਆ ਮੋਦੀ ਜੀ ਹੈ ਉਹਨੂੰ ਰੋਕਿਆ, ਤੁਸੀਂ ਤਾਂ ਗੋਦੀ 'ਚ ਜਾ ਕੇ ਬੈਠ ਕੇ ਤੁਸੀਂ ਲੜੋਗੇ ਕਿਵੇਂ? ਮੈਨੂੰ ਤਾਂ ਹੁਣੇ ਚਿੰਤਾ ਹੋ ਰਹੀ ਹੈ ਵੀ ਜੇ ਨਵਾਂ ਚੋਣ ਨਿਸ਼ਾਨ ਲੈ ਕੇ ਆਉਣਗੇ ਉਹਨੂੰ ਲੈ ਕੇ ਕਿਵੇਂ ਜਾਣਗੇ? ਜੇ ਕਮਲ ਤੇ ਲੜਨਗੇ ਤਾਂ ਲੋਕ ਜੁੱਤੀਆਂ ਮਾਰਨਗੇ। ਮੈਨੂੰ ਹੈਰਾਨਗੀ ਆ ਇਸ ਸਵਾਲ ਉੱਠ ਰਹੇ ਨੇ ਜੀ। ਬਿੱਲਾਂ ਨੂੰ ਲੈ ਕੇ ਗੱਲ ਹੋਈ ਹੈ, ਗਗਨ ਜੀ ਨੇ ਕਿਹਾ ਵੀ ਬਿੱਲਾਂ ਦੇ ਵਿੱਚ ਭਾਈਵਾਲ ਰਹੇ ਹੋ ਤੁਸੀਂ, ਕਿਵੇਂ ਮੰਨਦੇ ਇਸ ਚੀਜ਼ ਨੂੰ? ਅਸੀਂ ਤਾਂ ਜਦੋਂ ਬਿੱਲਾਂ ਦੀ ਗੱਲ ਆਈ ਅਸੀਂ ਤਾਂ ਅਸਤੀਫਾ ਦੇ ਕੇ ਕੁਰਸੀ ਛੱਡ ਕੇ ਅਸੀਂ ਤਾਂ ਬਾਹਰ ਆ ਗਏ। ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਤੇ ਕੈਬਨਿਟ ਦੀ ਵਜ਼ੀਰੀ ਛੱਡ ਕੇ ਬਾਹਰ ਆ ਗਏ। ਅਸੀਂ ਤਾਂ ਜਿਹੜਾ 40 ਸਾਲ ਦਾ ਸਾਡਾ ਰਿਸ਼ਤਾ ਸੀਗਾ ਉਹਨਾਂ ਨਾਲ ਅਲਾਇੰਸ ਸੀਗਾ ਉਹ ਵੀ ਤੋੜ ਕੇ ਬਾਹਰ ਆ ਗਏ। ਇਹਨਾਂ ਨੇ ਅਲਾਇੰਸ ਕੀਤਾ ਹੈ 700 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ। ਇਹਨਾਂ ਨੂੰ ਇੱਕ ਗੱਲ ਕਹਿ ਦਿਓ ਵੀ ਪਰਮਿੰਦਰ ਸਿੰਘ ਢੀਂਡਸਾ ਮੋਦੀ ਸਾਹਿਬ ਤੋਂ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦਿਲਵਾ ਦੇਣ, ਅਸੀਂ ਤਾਂ ਵੀ ਮੰਨ ਲਾਂਗੇ। ਜਿਹੜੇ 700 ਕਿਸਾਨ ਸ਼ਹੀਦ ਹੋਏ ਆ ਉੱਥੇ, ਇਹ 750 ਕਿਸਾਨਾਂ ਦੀਆਂ ਲਾਸ਼ਾਂ ਦੇ ਉੱਤੋਂ ਦੀ ਜਾ ਕੇ ਇਹਨਾਂ ਨੇ ਸਮਝੌਤਾ ਕੀਤਾ। ਅੱਜ ਜਿਹੜਾ ਗੱਠਜੋੜ ਕੀਤਾ ਹੈ ਇਹ ਇੱਕੋ ਹੀ ਕੰਮ ਕਰਦੇ ਨੇ, ਹੋਰ ਤਾਂ ਇਹਨਾਂ ਤੋਂ ਨਹੀਂ ਹੋਣਾ। ਵੈਸੇ ਤਾਂ ਇਹ ਕਹਿੰਦੇ ਆ ਵੀ ਅਸੀਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਵਾਂਗੇ, ਅਸੀਂ ਉਹ ਕਰਾਂਗੇ ਜੀ, ਕਰਜ਼ਾ ਮਾਫ ਕਰਵਾਵਾਂਗੇ, ਫਲਾਣਾ ਕਰਾਂਗੇ ਤੇ ਕਰਾਂਗੇ। ਹੋਣਾ ਤਾਂ ਕੀ ਸੀਗਾ? ਜੇ ਜਾ ਕੇ ਮੰਨ ਲਓ ਮੋਦੀ ਸਾਹਿਬ ਚਾਹੁੰਦੇ ਇੱਥੋਂ ਮੁੜ ਗਏ ਚਲੋ, ਤਾਂ ਦਿੱਲੀ ਜਾ ਕੇ ਵੀ ਕਿਹੜਾ ਕਰ ਨਹੀਂ ਸਕਦੇ ਸੀਗੇ? ਦਿੱਲੀ ਜਾ ਕੇ ਜਾਣਸਾਰ ਕਰ ਦਿੰਦੇ। ਕੀ ਮੰਨਦੇ? ਦੋ ਵੱਡੇ ਦਿਗਜ ਨੇਤਾ ਸੀ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ, ਇਕੱਠ ਦਾ ਕੀ ਕਾਰਨ ਮੰਨਦੇ ਵੀ ਇਕੱਠ ਕਿਉਂ ਨਹੀਂ ਹੋਇਆ? ਇਕੱਠ ਤਾਂ ਲੋਕਾਂ 'ਚ ਬਹੁਤ ਵੱਡਾ ਰੋਸ ਹੈ। 800 ਕਿਸਾਨ ਸ਼ਹੀਦ ਹੋ ਗਿਆ, ਛੋਟੀ ਮੋਟੀ ਗੱਲ ਥੋੜ੍ਹਾ ਕਿਤੇ, ਪਰ ਉਹ ਸ਼ਹੀਦ ਵੀ ਨਹੀਂ ਮੰਨਣ ਨੂੰ ਤਿਆਰ ਹੈਗੇ। ਤੇ ਲੋਕਾਂ ਦੇ ਮੂਹਰੇ ਐਡੇ ਕਿੱਲ ਲਾਏ ਜਦੋਂ ਲੋਕੀ ਦਿੱਲੀ ਜਾ ਰਹੇ ਸੀਗੇ। ਹੁਣ ਉਹਨਾਂ ਨੂੰ ਆਉਣ ਤੋਂ ਤਾਂ ਕੌਣ ਆਉਣ ਦਿੰਦਾ ਪੰਜਾਬ ਦੇ ਵਿੱਚ? ਮੰਨ ਲਓ ਠੀਕ ਹੈ, ਪਰ ਰੋਕਿਆ ਫਿਰ ਵੀ ਕਿਸੇ ਨੇ ਨਹੀਂ। ਉਹ ਸਾਰਾ ਇਹਨਾਂ ਦਾ ਜੁਮਲਾ ਹੀ ਹੈ ਕਿ ਜੋ ਪ੍ਰਧਾਨ ਮੰਤਰੀ ਜੀ ਕਰਦੇ ਹੁੰਦੇ, ਆਪਾਂ ਨੂੰ ਪਤਾ ਜੁਮਲੇਬਾਜ਼ ਤਾਂ ਹੈਗੀ ਹੈ। ਤੇ ਉਹ ਜੁਮਲਾ ਜੋ ਉਹਨਾਂ ਨੇ ਖੇਡਿਆ ਉੱਥੇ ਆ ਕੇ ਸੜਕ ਦੇ ਫਲਾਈਓਵਰ ਤੋਂ ਮੋੜੀਆਂ ਗੱਡੀਆਂ ਵਾਪਸ ਲੈ ਗਏ ਵੀ ਚੱਲ ਜਾ ਕੇ ਕਹਿ ਦਾਂਗੇ ਵੀ ਕੋਈ ਗੱਲ ਨਹੀਂ ਹੈਗੀ ਵੀ ਸਾਨੂੰ ਤਾਂ ਉੱਥੇ ਰੋਕਿਆ ਗਿਆ ਜੀ। ਪਰ ਇਹੋ ਜਿਹੀ ਕੋਈ ਗੱਲ ਹੈ ਨਹੀਂ ਕਿ ਨਾ ਰੋਕਣਾ ਨਾ ਕਿਸੇ ਨੇ ਕੁਝ ਕਰਨਾ, ਇਹ ਸਾਰੇ ਜੁਮਲੇ ਹੈ। ਤੇ ਦੂਜੀ ਗੱਲ ਇਹ ਹੈਗੀ ਹੈ ਵੀ ਪਰਮਿੰਦਰ ਸਿੰਘ ਢੀਂਡਸਾ ਨੂੰ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੇ 750 ਕਿਸਾਨ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਦਿਲਵਾ ਦੇਣ, ਹੋਰ ਤਾਂ ਇਹਨਾਂ ਤੋਂ ਕੁਝ ਹੋਣਾ ਨਹੀਂ। ਰਵਜੀਤ ਜੀ ਕੀ ਲੱਗਦਾ ਦੁਬਾਰਾ ਫਿਰ 22 ਦੀਆਂ ਚੋਣਾਂ ਆ ਗਈਆਂ, ਕੀ ਲੱਗਦਾ ਹੁਣ ਵੀ ਕਾਂਗਰਸ ਵੱਲੋਂ ਜਿਹੜੇ ਵਾਅਦੇ ਕੀਤੇ ਜਾਣਗੇ ਕਿ ਪੂਰੇ ਕੀਤੇ ਜਾਣਗੇ? ਬਿਲਕੁਲ ਕੀਤੇ ਜਾਣਗੇ, ਕਿਉਂਕਿ ਜੇ ਆਪਾਂ ਪਹਿਲਾਂ ਆਪ ਪਾਰਟੀ ਦੀ ਗੱਲ ਕਰਦੇ ਹਾਂ 2017 ਦੇ ਵਿੱਚ ਇਹਨਾਂ ਦੇ 22 ਬੰਦੇ ਜਿੱਤੇ ਸੀਗੇ। ਜੇਕਰ ਇਹ ਪਾਰਟੀ ਇੰਨੀ ਮਜ਼ਬੂਤ ਹੁੰਦੀ ਤਾਂ ਆਪਣੇ MLA ਸਾਂਭ ਕੇ ਰੱਖ ਲੈਂਦੀ, ਉਹੀ ਇਹਨਾਂ ਦੇ ਨਾਲ ਨਹੀਂ ਰਹੇ। ਔਰ ਦੂਸਰਾ ਕਿ ਆਪ ਪਾਰਟੀ ਨੇ ਸਿਰਫ ਲੋਕਾਂ ਨੂੰ ਉਹਨਾਂ ਦੇ ਜਿਹੜੇ ਨਿੱਜੀ ਇਸ਼ੂ ਸੀਗੇ ਉਹਨਾਂ ਨੇ ਚੱਕ ਲਏ, ਔਰ ਭਗਵੰਤ ਮਾਨ ਨੇ ਉਹਨਾਂ ਨੂੰ ਟੋਟਕਿਆਂ ਦੇ ਵਿੱਚ ਲੋਕਾਂ ਨੂੰ ਪਿੱਛੇ ਲਾ ਲਿਆ। ਦਿੱਤਾ ਦਵਾਇਆ ਕੁਛ ਨਹੀਂ ਗਾ। ਸਾਡਾ ਵੀ ਪਿੰਡ ਸੰਗਰੂਰ MP ਹਲਕੇ ਦੇ ਵਿੱਚ ਪੈਂਦਾ, ਮੈਨੂੰ ਨਹੀਂ ਲੱਗਦਾ ਕਦੀ ਚਰਨ ਪਏ ਹੋਣਗੇ ਮਾਨ ਸਾਹਿਬ ਦੇ, ਔਰ ਕਦੀ ਖਾਤਾ ਖੁੱਲਿਆ ਹੋਊਗਾ ਪਿੰਡ ਦਾ ਵੀ ਅੱਛਾ ਜੀ ਇਹ ਪਿੰਡ ਵੀ ਇੱਥੇ ਹੀ ਹੈ। ਸੋ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਹੁੰਦਾ। ਪਰ ਔਰ ਜਿਹਦੀ ਹੋਰ ਗੱਲ ਕਰਦੇ ਹਾਂ ਆਪਾਂ, ਸਮਾਂ ਵਾਕਈ ਬਹੁਤ ਬਲਵਾਨ ਹੁੰਦਾ, ਔਰ ਸਹੀ ਸਮੇਂ ਦੇ ਉੱਤੇ ਅਗਲੀ ਵਾਰਾਂ ਵੀ 2022 ਦੇ ਵਿੱਚ 14 ਫਰਵਰੀ ਨੂੰ ਲੋਕ ਕਾਂਗਰਸ ਦੇ ਪੱਖ ਦੇ ਵਿੱਚ ਫਤਵਾ ਦੇਣਗੇ, ਔਰ ਚੰਗੀ ਸਰਕਾਰ ਦੇ ਤਹਿਤ ਆਉਣ ਵਾਲਾ ਜਿਹੜਾ ਪੰਜਾਬ ਦਾ ਵਿਕਾਸ ਹੈ ਉਹ ਪੰਜਾਬ ਮਾਡਲ ਦੇ ਰਾਹੀਂ ਕੀਤਾ ਜਾਊਗਾ।
ਗਗਨ ਜੀ ਨੂੰ ਸਵਾਲ ਕੀਤਾ ਸੀ ਵੀ ਜੇਕਰ ਪਰਮਿੰਦਰ ਢੀਂਡਸਾ ਨੇ ਇੰਨਾ ਪੈਸਾ ਲੋਕਾਂ ਨੂੰ ਦਿੱਤਾ ਸੀ ਤਾਂ ਉਹ ਕਿੱਥੇ ਇਨਵੈਸਟਮੈਂਟ ਹੋਇਆ ਜਾਂ ਕਿੱਥੇ ਮਿਸਯੂਜ਼ ਹੋਇਆ, ਤੁਹਾਡੀ ਸਰਕਾਰ ਨੂੰ ਕੀ ਲੋੜ ਪੈਣੀ ਸੀ ਵੀ ਅੱਗੇ ਵਿਕਾਸ ਕਰਨ ਦੀ ਜੇਕਰ ਇੰਨਾ ਪੈਸਾ ਆਇਆ ਸੀ? ਬਿਲਕੁਲ ਜੀ, ਇਹ ਤਾਂ ਢੀਂਡਸਾ ਸਾਹਿਬ ਦੇਖਣ ਕਿ ਜਿਹੜੇ ਪਿੰਡ ਉਹਨਾਂ ਨੇ ਪੈਸਾ ਦਿੱਤਾ ਉਹ ਪੈਸਾ ਕਿੱਥੇ ਗਿਆ। ਕਿਸੇ ਨੇ ਕਿੱਲਾ ਖਰੀਦ ਲਿਆ, ਕਿਸੇ ਨੇ 2 ਮਰਲੇ ਮਤਲਬ ਪਲਾਟ ਖਰੀਦ ਲਿਆ ਸ਼ਹਿਰ 'ਚ ਜਾ ਕੇ। ਉਹਨਾਂ ਨੇ, ਇਹਨਾਂ ਦੇ ਨੁਮਾਇੰਦੇ ਸੀਗੇ, ਮੌਜਾਂ ਲੁੱਟੀਆਂ ਨੇ ਜੀ ਉਹਨਾਂ ਨੇ। ਲੋਕਾਂ ਦੀ ਤਾਂ ਉਹਨਾਂ ਨੇ ਨਾ ਪਰਵਾਹ ਕੀਤੀ ਹੈ, ਉਹਨਾਂ ਨੇ ਨਾ ਢੀਂਡਸਾ ਸਾਹਿਬ ਨੇ ਕੀਤੀ ਹੈ। ਜੇ ਕਿਸੇ ਦੀ ਨਰੇਗਾ ਦੇ ਵਿੱਚੋਂ ਇਹਨਾਂ ਨੇ ਸੈਂਟਰ ਸਰਕਾਰ ਦੇ ਪੈਸੇ ਦੇ ਨਾਲ ਖੜਵੰਜੇ ਲਵਾ ਦਿੱਤੇ। ਉਹਨਾਂ ਦੇ ਪੈਸੇ ਤੁਹਾਨੂੰ ਪਤਾ ਜੀ ਕਦੋਂ 2-3 ਸਾਲ ਤੋਂ ਬਾਅਦ ਇੰਡਸਟਰੀ ਵਾਲਿਆਂ ਨੇ ਪੂਰੇ ਕੀਤੇ ਨੇ, ਔਰ ਪਰਲੋਂ ਜੇਬਾਂ ਉਜਾੜ ਕੇ ਤੇਲ ਫੂਕ ਕੇ ਉਹਨਾਂ ਨੇ ਪੂਰੇ ਕੀਤੇ ਨੇ। ਇੰਨਾ ਪੈਸਾ ਹੋਣ ਦੇ ਬਾਵਜੂਦ ਵੀ, ਔਰ ਤੁਸੀਂ ਮੇਰੇ ਪਿੰਡ ਜਾ ਕੇ ਆਏ ਹੋ, ਸਾਨੂੰ ਕੀ ਲੋੜ ਸੀ ਕਿ ਜੇ ਉੱਥੇ ਪਹਿਲਾਂ ਹੀ ਵਿਕਾਸ ਹੋਇਆ ਹੁੰਦਾ ਤਾਂ। ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਕਿ ਜਿਹੜਾ ਕੰਮ ਹੁਣ ਅਸੀਂ ਕੀਤਾ ਪਿੰਡ 'ਚ, ਜੇ ਉਹਨੂੰ ਅਗਲੀ 10 ਸਾਲ ਵੀ ਲੋੜ ਪੈ ਜੇ ਤਾਂ ਮੈਂ ਤੁਹਾਡੇ ਸਾਹਮਣੇ ਜੋ ਮਰਜ਼ੀ ਕਹੋ ਮੈਂ ਹਾਜ਼ਰ ਰਹੂੰਗਾ। ਗਗਨ ਜੀ, ਗੱਲ ਕਰ ਲਈਏ, ਲਵਜੀਤ ਕਹਿੰਦੇ ਇੰਨਾ ਪੈਸਾ ਜੇਕਰ ਆਇਆ ਤਾਂ ਕਿੱਥੇ ਮਿਸਯੂਜ਼ ਹੋਇਆ, ਕਿਵੇਂ ਹੋਇਆ, ਕਿਉਂ ਨਹੀਂ ਜਾਂਚ ਹੋਈ? ਮੈਂ ਉਹਨਾਂ ਦੋਨਾਂ ਦਾ ਜਵਾਬ ਦੇਣਾ ਚਾਹੁੰਦਾ। ਪਹਿਲਾਂ ਲਵਜੀਤ ਜੀ ਦਾ ਜਵਾਬ ਦੇਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਪੈਸਾ ਆਇਆ, ਪੈਸਾ ਖਾਇਆ। ਮੈਂ ਦਾਅਵੇ ਨਾਲ ਕਹਿ ਸਕਦਾ 1 ਵੀ ਰੁਪਏ ਦਾ ਢੀਂਡਸਾ ਸਾਹਿਬ ਨਹੀਂ ਕੱਢ ਦੇਣ ਇਹ, ਠੀਕ ਹੈ, ਤਾਂ ਅਸੀਂ ਦੇਣਦਾਰ ਹੋਵਾਂਗੇ। ਢੀਂਡਸਾ ਸਾਹਿਬ ਸਭ ਤੋਂ ਇਮਾਨਦਾਰ MLA ਰਹੇ ਨੇ, ਸਭ ਤੋਂ ਇਮਾਨਦਾਰ ਵਿਅਕਤੀ ਰਹੇ ਨੇ। ਨੰਬਰ 2 ਢੀਂਡਸਾ ਸਾਹਿਬ ਨੇ ਮਤਲਬ ਕਿ ਜੋ ਵੀ ਏਰੀਏ ਦੇ ਵਿੱਚ ਕੰਮ ਕਰਨੇ ਸੀਗੇ ਉਹ ਕੀਤੇ ਨੇ। ਅਤੇ ਇਹਨਾਂ ਨੇ ਕਿਹਾ ਕਿ ਜੇਕਰ ਕਿਸੇ ਸਰਪੰਚ ਨੇ ਪੈਸਾ ਖਾਇਆ ਹੈ ਤਾਂ ਜਾਂਚ ਕਰਵਾਓ। ਸਰਕਾਰ ਇਹਨਾਂ ਦੀ ਹੈ, ਜਾਂਚ ਕਰਵਾਉਣੀ ਚਾਹੀਦੀ ਸੀ। 5 ਸਾਲ ਕੀ ਕਰਦੇ ਰਹੇ, ਜਾਂਚ ਨਹੀਂ ਕਰਵਾਉਣੀ ਚਾਹੀਦੀ ਸੀ। ਅਤੇ ਹੁਣ ਮੈਂ ਨਿਰਮਲ ਸਿੰਘ ਜੀ ਬਾਰੇ ਕਹਿਣਾ ਚਾਹੁੰਦਾ। ਨਿਰਮਲ ਸਿੰਘ ਜੀ ਉਹ ਕਹਿ ਰਹੇ ਸੀਗੇ ਕਿ ਢੀਂਡਸਾ ਸਾਹਿਬ ਸ਼ਰਧਾਂਜਲੀ ਦਵਾ ਦੇਣ ਉਹਨਾਂ ਨੂੰ, ਕਿਸਾਨਾਂ ਨੂੰ। ਮੈਂ ਕਹਿਣਾ ਚਾਹੂੰਗਾ ਨਿਰਮਲ ਜੀ, ਤੁਸੀਂ ਉਸ ਸਮੇਂ ਵਿੱਚ ਸੀਗੇ ਜਿਸ ਸਮੇਂ 700 ਕਿਸਾਨਾਂ ਦੀ ਮੌਤ ਹੋ ਰਹੀ ਸੀ। ਢੀਂਡਸਾ ਸਾਹਿਬ ਤਾਂ ਨਹੀਂ ਸੀਗੇ ਵਿੱਚ। ਢੀਂਡਸਾ ਸਾਹਿਬ ਨੇ ਤਾਂ ਜੱਗਰੀ ਜਾ ਕੇ ਬਾਅਦ ਦੇ ਵਿੱਚੋਂ ਅਲਾਇੰਸ ਕੀਤਾ। ਤੁਸੀਂ ਅਲਾਇੰਸ ਦੇ ਵਿੱਚ ਸੀਗੇ। ਤੁਸੀਂ ਜਦੋਂ ਉਹਨਾਂ ਦੀ ਮੌਤ ਦਾ ਫਰੰਟ ਲਿਖਿਆ ਜਾ ਰਿਹਾ ਸੀਗਾ ਉਸ ਸਮੇਂ ਤੁਸੀਂ ਨਾਲ ਸੀਗੇ, ਠੀਕ ਹੈ। ਉਸ ਸਮੇਂ ਤੁਸੀਂ ਉਹਨਾਂ ਦੀ ਕੈਬਨਿਟ ਦੇ ਵਿੱਚ ਬੈਠ ਕੇ ਦਸਤਖਤ ਕਰ ਰਹੇ ਸੀਗੇ ਮੌਤ ਦੇ ਵਾਰੰਟ ਦੇ ਉੱਤੇ। ਢੀਂਡਸਾ ਸਾਹਿਬ ਦਾ ਤਾਂ ਇਹ ਰਿਹਾ ਕਿ ਉਹਨਾਂ ਨੇ ਪ੍ਰੈਸ਼ਰ ਬਣਾ ਕੇ ਇਸ ਨੂੰ ਸਸਪੈਂਡ ਕਰਾਇਆ, ਇਹਨਾਂ ਬਿੱਲਾਂ ਨੂੰ ਖਤਮ ਕਰਵਾਇਆ, ਇਹਨਾਂ ਬਿੱਲਾਂ ਨੂੰ, ਠੀਕ ਹੈ। ਢੀਂਡਸਾ ਸਾਹਿਬ ਦੀ ਦੇਣ ਹੈ ਕਿ ਇਹ ਬਿੱਲ ਸਸਪੈਂਡ ਹੋਏ ਨੇ। ਅਤੇ ਹੁਣ ਜੇ ਆਮ ਆਦਮੀ ਦੀ ਗੱਲ ਕਰਾਂ, ਇੱਕ ਮੈਂ ਆਮ ਆਦਮੀ ਦੀ ਵੀ ਕਹਿਣਾ ਚਾਹੁੰਦਾ ਕਿ ਆਮ ਆਦਮੀ ਵਾਲੇ ਇਹ ਕਹਿ ਰਹੇ ਨੇ ਭਾਜੀ ਕਿ ਢੀਂਡਸਾ ਸਾਹਿਬ, ਸੁਖਦੇਵ ਸਿੰਘ ਢੀਂਡਸਾ ਜੀ ਪੂਰੇ ਸੰਗਰੂਰ ਦੀ ਕੌਂਸਟੀਚੁਐਂਸੀ ਦੇ ਜਾਂ ਇੱਕ ਮਤਲਬ ਕਿ MP ਰਹੇ ਨੇ ਉਹ, ਤਾਂ MP ਦਾ ਤਾਂ ਹੁੰਦਾ ਵੀ ਪੂਰੀ ਕੌਂਸਟੀਚੁਐਂਸੀ ਨੂੰ ਦੇਣ ਪੈਸਾ ਉਹ, ਠੀਕ ਹੈ। ਮੈਂ ਪੈਸਾ ਉਹ ਭਗਵੰਤ ਮਾਨ ਜੀ ਵਾਲਾ ਵੀ ਗਿਣ ਲਾਂ, ਕਿੰਨੇ ਕੁ ਰੁਪਏ ਆਏ ਨੇ, 2 ਵਾਰ ਇਹ MP ਰਹੇ ਨੇ, ਕਿੰਨੇ ਕੁ ਰੁਪਏ ਆਏ ਨੇ ਪਿੰਡਾਂ ਨੂੰ। ਜੇ 1 ਰੁਪਇਆ ਵੀ ਕਿਸੇ ਪਿੰਡ ਨੂੰ ਆਇਆ ਹੋਵੇ, ਇੱਕ ਲਾਈਟਾਂ ਆਈਆਂ ਨੇ ਪਿੰਡਾਂ ਨੂੰ, ਉਹ ਲਾਈਟਾਂ ਤੋਂ ਬਿਨਾਂ ਕੁਛ ਆਇਆ ਹੋਵੇ, ਉਹ ਲਾਈਟਾਂ ਵੀ ਨਹੀਂ ਲੱਗੀਆਂ ਪਿੰਡਾਂ ਦੇ ਵਿੱਚ, ਠੀਕ ਹੈ। ਭਗਵੰਤ ਮਾਨ ਜੀ ਆਪਣੀ ਕਾਰਗੁਜ਼ਾਰੀ ਦੇਖਣ। ਮਨੀਸ਼ ਜੀ, ਕਿਵੇਂ ਦੇਖਦੇ ਹੋ? ਸਵਾਲ ਤੁਹਾਡੀ ਪਾਰਟੀ ਦੇ ਉੱਠਣੇ ਵੀ MP ਦੇ ਵੱਲੋਂ ਜਿੰਨਾ ਫੰਡ ਹੁੰਦਾ ਉਹ ਆਉਣਾ ਚਾਹੀਦਾ, ਕਿਸੇ ਪਿੰਡ 'ਚ ਨਹੀਂ ਆਇਆ, ਕੀ ਕਾਰਨ? ਅੱਜ ਤੱਕ ਦਾ ਇੱਕ ਸਰਵੇ ਆਇਆ ਸੀ, ਉਹਦੇ ਵਿੱਚ ਲਿਖਿਆ ਗਿਆ ਕਿ ਦੇਸ਼ ਦੇ ਪਹਿਲੇ 5 MPਆਂ ਦੇ ਵਿੱਚੋਂ ਭਗਵੰਤ ਮਾਨ ਆਉਂਦਾ ਆਪਣੇ ਹਲਕੇ ਦੇ ਮੁੱਦੇ ਚੱਕਣ ਦੇ ਵਿੱਚ। ਪਹਿਲਾ ਉਹਨੂੰ ਸਰਟੀਫਿਕੇਟ ਮੈਂ ਨਹੀਂ ਦੇ ਰਿਹਾ, ਤੁਹਾਡੇ ਨਿਊਜ਼ ਚੈਨਲ ਦੇ ਰਹੇ, ਤੁਹਾਡੇ ਭਾਈਵਾਲ ਦੇ ਰਹੇ। ਦੂਜਾ, ਜਿਹੜਾ ਫੰਡ ਦੀ ਗੱਲ ਕਰਦੇ ਆ ਵੀਰ ਜੀ, ਇੱਕੋ ਇੱਕ MP ਹੈ ਜਿਸਨੇ ਵਿਆਜ ਸਮੇਤ ਇੱਕ ਪੈਸੇ ਦਾ ਹਿਸਾਬ ਦਿੱਤਾ, ਜੋ ਵੀ ਡਿਸਟ੍ਰੀਬਿਊਸ਼ਨ ਹੁੰਦਾ ਤੇ ਉਹਨੂੰ ਸਾਈਡ ਦੇ ਵਿੱਚ ਪਾਇਆ, ਲੋਕਾਂ ਨੂੰ ਦਿਖਾਇਆ। ਹੈਰਾਨਗੀ ਵਾਲੀ ਗੱਲ ਹੈ, ਸੁਖਦੇਵ ਜੀ ਢੀਂਡਸਾ ਜੀ ਨੇ ਕਿਉਂ ਨਹੀਂ ਕੀਤਾ ਵੀ ਮੈਂ ਇੱਥੇ, ਮੈਨੂੰ ਇੰਨਾ ਪੈਸਾ ਆਇਆ ਸੀ, ਇੱਥੇ ਵੰਡਿਆ। ਬੜੀ ਹੈਰਾਨੀ ਗੱਲ। ਇੱਕ ਹੁਣ ਵੀਰ ਜੀ ਨੇ ਇੱਕ ਜ਼ਿਕਰ ਚੱਕਿਆ ਪੰਜਾਬ ਮਾਡਲ ਦਾ। ਪੰਜਾਬ ਮਾਡਲ ਦਾ ਇਹ ਫਿਕਰਾ, ਨਵਾਂ ਫਿਕਰਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਲੈ ਕੇ ਆਏ। ਉਹ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀਆਂ ਗੱਲਾਂ ਦੇ ਉੱਪਰ ਕਦੇ ਤਾਂ ਮੋਦੀ ਦੇ ਸੋਲੇ ਖਾਂਦੇ ਆ, ਕਦੇ ਕਹਿੰਦੇ ਕਿ ਕਾਂਗਰਸ ਮੁੰਨੀ ਤੋਂ ਵੀ ਬਦਨਾਮ ਹੋ ਚੁੱਕੀ, ਕਾਂਗਰਸ ਨੂੰ ਸੋਨੇ ਦੀ ਚਿੜੀਆ ਨਹੀਂ ਸੋਨੀਆ ਕੀ ਚਿੜੀਆ ਬਣਾ ਨੂੰ। ਉਹ ਦੁਬਾਰਾ ਉਹ ਮਨਮੋਹਨ ਨੂੰ ਕਦੇ ਮੋਹਨ ਹੈ, ਕਦੇ ਉਹਦੇ ਸੋਲੇ ਗਾਣ ਲੱਗ ਜਾਂਦੇ ਆ। ਹੁਣ ਅੱਜ ਦੇਖੋ ਲੇਟੈਸਟ ਕੀ ਹੋਇਆ, ਅਰਵਿੰਦ ਕੇਜਰੀਵਾਲ ਜਦੋਂ ਤੀਜੀ ਗਰੰਟੀ ਦੇ ਕੇ ਮਹਿਲਾਵਾਂ ਨੂੰ ਦੇ ਕੇ ਗਏ ਤਾਂ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਕਿ ਪੰਜਾਬ ਮਾਡਲ ਲਾਗੂ ਕਰੋ। ਤੁਸੀਂ ਪੈਸਾ ਕਿੱਥੋਂ ਲੈ ਕੇ ਆਵਾਂਗੇ? ਜਦੋਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਾਂ ਅਸੀਂ ਮਾਫੀਆ ਬੰਦ ਕਰਾਂਗੇ, ਅਸੀਂ ਲੀਕੇਜ ਬੰਦ ਕਰਾਂਗੇ, ਅਸੀਂ ਇੱਥੋਂ ਪੈਸਾ ਲੈ ਕੇ ਆਵਾਂਗੇ, ਤਾਂ ਉਹੀ ਸਿੱਧੂ ਸਾਹਿਬ ਥੁੱਕ ਕੇ ਚੱਟਦੇ ਹੈ ਤੇ ਫਿਰ ਕਹਿੰਦੇ ਅਸੀਂ 2000 ਰੁਪਏ ਦੇਵਾਂਗੇ ਮਹਿਲਾਵਾਂ ਨੂੰ ਤੇ ਅਸੀਂ 8 ਸਿਲੰਡਰ ਦੇਵਾਂਗੇ। ਹੈਰਾਨਗੀ ਵਾਲੀ ਗੱਲ ਹੈ, ਕਿੱਥੇ ਹੈ ਪੰਜਾਬ ਮਾਡਲ? ਫਿਰ ਉਹ ਇੱਕ ਮੈਂ ਲਵਲੀ ਜੀ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਠੀਕ ਹੈ, ਇਹਨਾਂ ਦੀ ਗੱਲ ਠੀਕ ਹੈ, ਮੈਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਕਿ ਕਾਂਗਰਸ ਵਾਲੇ ਦੱਸ ਦੇਣ ਕਿ ਪੰਜਾਬ ਮਾਡਲ ਹੈ ਕੀ, ਸਾਨੂੰ ਸਮਝ ਤਾਂ ਆਵੇ ਹੈ ਕੀ ਪੰਜਾਬ ਮਾਡਲ। ਸਾਨੂੰ ਤਾਂ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਮਾਡਲ। ਸਿੱਧੂ ਸਾਹਿਬ ਰੌਲਾ ਪਾਈ ਜਾਂਦੇ ਪੰਜਾਬ ਮਾਡਲ ਹੈ ਕੀ ਪੰਜਾਬ ਮਾਡਲ?
ਦੱਸੋ ਤਾਂ ਸਾਨੂੰ ਕੁਝ। ਜਵਾਬ ਲੈ ਲੈਂਦੇ ਆ। ਲਵਜੀਤ ਜੀ, ਕਿਵੇਂ ਦੇਖਦੇ ਹੋ ਪੰਜਾਬ ਮਾਡਲ ਦੀ ਚਰਚਾਵਾਂ ਹੋ ਰਹੀਆਂ ਨੇ? ਕੀ ਹੈ ਪੰਜਾਬ ਮਾਡਲ? ਕਿਸ ਤਰੀਕੇ ਨਾਲ ਸਿੱਧੂ ਸਾਹਿਬ ਪੰਜਾਬ ਨੂੰ ਮਾਡਲ ਬਣਾਉਣਗੇ? ਮੈਂ ਇਹਦੀ ਇੱਕ ਸਿੰਪਲ ਜੀ ਉਦਾਹਰਨ ਦੇਣ ਦੀ ਚਾਹਣਾ ਕਿ ਅਸੀਂ ਸਾਰੇ ਪੜ੍ਹੇ ਲਿਖੇ ਆ, ਇੰਨੇ ਕੁ ਤੇ ਪੜ੍ਹੇ ਲਿਖੇ ਹੈਗੇ ਆ ਵੀ ਗੱਲ ਸਮਝ ਸਕਦੇ ਆ। ਜੇ ਮੇਰਾ ਆਪਣਾ ਵੀ ਇੱਕ ਘਰ ਹੈ ਔਰ ਅਸੀਂ ਉਹਦੇ ਵਿੱਚ 5-6 ਜੀ ਆ, ਉਹ ਫ੍ਰੀ ਦਾ ਲੈ ਕੇ ਕਦੋਂ ਤੱਕ ਉਹ ਘਰ ਚੱਲ ਸਕਦਾ ਜੇਕਰ ਉਹਦੇ ਵਿੱਚ ਕੋਈ ਕਮਾਈ ਨਹੀਂ ਗੀ। ਪਰ ਜੋ ਪਿੱਛੇ ਦੀਆਂ ਸਰਕਾਰਾਂ ਨੇ ਕੀਤਾ, ਉਹਨਾਂ ਨੇ ਆਪਣੀ ਕਮਾਈ ਦੁੱਗਣੀ ਤਿੱਗਣੀ ਕਰਕੇ ਲੋਕਾਂ ਤੇ ਬੋਝ ਪਾ ਕੇ ਉਹਨਾਂ ਦਾ ਵਿਕਾਸ ਕਰਨ ਦੀ ਬਜਾਏ ਉਹਨਾਂ ਦਾ ਵਿਨਾਸ਼ ਕੀਤਾ। ਪਰ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਹੈ ਜਿਹੜਾ, ਉਹ ਇੱਕ ਜਾਇਜ਼ ਜਿਹੜੀ ਟੈਕਸ ਹੁੰਦਾ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਚਾਰਜ ਹੁੰਦਾ, ਜੋ ਸਰਕਾਰ ਦੇਖੋ ਮੇਰੇ ਵਿਚਾਰਾਂ ਦੇ ਵਿੱਚ ਸਰਕਾਰ ਲੋਕਾਂ ਦੀ ਹੈ, ਉਹ ਲੋਕਾਂ ਦੁਆਰਾ ਹੀ ਹੁੰਦੀ ਹੈ। ਔਰ ਜਿਵੇਂ ਲੋਕ, ਇਹ ਨਹੀਂ ਆਪਾਂ ਕਹਿ ਸਕਦੇ ਕਿ ਸਰਕਾਰ ਇੱਕ ਕਮਰੇ 'ਚ ਹੈ ਔਰ ਉੱਥੋਂ ਨੋਟ ਡਿੱਗੀ ਜਾਂਦੇ ਆ, ਲੋਕਾਂ ਦਾ ਪੈਸਾ ਹੀ ਵਾਪਸ ਲੋਕਾਂ ਤੱਕ ਆਉਣਾ ਚਾਹੀਦਾ। ਇਹੀ ਸਿੱਧੂ ਸਾਹਿਬ ਦਾ ਪੰਜਾਬ ਮਾਡਲ ਹੈ ਕਿ ਜਿਹੜਾ ਸਾਰੀਆਂ ਚੀਜ਼ਾਂ ਦੇ ਉੱਤੇ ਜੋ ਵੀ ਜਿਹਨੂੰ ਡਿਊਟੀ ਬਣਦੀ ਹੈ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਮੈਨੇਜਮੈਂਟ ਕਰਕੇ ਉਹਦੀ ਜਿਹੜੀ ਹੈ ਡਿਸਟ੍ਰੀਬਿਊਟ ਉਹਨੂੰ ਪ੍ਰੋਪਰ ਵਾਪਸ ਲੋਕਾਂ ਨੂੰ ਕੀਤਾ ਜਾਵੇ। ਜੋ ਬਾਹਰਲੀਆਂ ਫੋਰਨ ਕੰਟਰੀਜ਼ ਦੇ ਵਿੱਚ ਹੁੰਦਾ, ਉੱਥੇ ਵੀ ਲੋਕ ਟੈਕਸ ਭਰਦੇ ਆ, ਪਰ ਰਿਟਰਨ ਦੇ ਵਿੱਚ ਉਹਨਾਂ ਨੂੰ ਮੈਡੀਕਲ, ਐਜੂਕੇਸ਼ਨਸ, ਹੋਰ ਬਹੁਤ ਸਾਰੀਆਂ ਫੈਸਿਲਿਟੀਜ਼ ਮਿਲਦੀਆਂ ਜਿਨ੍ਹਾਂ ਦੇ ਨਾਲ ਉਹ ਲੋਕ ਅੱਜ ਵਿਕਸਿਤ ਦੇਸ਼ਾਂ ਦੇ ਵਿੱਚ ਆਉਂਦੇ ਆ। ਸਾਡਾ ਵੀ ਜਿਹੜਾ ਕੰਟਰੀ ਹੈ ਉਹ ਡਿਵੈਲਪਿੰਗ ਕੰਟਰੀ ਹੈ, ਕੁਝ ਡਿਵੈਲਪਡ ਕੰਟਰੀਆਂ ਨੇ, ਕੁਝ ਡਿਵੈਲਪਿੰਗ ਕੰਟਰੀ ਨੇ, ਕਿਉਂਕਿ ਇਹ ਹਾਲਾਤ ਇਸ ਤਰ੍ਹਾਂ ਦੇ ਨੇ। ਇਹਨਾਂ ਹਾਲਾਤਾਂ 'ਚੋਂ ਗੁਜ਼ਰਦਿਆਂ ਹੋਇਆਂ ਮਾੜੇ ਦੌਰ ਵੀ ਆਉਣਗੇ, ਪਰ ਜੇਕਰ ਆਪਾਂ ਇਹਦੀ ਨੀਂਹ ਰੱਖੀਏ ਤਾਂ ਸਿਰੇ ਦੇ ਕਿਨਾਰੇ ਤੇ ਵੀ ਪਹੁੰਚਾਂਗੇ। ਸਿੱਧੂ ਸਾਹਿਬ ਦਾ ਪੰਜਾਬ ਮਾਡਲ ਇੱਕ ਦਿਨ ਵਾਕਈ ਹੀ ਪੰਜਾਬ ਨੂੰ ਖੁਸ਼ਹਾਲ ਬਣਾਊਗਾ। ਸਵਾਲ ਇਹ ਹਲਕੇ ਨੂੰ ਲੈ ਕੇ ਤੁਸੀਂ ਗੱਲ ਕੀਤੀ ਵੀ ਹਰਚੰਦ ਸਿੰਘ ਲੌਂਗੋਵਾਲ ਨੇ ਬੜੇ ਕੰਮ ਕੀਤੇ ਨੇ ਇੱਧਰਲੀ ਬੈਲਟ ਦੇ ਵਿੱਚ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤੁਹਾਡੀ 10 ਸਾਲ ਦੇ ਵਿੱਚ ਸਰਕਾਰ ਰਹੀ, ਕਿਉਂ ਨਹੀਂ ਗੌਰ ਕੀਤੀ ਗਈ ਵੀ ਉਸ ਏਰੀਏ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ, ਭਾਖੜਾ ਦਾ ਪਾਣੀ ਪੀਣ ਨੂੰ ਮਜਬੂਰ ਨੇ? ਕਿਉਂ ਨਹੀਂ ਹਲੇ ਤੱਕ, ਚਾਹੇ 10 ਸਾਲ ਸਰਕਾਰ ਰਹੀ, ਕਿਉਂ ਨਹੀਂ ਉਸ ਸਮੱਸਿਆ ਦੀ ਤੁਹਾਡੇ ਵੱਲੋਂ ਹੱਲ ਕੀਤਾ ਗਿਆ? ਹੁਣ ਜਿਹੜਾ ਸਾਡਾ ਹਲਕੇ ਦਾ ਚੋਣ ਮੈਨੀਫੈਸਟੋ ਆ ਰਿਹਾ, ਉਹਦੇ ਵਿੱਚ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਸਭ ਤੋਂ ਪਹਿਲਾਂ ਜਿਹੜੀਆਂ ਇਹ ਘਾਟਾਂ ਨੇ, ਕੁਝ ਘਾਟਾਂ ਸਾਡੇ ਕੋਲ ਰਹਿ ਗਈਆਂ, ਅਸੀਂ ਇਹ ਨਹੀਂ ਕਹਿੰਦੇ ਵੀ ਸਾਰੀਆਂ ਪੂਰੀਆਂ ਹੋ ਗਈਆਂ, ਕਿਉਂਕਿ ਪਰਮਿੰਦਰ ਸਿੰਘ ਢੀਂਡਸਾ ਦਾ ਸਿਰਫ 6 ਮਹੀਨੇ ਪਹਿਲਾਂ ਹੀ ਆਇਆ ਸੀ। ਉਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਜਾਂ ਜਿਹੜੇ ਵੀ ਹਲਕਾ ਇੰਚਾਰਜ ਸਾਡੇ ਰਹੇ ਆ, ਉਹਨਾਂ ਦੇ ਸਮੇਂ ਤੇ ਡਿਵੈਲਪਮੈਂਟ ਹੋਈ ਹੈ, ਬਾਦਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਹੋਈ ਹੈ। ਜਿਵੇਂ ਆ ਗਗਨ ਜੀ ਕਹਿ ਰਹੇ ਸੀ ਪਰਮਿੰਦਰ ਸਿੰਘ ਢੀਂਡਸਾ ਨੇ ਕਰਤਾ, ਉਹਨਾਂ ਨੇ ਤਾਂ ਲਿਆ ਕੇ ਪੈਸੇ ਦੇ ਤੇ, ਪਰ ਉਹ ਮੁੜ ਕੇ ਦਿੱਤਿਆਂ ਤੋਂ ਬਾਅਦ ਵਾਪਸ ਕਰਾਈ ਜਾਂ ਜੋ ਵੀ ਹੋਏਗਾ, ਆਪਾਂ ਨੂੰ ਸਭ ਨੂੰ ਪਤਾ ਹੀ ਹੈ ਵੀ ਕਲੱਬਾਂ ਨੂੰ ਦਿੱਤੇ ਕਿਵੇਂ ਡਿਸਟ੍ਰੀਬਿਊਟ ਹੋਏ, ਨਿੱਜੀ ਖਾਤਿਆਂ 'ਚ ਪਾਏ ਗਏ, ਕੀ ਹੈਗਾ ਉਹ ਇੱਕ ਇਨਕੁਆਇਰੀ ਦਾ ਵਿਸ਼ਾ, ਮੈਂ ਉਹਦੇ ਤੇ ਕੋਈ ਟਿੱਕਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਪਰ ਬਹੁਤ ਵੱਡਾ ਉਹਦੇ ਵਿੱਚ ਵੀ ਹੈਗਾ, ਚਲੋ ਜੋ ਵੀ ਹੈਗੀ ਆ, ਪਰ ਜਿਹੜਾ ਹੈਗਾ ਡਿਵੈਲਪਮੈਂਟ ਜਿੰਨੀ ਵੀ ਹੋਈ ਆ ਉਹ ਅਕਾਲੀ ਦਲ ਦੀ ਗੌਰਮੈਂਟ ਵੇਲੇ ਹੋਈ ਹੈ। ਇਹ ਸਭ ਨੂੰ ਪਤਾ, ਬੱਚੇ ਨੂੰ ਪਤਾ, ਇੱਥੇ ਸਾਰੇ ਹਲਕੇ ਦੇ ਲੋਕ ਖੜੇ ਆ, ਇਹਨਾਂ ਤੋਂ ਤੁਸੀਂ ਪੁੱਛ ਸਕਦੇ ਹੋ। ਹੁਣ ਪਾਣੀ ਦੀ ਸਮੱਸਿਆ ਕਿਉਂ ਨਹੀਂ ਹੱਲ ਹੋਈ? ਉਹ ਲੋਕਾਂ ਦੀ ਵੋਟਿੰਗ ਤਾਂ ਉੱਥੋਂ ਹੀ ਮਿਲਦੀ, ਆਪਾਂ ਨੂੰ ਵੋਟ ਤਾਂ ਉੱਥੋਂ ਵੀ ਲੈਂਦੇ ਆਪਾਂ, ਪਰ ਉਹ ਲੋਕ ਹਜੇ ਵੀ ਸਮੱਸਿਆਵਾਂ ਨਾਲ ਜੂਝ ਰਹੇ ਨੇ। ਚਾਹੇ ਮੈਂ ਕਾਂਗਰਸ ਨੂੰ ਵੀ ਕਹਿੰਦਾ, ਕਾਂਗਰਸ ਦੀ 5 ਸਾਲ ਸਰਕਾਰ ਰਹੀ ਹੈ, 10 ਸਾਲ ਤੁਹਾਡੀ ਰਹੀ ਹੈ, 10 ਸਾਲਾਂ ਦੇ ਵਿੱਚ ਤੁਹਾਡੇ ਵੱਲੋਂ ਕਿਉਂ ਨਹੀਂ ਗੌਰ ਕੀਤੀ ਗਈ ਉਸ ਇਲਾਕੇ ਦੀ? ਨਹੀਂ, ਇੱਕ ਗੱਲ ਦੇਖੋ ਵੀ ਜਦੋਂ ਸਾਡੀ ਸਰਕਾਰ ਗਈ ਆ ਉਸ ਵੇਲੇ ਕੋਈ ਸਮੱਸਿਆ ਨਹੀਂ ਸੀਗੀ ਪਾਣੀ ਦੀ, ਉਸ ਵੇਲੇ ਉਹ ਇਲਾਕਾ ਜੀ 10 ਸਾਲ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ। ਜਿਸ ਟਾਈਮ ਚੰਦੂਮਾਜਰਾ ਸਾਹਿਬ ਵੀ ਸੀ ਉਸ ਟਾਈਮ ਤੋਂ ਵੀ ਉਹ ਇਲਾਕਾ ਸਮੱਸਿਆ ਨਾਲ ਹੈ, ਜੂਝ ਰਿਹਾ। ਉਹ ਬੈਲਟ ਜੂਝ ਰਹੀ ਹੈ, ਜਿਹੜੀ ਬੈਲਟ ਹੈ ਉਹ ਭਾਖੜਾ ਬੈਲਟ ਹੈ। ਫਿਰ ਕਿਉਂ? ਗਗਨ ਜੀ ਬਿਲਕੁਲ ਨਹੀਂ, ਉਸ ਵੇਲੇ ਕੋਈ ਸਮੱਸਿਆ ਨਹੀਂ ਸੀਗੀ, ਕਿਉਂਕਿ ਉਸ ਵੇਲੇ ਚੱਲਦਾ ਸੀ, ਉੱਥੇ ਜਿਹੜੇ ਉਹਨਾਂ ਦੇ ਬੋਰ ਸੀਗੇ ਚੱਲਦੇ ਸੀਗੇ। ਪਰ ਹਲਕੇ ਦੇ ਲੋਕ, ਮੈਂ ਆਪ ਨਹੀਂ ਕਹਿ ਰਿਹਾ, ਲੋਕ ਕਹਿ ਰਹੇ ਨੇ, ਉੱਥੇ ਦੇ ਉਸ ਪਿੰਡਾਂ ਦੇ ਲੋਕ ਕਹਿ ਰਹੇ ਨੇ ਵੀ ਹਾਂ ਅਸੀਂ ਇੰਨੇ ਟਾਈਮ ਤੋਂ ਸਮੱਸਿਆ ਨਾਲ ਜੂਝ ਰਹੇ ਸੀ, ਪਰ ਤੁਸੀਂ ਕਹਿ ਰਹੇ ਹੋ ਵੀ ਸਮੱਸਿਆ ਨਹੀਂ ਸੀ। ਅੱਜ ਵੀ ਉਹ ਬੰਦੇ ਸਮੱਸਿਆ ਨਾਲ, ਉਸ ਸਮੱਸਿਆ ਨਾਲ ਜੂਝ ਰਹੇ ਨੇ, ਹੱਲ ਕੋਈ ਨਹੀਂ ਹੋਇਆ, ਪਰ ਗੌਰ ਕੀਤੀ ਗਈ, ਕੋਈ ਹੱਲ ਨਹੀਂ ਹੋਇਆ। ਠੀਕ ਹੈ, ਚਲੋ ਹੋ ਸਕਦੀ ਹੈ ਕਿਤੇ ਨਾ ਕਿਤੇ ਘਾਟਾਂ ਰਹਿ ਗਈਆਂ ਹੋਣਗੀਆਂ, ਪਰ ਜਿਹੜਾ ਆਉਣ ਵਾਲਾ ਸਾਡਾ ਚੋਣ ਮੈਨੀਫੈਸਟੋ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਪਾਣੀ ਦਾ ਤੇ ਜਿਹੜੇ ਮੰਨ ਲਓ ਰਹਿੰਦੇ ਆ ਘੱਗਰ ਦਾ ਰਹਿ ਗਿਆ ਮਸਲਾ, ਜਾਂ ਜਿੰਨੇ ਵੀ ਹੈਲਥ ਤੇ ਐਜੂਕੇਸ਼ਨ ਦੇ ਮੁੱਦੇ ਆ, ਉਹ ਸਾਰੇ ਅਸੀਂ ਚੋਣ ਮੈਨੀਫੈਸਟੋ ਦੇ ਵਿੱਚ ਪਾਏ ਆ, ਉਹ ਸਭ ਤੋਂ ਪਹਿਲ ਦੇ ਆਧਾਰ ਤੇ ਪੂਰੇ ਕਰਾਂਗੇ। ਤੇ ਦੂਜੀ ਗੱਲ ਹੈਗੀ ਹੈ ਜਿਹੜੀ ਆਮ ਆਦਮੀ ਦੀ ਗੱਲ, ਇਹ ਕਹਿੰਦੇ ਵੀ ਅਸੀਂ ਨਵਾਂ ਬਦਲ ਲੈ ਕੇ ਆਉਣਾ, ਤਾਂ ਉਹ 35 ਜਿਹੜੇ ਕੈਂਡੀਡੇਟ ਨੇ ਇਹਨਾਂ ਨੇ ਅੱਜ ਤੱਕ ਅਕਾਲੀ ਦਲ ਤੇ ਕਾਂਗਰਸ ਦੇ ਵਿੱਚੋਂ ਲਿਆ ਕੇ ਦਿੱਤੇ, ਜਿਹੜੇ ਅਸੀਂ ਮੰਨ ਲਓ ਸਾਡੇ ਵੱਲੋਂ ਨਕਾਰੇ ਗਏ ਆ, ਜਿਹੜਿਆਂ ਨੂੰ ਅਸੀਂ ਚੰਗੇ ਨਹੀਂ ਸਮਝਦੇ ਸੀ ਵੀ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੈ ਜਾਂ ਇਹਨਾਂ ਤੇ ਕੋਈ FIR ਵਗੈਰਾ ਹੈਗੀਆਂ, ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਸਮਝਦੇ, ਉਹਨਾਂ ਨੂੰ ਲਿਆ ਕੇ ਇਹਨਾਂ ਟਿਕਟਾਂ ਦਿੱਤੀਆਂ। ਹੁਣ ਤੁਸੀਂ ਬਦਲ ਦੇਖ ਲਓ ਇਹਨਾਂ ਦਾ ਕਿੰਨਾ ਕੁ ਹੈਗਾ। ਤੇ ਦੂਜੀ ਗੱਲ ਕਾਂਗਰਸ ਦੀ ਹੈਗੀ ਆ ਵੀ ਜਿਹੜਾ 5 ਰੁਪਏ ਫੁੱਟ ਰੇਤਾ, ਉਹ ਬੱਬੀ ਜੀ ਨੂੰ ਪੁੱਛ ਲਓ ਵੀ ਕਿਸੇ ਮੁਣਕ ਦੇ ਵਿੱਚ ਮਿਲਿਆ ਹੋਵੇ, 100 ਰੁਪਏ ਕੇਵਲ ਦਾ ਕਿਸੇ ਨੂੰ ਮਿਲਿਆ ਹੋਵੇ, ਜਾਂ ਜਿੰਨੇ ਇਹਨਾਂ ਨੇ ਐਲਾਨਜੀਤ ਸਿੰਘ ਮੁੱਖ ਮੰਤਰੀ ਨੇ ਐਲਾਨ ਕੀਤੇ ਆ, ਜਿਹੜੇ ਵੀ ਇੱਕ ਵੀ ਚੀਜ਼ ਦੱਸ ਦਿਓ ਵੀ ਉਹ ਕਿਤੇ ਮੁਣਕ ਦੇ ਵਿੱਚ ਕਿਤੇ ਲਾਗੂ ਹੋਈ ਹੋਵੇ।
ਠੀਕ ਹੈ, ਜਾਂ ਕਿਸੇ ਨੂੰ ਪਲਾਟ ਮਿਲਿਆ ਹੋਵੇ, ਆ ਇੱਥੇ ਜਨਤਾ ਖੜੀ ਹੈ ਹਲਕੇ ਦੀ, ਜਾਂ ਕਿਸੇ ਨੂੰ ਲਾਲ ਡੋਰੇ ਵਾਲੇ ਦਾ ਕਿਸੇ ਦੇ ਨਾਮ ਰਜਿਸਟਰੀ ਹੋਈ ਹੋਵੇ, 1 ਫੁੱਟ ਵੀ ਹੋਈ ਹੋਵੇ, ਜਿੰਨੀਆਂ ਸਰਕਾਰੀ ਨੌਕਰੀਆਂ ਨੇ ਉਹ ਸਾਰੀਆਂ ਤੁਸੀਂ ਲਗਭਗ 3 ਲੱਖ ਦੇ ਨੇੜੇ ਤੇੜੇ ਉਦੋਂ 10 ਸਾਲ ਦੇ ਵਿੱਚ ਭਰਤੀਆਂ ਹੋਈਆਂ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਈਆਂ। ਇਹਨਾਂ ਨੇ ਐਂ ਦੱਸੋ ਵੀ 5 ਸਾਲ ਰਾਜ ਕੀਤਾ, 5 ਸਾਲ ਦੇ ਵਿੱਚ ਦੱਸੋ ਪੈਸੇ ਇਕੱਠੇ ਕਰਨ ਤੋਂ ਬਿਨਾਂ ਭਰਤੀਆਂ ਦੇ ਨਾਮ ਤੇ ਵੀ ਇੱਕ ਵੀ ਭਰਤੀ ਸਰਕਾਰੀ ਦੱਸੋ ਕਿਹੜੀ ਕੀਤੀ ਹੈਗੀ ਆ? ਜਿੰਨੀਆਂ ਹੁਣ ਪਟਵਾਰੀਆਂ ਦੀਆਂ ਭਰਤੀਆਂ ਸੀਗੀਆਂ ਉਹ ਵੀ ਸਾਰੀਆਂ ਕੈਂਸਲ ਹੋ ਗਈਆਂ, ਜਾਂ ਜਿੰਨੇ ਸੀਗੇ ਹੁਣ ਸਾਰੀਆਂ ਭਰਤੀਆਂ ਕੱਢੀਆਂ, ਸਾਰੀਆਂ ਦੀਆਂ ਸਾਰੀਆਂ ਕੈਂਸਲ ਹੋ ਗਈਆਂ, ਸਿਰਫ ਪੈਸੇ ਇਕੱਠੇ ਕੀਤੇ ਆ। 809 ਤੋਂ ਭਰਤੀ ਵਧਾ ਕੇ 1700 ਕਰਤੀ, 1700 ਤੋਂ 2000 ਕਰਤੀ, ਪਰ ਉਹ ਹੋਇਆ ਕੁਝ ਵੀ ਨਹੀਂ ਹੋਇਆ ਕਿਤੇ ਵੀ। ਜਿਹੜੀਆਂ ਇੰਸਪੈਕਟਰਾਂ ਦੀਆਂ ਭਰਤੀਆਂ ਸੀਗੀਆਂ ਸਾਰੀਆਂ ਕੈਂਸਲ ਹੋ ਗਈਆਂ, ਸਾਰੀਆਂ ਭਰਤੀਆਂ ਕੈਂਸਲ ਹੋ ਗਈਆਂ, ਸਿਰਫ ਪੈਸੇ ਇਕੱਠੇ ਕੀਤੇ ਆ। ਠੇਕੇ ਤੇ ਭਰਤੀ ਜ਼ਰੂਰ ਕੀਤੀ ਹੈ। ਇਹ ਜਿਹੜੇ ਹੁਣ ਮੁੱਖ ਮੰਤਰੀ ਸੀਗੇ ਐਲਾਨਜੀਤ ਸਿੰਘ, ਇਹ ਪਹਿਲਾਂ ਮੰਤਰੀ ਸੀਗੇ ਉਸ ਡਿਪਾਰਟਮੈਂਟ ਮਹਿਕਮੇ ਦੇ, ਤੇ ਇਹ ਮੇਲੇ ਲਾਉਂਦੇ ਰਹੇ, ਰੁਜ਼ਗਾਰ ਮੇਲੇ, ਸਾਰੇ ਫੈਕਟਰੀਆਂ ਲਿਆ ਕੇ ਇਹ ਇੱਥੇ ਰੁਜ਼ਗਾਰ ਮੇਲੇ ਲਾਉਂਦੇ ਰਹੇ ਆ। ਫੈਕਟਰੀ ਵਾਲੇ 5-5000 2-2000 ਰੁਪਏ ਤੇ ਨੌਕਰੀਆਂ ਰੱਖਦੇ ਰਹੇ ਆ। ਬਸ ਇੰਨਾ ਕੁ ਕੰਮ ਜ਼ਰੂਰ ਕੀਤਾ। ਪੁੱਛ ਲਓ ਬੱਬੀ ਜੀ ਨੂੰ ਹੀ ਪੁੱਛ ਲਓ ਵੀ 5 ਰੁਪਏ ਫੁੱਟ ਜੇ ਕਿਸੇ ਨੂੰ ਰੇਤਾ ਮਿਲਿਆ 5.5 ਰੁਪਏ ਫੁੱਟ ਤਾਂ ਦੱਸ ਦਿਓ, ਜਾਂ ਆਪਣਾ ਉਹ ਕੇਬਲ ਮਿਲੀ ਹੈ 100 ਰੁਪਏ ਤਾਂ ਦੱਸ ਦਿਓ, ਜਾਂ ਜਿਹੜਾ ਵੀ ਮੰਨ ਲਓ ਇਹਨਾਂ ਨੇ ਕੀਤੇ ਹੈਗੇ। ਹੁਣ ਆਟਾ ਦਾਲ ਦੇ ਜਿੰਨੇ ਕਾਰਡ ਸੀਗੇ ਉਹ ਵੀ ਜਿਹੜੇ ਸਾਡੀ ਸਰਕਾਰ ਵੇਲੇ ਬਣੇ ਸੀਗੇ ਉਹ ਸਾਰੇ ਕੱਟੇ ਪਏ ਆ। ਹੁਣ ਇਹ ਬਾਰ ਕੋਡ ਹੈ, ਜਿਹਨੂੰ ਜੀ ਕਰਦਾ ਦੇਖ ਟਿੱਕੇ ਕੱਢਦੇ ਆ, ਭਾਵੇਂ ਉਹਦੇ 10 ਏਕੜ ਹੈ, ਭਾਵੇਂ ਉਹਦੇ 5 ਏਕੜ ਹੈ, ਭਾਵੇਂ ਉਹਦੇ 20 ਏਕੜ ਹੈ। ਵਿਚਾਰਾ ਗਰੀਬ ਆਦਮੀ ਤਰਾ ਕਰਦਾ ਫਿਰਦਾ, ਉਹਨੂੰ ਬਾਰ ਕੋਡ ਨਹੀਂ ਦਿੰਦੇ ਹੈਗੇ। ਇਹਨਾਂ ਦੇ ਕੋਲੇ ਸਰਪੰਚਾਂ ਕੋਲੇ ਜ਼ਰੂਰ, ਇਹਨਾਂ ਦੇ ਕਾਂਗਰਸੀਆਂ ਕੋਲੇ ਆਏ ਆ ਕੋਈ 10-10 15-20 ਜਿੰਨੇ ਵੀ ਇਹ ਚਾਹੁੰਦੇ ਸੀਗੇ, ਜਿਨ੍ਹਾਂ ਨੂੰ ਇਹਨਾਂ ਦੇਣੇ ਚਾਹੁੰਦੇ ਸੀਗੇ। ਜਿਹੜੇ ਦੂਜੇ ਆ ਵਿਚਾਰੇ, ਜਿਹੜਾ ਕੋਈ ਅਕਾਲੀ ਦਲ ਨਾਲ ਸੰਬੰਧ ਰੱਖਦਾ ਜਾਂ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਰੱਖਦਾ, ਤਾਂ ਉਹਨੂੰ ਕੋਈ ਬਾਰ ਕੋਡ ਨਹੀਂ ਮਿਲੂਗਾ, ਉਹਦਾ ਕੋਈ ਨੀਲਾ ਕਾਰਡ ਨਹੀਂ ਬਣੂਗਾ। ਇਹ ਬਿਲਕੁਲ ਪਾਰਸ਼ੈਲਿਟੀ ਇੱਥੇ ਹੁੰਦੀ ਰਹੀ ਹੈ ਜੀ। ਡਿਵੈਲਪਮੈਂਟ ਬਹੁਤ ਹੋ ਗਈ, ਸਾਰਾ ਕੁਝ ਹੋਇਆ, ਹਲਕੇ ਦੇ ਪੈਸਾ ਵੀ ਆਇਆ, ਪਰ ਕਿਉਂ ਨਹੀਂ ਗੌਰ ਹੁੰਦੀ ਜਦੋਂ ਹਲਕੇ ਦੇ ਲੋਕ ਪਾਣੀ ਲਈ ਤਰਸ ਰਹੇ ਹੋਣਾ? ਪਾਣੀ ਨਾ ਸ਼ੁੱਧ ਮਿਲੇ, ਖਰਾਬ ਪਾਣੀ ਵੇ ਕਹਿ ਰਹੇ ਨੇ ਵੀ 10 ਸਾਲ ਸਾਡੀ ਸਰਕਾਰ ਸੀ, ਉਸ ਟਾਈਮ ਕੋਈ ਕਮੀ ਨਹੀਂ ਸੀ। ਕਾਂਗਰਸ भी 5 साल रही है, मैं साफ तौर पर कहना, क्यों नहीं है जहाँ गौर की थी? शेर है कि झील पर पानी बरसता है हमारे देश में, खेत पानी को तरसता है हमारे देश में, हाकिमों अफसरों को छोड़कर तुम बताओ कौन हंसता है हमारे देश में। ये देश की विडंबना है कि रवायती पार्टियां लुटदियां आईयां, इन्होंने स्कीमां दे नाम नाल लोकां नाल धोखा कीता। पानी तो तरस्त लोग हैं, बिजली पानी तो तरस्त लोग हैं। बब्बी वीर जी गल कर रहे हैं, तुसीं मेरे नाल, मैं परसों दी दा इंसीडेंट तुहानूं दसदा शुक्रवार दा, मैं सवेरे 5:30 ਵਜੇ ਆਪਣੇ ਤਹਿਸੀਲ ਆਫਿਸ ਦੇ ਵਿੱਚ ਗਿਆ। ਕੈਨ ਯੂ ਬਿਲੀਵ ਇਟ ਕਿ 3:30 ਵਜੇ ਲੋਕ ਉੱਥੇ ਲਾਈਨਾਂ ਦੇ ਵਿੱਚ ਲੱਗੇ ਹੋਏ ਆ ਕਿ ਆਧਾਰ ਕਾਰਡ ਬਣਾਉਣਾ ਹੈ, ਮੈਂ ਰਾਸ਼ਨ ਕਾਰਡ ਬਣਾਉਣਾ ਹੈ। ਇਹਨਾਂ ਨੇ ਲੋਕਾਂ ਦੀ ਐਸੀ ਫਜੀਹਤ ਕਰਤੀ ਹੈ ਕਿ ਇੱਕ ਦਿੱਲੀ ਮਾਡਲ ਹੈ ਜਿੱਥੇ ਤੁਸੀਂ ਇੱਕ ਨੰਬਰ 1076 ਡਾਇਲ ਕਰੋ, 2 ਸਟੈਪ ਡਿਲੀਵਰੀ ਹੈ, ਤੁਹਾਨੂੰ ਮੁਹਤਾਜ ਬਣਾਤਾ ਇਹਨਾਂ ਨੇ। ਹੈਰਾਨਗੀ ਵਾਲੀ ਗੱਲ ਹੈ। ਦੂਜਾ, ਆਮ ਆਦਮੀ ਪਾਰਟੀ ਅੰਦੋਲਨ ਚੋਂ ਨਿਕਲੀ ਪਾਰਟੀ ਹੈ। ਆਮ ਆਦਮੀ ਪਾਰਟੀ ਜਨਤਾ ਦੀ ਪਾਰਟੀ ਹੈ। ਆਮ ਆਦਮੀ ਪਾਰਟੀ ਨੂੰ ਚਦਾਨ ਤੇ ਖਰਾਨ ਦੀ ਜ਼ਿੰਮੇਵਾਰੀ ਜਨਤਾ ਦੀ ਹੈ। ਅਸੀਂ ਜੋ ਚਿਹਰਿਆਂ ਦੀ ਗੱਲ ਕਰਦੇ ਪਹਿਲਾਂ ਆਪਣੇ ਦੇਖ ਲੈਣਾ ਵੀ ਆਪਣੇ ਕਿੱਥੇ ਜਾ ਰਹੇ ਤੇ ਕਿੱਥੇ ਜਾ ਰਹੇ। ਅਕਾਲੀ ਦਲ ਨੇ ਸੁੱਚਾ ਸਿੰਘ ਛੋਟੇਪੁਰ ਲੈ ਲਏ, ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਚਲੇ ਗਏ, ਇਹਨਾਂ ਨੂੰ ਛਾਨਣੀ ਨਹੀਂ ਪਤਾ ਲੱਗੀ ਵੀ ਉਹ ਅਸੀਂ ਜਿਹਨੂੰ 4.5 ਸਾਲ ਬਣਾਏ ਰੱਖਿਆ। ਮੈਂ ਵਾਰ-ਵਾਰ ਰਿਪੀਟ ਕਰ ਰਿਹਾ ਇਸ ਗੱਲ ਨੂੰ ਕਿ ਕੈਪਟਨ ਅਮਰਿੰਦਰ ਸਿੰਘ ਮਿਲੇ ਹੋਏ ਸੀ ਜੀ। ਮੈਂ ਫਿਰ ਸਵਾਲ ਪੁੱਛਣਾ ਚਾਹੁੰਦਾ ਵੀ ਤੁਸੀਂ ਜਿਹੜਾ ਹੁਣ ਮੁੱਖ ਮੰਤਰੀ ਚੁਣੋਗੇ ਉਹ 100 ਦਿਨਾਂ ਦਾ ਚੁਣੋਗੇ, 5 ਸਾਲਾਂ ਦਾ ਚੁਣੋਗੇ? ਪਹਿਲਾ ਕੁਐਸਚਨ ਇਹ। ਦੂਜੀ ਕੁਐਸਚਨ, ਬਰਾਤ ਸੱਜ ਚੁੱਕੀ ਹੈ, 2022 ਦਾ ਪੂਰਾ ਐਲਾਨ ਹੋਇਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇੱਕ ਦੁੱਲੇ ਨਾਲ ਨਹੀਂ ਜਾਂਦੇ। दूल्हा बयान चलते आप कहना भी ਇਹਦਾ ਵਿਆਹ ਚੱਲਿਆ, ਇਹ ਆਪਣਾ ਦੁੱਲਾ ਡਿਸਾਈਡ ਕਰਨ ਵੀ ਇਹ ਕਿਹੜਾ ਦੁੱਲਾ ਲੈ ਕੇ ਜਾਣਗੇ। ਤੇ ਇਧਰੋਂ ਵੀ ਮੈਂ ਉਮੀਦ ਕਰਦਾ ਕਿ ਆਪਣਾ ਦੁੱਲਾ ਦੱਸਣ ਵੀ ਇਹ ਬੀਜੇਪੀ ਦਾ ਦੁੱਲਾ ਲੈ ਕੇ ਜਾਣਗੇ, ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣਗੇ, ਸੁਖਦੇਵ ਸਿੰਘ ਢੀਂਡਸਾ ਨੂੰ ਬਣਾਉਣਗੇ। ਗਗਨ ਜੀ, ਸਵਾਲ ਇਹੀ ਨੇ, ਹਲਕੇ ਦੇ ਸਵਾਲ ਨੇ। ਤੁਸੀਂ ਕਹਿ ਰਹੇ ਹੋ ਵੀ ਢੀਂਡਸਾ ਸਾਹਿਬ ਨੇ ਇੰਨਾ ਵਿਕਾਸ ਕੀਤਾ, ਪਰ ਉਸ ਟਾਈਮ ਕਿਉਂ ਨਹੀਂ ਗੌਰ ਕੀਤੀ ਗਈ? ਕਿਉਂਕਿ ਇਲਾਕੇ ਦੇ ਲੋਕ ਪਾਣੀ ਨੂੰ ਤਰਾਹ ਕਰ ਰਹੇ ਨੇ, ਪਾਣੀ ਸ਼ੁੱਧ ਮਿਲ ਰਿਹਾ, ਨਹਿਰ ਦਾ ਪਾਣੀ ਪੀਣ ਲਈ, ਜਿਹਦੇ ਵਿੱਚ ਡੈੱਡ ਬੋਡੀਆਂ ਵਗੈਰਾ ਹੁੰਦੀਆਂ ਨੇ। ਕਿਉਂ ਨਹੀਂ ਮੁੱਦੇ ਚੱਕੇ ਜਾਂਦੇ ਹਲਕੇ ਦੇ? देखो जिन्ना हो सकिया ਢੀਂਡਸਾ ਸਾਹਿਬ ने किया, बाकी भी जो कोई कमी रह गई तो वो ਢੀਂਡਸਾ ਸਾਹਿਬ अगे पूरी करनगे, ये कोई वो नहीं हैगी। जे किसी तरह की भी कोई कमी रह गई तो कोई गल नहीं, पूरी की जाऊगी, ये कोई वो नहीं हैगी। ठीक है। तो दूजा अपना दूल्हे की गल करते हैं, कोई गल नहीं, टाइम आने तो दूल्हा भी आ जाएगा। ठीक है। नहीं, इलेक्शन तो पहला आएगा, चुनाव तो बाद आएगा? नहीं, बिल्कुल आएगा, कोई गल चुनाव तो पहला आएगा, पहले ही आएगा, पहले ही आएगा। मैं उम्मीद करा कि चुनाव तो वीर जी कह रहे हैं कि चुनाव तो पहला आएगा। मैनू उम्मीद नहीं लगती कि चुनाव तो पहला अपना दुल्ला दस के चलणगे। ते चलो देखते हैं, होप सो। पर ਇਹ ਦੁੱਲਾ ਦਾ ਤਿੰਨੇ ਪਾਰਟੀਆਂ ਦੱਸ ਦੇਣ ਸਾਡਾ ਦੁੱਲਾ ਤਿਆਰ ਹੈ। ਸਰਦਾਰ ਪਰ ਇੱਕ ਰਾਜਨੀਤੀ ਹੁੰਦੀ ਹੈ, ਜੋੜ ਤੋੜ ਦੀ ਰਾਜਨੀਤੀ ਹੋਏ। ਕੋਈ ਕਹਿ ਰਿਹਾ ਜੀ ਅਸੀਂ ਸਿੱਖ ਚਿਹਰਾ ਲਗਾਵਾਂਗੇ, ਕੋਈ ਕਹਿ ਰਿਹਾ ਅਸੀਂ ਦਲਿਤ ਲਗਾਵਾਂਗੇ, ਕੋਈ ਕਹਿ ਰਿਹਾ ਹਿੰਦੂ, ਜਾਖੜ ਸਾਹਿਬ ਕਹਿ ਰਹੇ ਨੇ ਕਹਿੰਦੇ ਹਿੰਦੂ ਲਗਾਵਾਂਗੇ। ਕਿਉਂ ਰਾਜਨੀਤੀ ਹੋ ਰਹੀ ਇਸ ਚੀਜ਼ ਤੇ, ਸੀਐਮ
ਚਿਹਰੇ ਦੀ ਲੈ ਕੇ ਰਾਜਨੀਤੀ ਹੈ ਸਭ ਤੋਂ ਵੱਡੀ ਹੈ। ਨਹੀਂ, ਸਾਡਾ ਦੁੱਲਾ ਸਰਦਾਰ ਸੁਖਬੀਰ ਸਿੰਘ ਬਾਦਲ ਤਿਆਰ ਬੈਠਾ ਹੈ। ਪਰ ਇਹ ਤਿੰਨੇ ਪਾਰਟੀਆਂ ਤੋਂ ਪੁੱਛੋ, ਦੁੱਲਾ ਤਾਂ ਇਹਨਾਂ ਦੀ ਜਿਵੇਂ ਇਹਨਾਂ ਦਾ ਸਿੱਧੂ ਕਹਿੰਦਾ ਹੁੰਦਾ ਤੂੰ ਕਰਦੀ ਫਿਰਦੀ ਹੈ ਬਰਾਤ, ਤੇ ਦੁੱਲਾ ਹੈ ਨਹੀਂ। ਦੁੱਲਾ ਹੁਣ ਇਹਨਾਂ ਨੂੰ ਪੁੱਛ ਕੇ ਦੱਸੋ ਵੀ ਦੁੱਲਾ ਕਿਹੜਾ ਵੀ ਤੁਹਾਡਾ। ਲਵਜੀਤ ਜੀ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਲੱਗਦਾ ਵੀ ਕਿਸ ਤਰੀਕੇ ਨਾਲ ਜਿਹੜੀ ਹੁਣ ਚੋਣ ਲੜੀ ਜਾਵੇਗੀ ਤੁਹਾਡੀ ਪਾਰਟੀ ਵੱਲੋਂ, ਕੌਣ ਤੁਹਾਡਾ ਸੀਐਮ ਹੋਊਗਾ, ਸਵਾਲ ਉਠਾਏ ਜਾ ਰਹੇ ਨੇ। ਮੈਂ ਸਭ ਤੋਂ ਪਹਿਲਾਂ ਆਪਣੇ ਵੀਰਾਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਹੋ ਇਹ ਬਹੁਤ ਹੀ ਮਤਲਬ ਗੈਰ ਜ਼ਿੰਮੇਵਾਰ ਸ਼ਬਦ ਹੈ। ਅਸੀਂ ਕੋਈ ਕਿਸੇ ਦੇ ਘਰੇ ਟੁੱਕਣ ਨਹੀਂ ਜਾਣਾ, ਅਸੀਂ ਕਿਸੇ ਘਰੇ ਬਰਾਤ ਲੈ ਕੇ ਨਹੀਂ ਜਾਣੀ। ਉਹ ਸਭ ਸਾਡੇ ਭੈਣ ਭਰਾ ਨੇ, ਅਸੀਂ ਵੀ ਉਹਨਾਂ ਚਾਹੁੰਦੇ ਹਾਂ। ਸੋ ਇਹ ਜਿਹੜਾ ਵਰਡ ਹੈ ਇਹਨੂੰ ਚੇਂਜ ਕਰਨ, ਸੀਐਮ ਨੂੰ ਸੀਐਮ ਹੀ ਰਹਿਣ ਦੇਣ, ਦੁੱਲੇ ਵਾਲੀ ਵਰਡਿੰਗ 'ਚ ਨਾ ਆਉਣ। ਔਰ ਦੂਜਾ 2017 ਦੇ ਕੋਲ ਵੀ ਇਹਨਾਂ ਕੋਲੇ ਹੈਗਾ ਸੀਗਾ ਸੀਐਮ ਆਪ ਵਾਲਿਆਂ ਕੋਲੇ, ਠੀਕ ਹੈ ਜੀ। ਜੇ ਉਦੋਂ ਸੀਗਾ ਤਾਂ ਹੁਣ ਤੱਕ ਅਨਾਉਂਸ ਕਿਉਂ ਨਹੀਂ ਹੋਇਆ? ਉਦੋਂ ਤੱਕ ਸੀਗਾ, ਠੀਕ ਹੈ। ਔਰ ਦੂਜੀ ਗੱਲ ਢੀਂਡਸਾ ਸਾਹਿਬ ਦੀ ਹੈ, ਉਹਨਾਂ ਨੂੰ ਤਾਂ ਅਜੇ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਜਾਣਾ ਕਿੱਧਰ ਆ, ਬਾਂਹ ਕਿਹਦੀ ਫੜਨੀ ਆ, ਠੀਕ ਹੈ ਨਾ। ਔਰ ਜਿਹੜੇ ਬੰਦੇ ਵਿੱਚ ਮਝਧਾਰ ਦੇ ਦੋ ਚਿੱਤੀ ਹੋ ਜਾਣ ਨਾ, ਉਹ ਕਿਨਾਰੇ ਨਹੀਂ ਲੱਗਦੇ ਹੁੰਦੇ ਕਦੀ ਵੀ। ਸੋ ਜੇ ਆਪਣੇ ਆਪ ਤੇ ਖੜਨਾ ਸੀਗਾ, ਜੇ ਕਿਸਾਨਾਂ ਦੇ ਹਤੈਸ਼ੀ ਸੀਗੇ, ਹਮਦਰਦ ਸੀਗੇ ਲੋਕਾਂ ਦੇ, ਤੇ ਇਹਨਾਂ ਨੂੰ ਕੀ ਲੋੜ ਪਈ ਸੀ ਕਿਸੇ ਦਾ ਪੱਲਾ ਫੜਨ ਦੀ? ਸੋ ਆਪਣਾ ਦਮਦਾਰ ਹੈਗੇ ਸੀਗੇ, ਗੱਡ ਕੇ ਖੜੇ ਰਹਿੰਦੇ। ਸੋ ਕੋਈ ਗੱਲਾਂ ਨੇ, ਗੱਲਾਂ ਕ੍ਰਾਸ ਕੁਐਸਚਨ ਹੈ ਸਰ ਨੂੰ। ਚਲੋ ਦੁੱਲੇ ਸ਼ਬਦ ਤੋਂ ਮੇਰੇ ਵੀਰ ਨੂੰ ਤਕਲੀਫ ਹੈ, ਆਪਾਂ ਸੀਐਮ ਚਿਹਰੇ ਦੀ ਗੱਲ ਕਰ ਲੈਂਦੇ ਹਾਂ ਜੀ। ਹੈ ਅਗਰ ਇਹ ਕਹਿੰਦੇ ਆ ਕਿ ਸਾਡਾ ਜੋ 100 ਦਿਨ ਦਾ ਪੀਰੀਅਡ ਸੀ ਉਹ ਸ਼ਾਨਦਾਰ ਰਿਹਾ, ਚੰਨੀ ਨੇ ਬੇਮਿਸਾਲ ਕੰਮ ਕੀਤਾ। ਕੀ ਤੁਸੀਂ ਤੁਹਾਡੇ ਸੁਰਜੇਵਾਲੇ ਦਾ ਕੱਲ ਬਿਆਨ ਆਇਆ ਵੀ ਸਾਡੇ 3 ਚਿਹਰੇ ਹੋਣਗੇ, ਚੰਨੀ ਹੋਏਗਾ, ਜਾਖੜ ਹੋਏਗਾ, ਸਿੱਧੂ ਹੋਏਗਾ, ਜਾਂ ਤਾਂ ਤੁਸੀਂ ਉਹਦੇ ਪਰ ਸ਼ੰਕਾ ਪੈਦਾ ਕਰ ਰਹੇ ਹੋ ਵੀ ਚੰਨੀ ਨੇ ਅੱਛਾ ਕੰਮ ਨਹੀਂ ਕੀਤਾ? ਜੇ ਅੱਛਾ ਕੰਮ ਕੀਤਾ ਤਾਂ ਤੁਸੀਂ ਸੀਐਮ ਕਿਉਂ ਨਹੀਂ ਐਲਾਨ ਰਹੇ? ਸਿੰਪਲ ਜਿਹਾ ਸਵਾਲ ਹੈ ਮੇਰਾ। ਤੁਹਾਡੀ ਪਾਰਟੀ ਦਾ ਸਵਾਲ ਹੈ, ਕਿਸ ਪਾਰਟੀ ਨਾਲ? ਮੇਰਾ ਇਹ ਹੈ ਬਾਦਲ ਸਾਹਿਬ ਨੂੰ, ਇਹ ਬਾਦਲ ਸਾਹਿਬ ਤਾਂ ਤਿਆਰ ਨੇ, ਪਿਛਲੀ ਵਾਰ ਵੀ ਤਿਆਰ ਸੀ ਬਾਦਲ ਸਾਹਿਬ ਤਾਂ, ਪਰ ਬਾਦਲ ਸਾਹਿਬ ਨੂੰ ਲੋਕ ਨਹੀਂ ਚੁਣਨ ਵਾਲੇ। ਕਿਉਂ ਨਹੀਂ ਚੁਣਨ ਵਾਲੇ? ਰੇਤਾ ਬਜਰੀ ਉਹ ਬਾਦਲ ਸਾਹਿਬ ਨੇ, ਠੀਕ ਹੈ ਜੀ। ਬੇਅਦਬੀ ਸਭ ਤੋਂ ਵੱਡਾ, ਗੁਰੂ ਸਾਹਿਬ ਦੀ ਬੇਅਦਬੀ ਵਿੱਚ ਚੱਲਦੀ ਹੈ ਜਿਹੜੀ ਅਕਾਲੀ ਦਲ ਹੈ, ਬੇਅਦਬੀ ਕੀਤੀ ਬਾਦਲ ਸਾਹਿਬ ਦੇ ਅੰਡਰ ਹੋਈ ਬੇਅਦਬੀ। ਅਸੀਂ ਸੋਚ ਨਹੀਂ ਸਕਦੇ ਸੀ, ਕਦੇ ਸਿੱਖ ਸੋਚ ਨਹੀਂ ਸਕਦੇ ਸੀ ਕਿ ਬੇਅਦਬੀ ਹੈ ਜਿਹੜੀ ਉਹ ਬਾਦਲ ਸਾਹਿਬ ਦੇ ਰਾਜ ਦੇ ਅੰਡਰ ਹੋ ਜੂਗੀ, ਠੀਕ ਹੈ। ਗੋਲੀਆਂ ਚੱਲੀਆਂ ਕੋਟਕਪੂਰਾ, ਉਹ ਬਾਦਲ ਸਾਹਿਬ ਦੇ ਰਾਜ ਚੱਲੀਆਂ, ਸੋਚ ਸਕਦੇ ਸੀ ਅਸੀਂ ਕਦੇ? ਠੀਕ, ਤੇ ਫਿਰ ਕਿਵੇਂ ਚੋਣੇ? ਨਸ਼ਾ ਬਾਦਲ ਸਾਹਿਬ ਦੇ ਰਾਜ, ਸੋਚ ਸਕਦੇ ਸੀਗੇ ਅਸੀਂ? ਸੋਚ ਸਕਦੇ ਸੀਗੇ ਅਸੀਂ ਕਦੇ ਹੋਏਗਾ ਇਹ? ਅਕਾਲੀ ਦਲ ਦੀ ਸਰਕਾਰ ਹੋਵੇ ਤੇ ਅਕਾਲੀ ਵਰਕਰਾਂ ਦੇ ਉੱਤੇ ਗੋਲੀਆਂ ਚੱਲਣ, ਸਿੱਖਾਂ ਦੇ ਉੱਤੇ ਗੋਲੀਆਂ ਚੱਲਣ, ਸੋਚ ਸਕਦੇ ਸੀ? ਤਾਂ ਮੈਂ ਇਹ ਕਹਿਣਾ ਚਾਹੁੰਦਾ ਭਾਈ ਸਾਹਿਬ ਨੂੰ ਕਿ ਬਾਦਲ ਸਾਹਿਬ ਤਾਂ ਭੁੱਲ ਜਾਣ, ਠੀਕ ਹੈ। ਲੋਕ ਅੱਕ ਚੁੱਕੇ ਨੇ। ਕਿਉਂ ਅੱਕ ਚੁੱਕੇ ਨੇ? ਕਿਉਂਕਿ ਇੱਕ ਵਾਰ ਮਾਸਟਰ ਤਾਰਾ ਸਿੰਘ ਨੇ ਵੀ ਇਹ ਗਲਤੀ ਕਰੀ ਸੀ ਸਿੱਖਾਂ ਨਾਲ ਟੱਕਰ ਲੈਣ ਦੀ, ਤੇ ਹੁਣ ਬਾਦਲ ਸਾਹਿਬ ਨੇ ਕਰੀ ਹੈ, ਤੇ ਇਹ ਬਾਦਲ ਸਾਹਿਬ ਭੁੱਲ ਜਾਣ। ਬਾਦਲ ਸਾਹਿਬ ਤਾਂ ਦੁੱਲਾ, ਹੋਰ ਕਿਸੇ ਨੂੰ ਚੁਣ ਲੈਣ। ਭਾਈਵਾਲ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਵੀ ਬਾਦਲ ਸਾਹਿਬ ਕਿਵੇਂ ਬਣ ਜਾਣਗੇ ਸੀਐਮ, ਕਿਉਂਕਿ ਬੜੇ ਬੇਅਦਬੀ ਦੇ ਦੋਸ਼ ਲਾਏ ਨੇ, ਮਾਫੀਆ ਦੇ ਦੋਸ਼ ਲੱਗੇ ਨੇ। ਕਿਵੇਂ ਦੇਖਦੇ ਹੋ? ਕਿਉਂਕਿ ਪਹਿਲਾਂ ਪਾਰਟੀ ਦੇ ਵਿੱਚ ਇਹ ਵੀ ਸੀ। ਜਿਹੜੀ ਟੱਕਰ ਲੈਣ ਦੀ ਗੱਲ ਹੈ, ਸਿੱਖਾਂ ਨਾਲ ਟੱਕਰ ਲੈਣ ਦੀ ਜਾਂ ਪੰਜਾਬੀਆਂ ਨਾਲ ਟੱਕਰ ਲੈਣ ਦੀ ਗੱਲ ਕੀਤੀ ਹੈ, ਤਾਂ ਉਹ ਢੀਂਡਸਾ ਪਰਿਵਾਰ ਨੇ ਕੀਤੀ ਹੈ। ਬੀਜੇਪੀ ਨਾਲ ਗੱਠਜੋੜ ਕਰਕੇ, ਉਹ ਵੀ 700 ਕਿਸਾਨਾਂ ਦੀ ਸ਼ਹਾਦਤ ਤੋਂ ਬਾਅਦ ਕੀਤੀ ਹੈ। ਜਿਹੜੀ ਟੱਕਰ ਕੀਤੀ ਹੈ ਇਹਨਾਂ ਨੇ ਕੀਤੀ ਹੈ, ਕਿਉਂਕਿ ਪਿੰਡਾਂ ਦੇ ਵਿੱਚ ਇਹਨਾਂ ਨੂੰ ਕੋਈ ਵੜ ਨਹੀਂ ਦੇ ਰਿਹਾ। ਟੱਕਰ ਤਾਂ ਇਹਨਾਂ ਨੇ ਕੀਤੀ ਹੈ ਨਾ ਲੋਕਾਂ ਨਾਲ। ਹੁਣ ਤੁਸੀਂ ਜਿਹੜੇ ਮਰਜ਼ੀ ਪਿੰਡ ਜਾਂਦੇ ਆ, ਲੋਕੀ ਇਹਨਾਂ ਨੂੰ ਕੀ ਕਹਿੰਦੇ ਆ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਸਿੱਖ ਹੋ ਕੇ, ਤੁਸੀਂ ਕਿਸਾਨ ਹੋ ਕੇ, ਤੁਸੀਂ ਬੀਜੇਪੀ ਨਾਲ ਗੱਠਜੋੜ ਕਰਕੇ ਤੁਸੀਂ ਪਿੰਡਾਂ 'ਚ ਆ ਰਹੇ ਹੋ, ਵੋਟਾਂ ਸਾਡੀਆਂ ਮੰਗਣ ਆ ਰਹੇ ਹੋ, ਤੇ ਇਹਨਾਂ ਨੂੰ ਇਹ ਲੋਕਾਂ ਨੂੰ ਲੋਕ ਪਿੰਡਾਂ 'ਚ ਵੜ ਨਹੀਂ ਦੇ ਰਹੇ ਹੈਗੇ। ਪਰ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਗੱਲ ਹੈ ਤੇ ਬੇਅਦਬੀ ਦੀ ਗੱਲ ਹੈ, ਉਦੋਂ ਮੰਨ ਲਓ ਇਹ ਸਰਕਾਰ ਦੇ ਵਿੱਚ ਸੀਗੇ। ਮੇਰੇ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਸੈਕਟਰੀ ਜਨਰਲ ਸੀਗੇ ਪਾਰਟੀ ਦੇ, ਸੁਖਬੀਰ ਸਿੰਘ ਪ੍ਰਧਾਨ ਸੀਗੇ, ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀਗੇ, ਸੈਕਟਰੀ ਜਨਰਲ ਸੁਖਦੇਵ ਸਿੰਘ ਢੀਂਡਸਾ ਸੀਗੇ। ਤੇ ਜਦੋਂ ਮੁੱਖ ਮੰਤਰੀ ਬਾਦਲ ਸਾਹਿਬ ਸੀਗੇ ਤਾਂ ਫਾਈਨਾਂਸ ਮਿਨਿਸਟਰ ਸਭ ਤੋਂ ਸੈਕੰਡ ਪੋਜੀਸ਼ਨ ਤੇ ਪਰਮਿੰਦਰ ਸਿੰਘ ਢੀਂਡਸਾ ਸੀਗੇ। ਉਦੋਂ ਇਹਨਾਂ ਨੇ 2017 ਦੇ ਵਿੱਚ ਇਲੈਕਸ਼ਨ ਲੜੀ। ਪਰਮਿੰਦਰ ਸਿੰਘ ਢੀਂਡਸਾ ਲਹਿਰੇ ਹਲਕੇ ਤੋਂ ਵਿਧਾਇਕ ਵੀ ਚੁਣ ਕੇ ਗਏ 26000 ਵੋਟ ਤੇ, ਜਦੋਂ ਚੁਣ ਕੇ ਗਏ ਨੇ। ਉਸ ਤੋਂ ਬਾਅਦ 2019 ਦੇ ਵਿੱਚ ਆ ਕੇ ਫਿਰ ਉਹ ਇਲੈਕਸ਼ਨ ਲੜਦੇ ਲੋਕ ਸਭਾ ਦੀ। ਤੇ ਉਦੋਂ ਪਾਰਟੀ ਚੰਗੀ ਸੀ ਜਾਂ ਉਦੋਂ ਗੋਲੀਆਂ ਨਹੀਂ ਚੱਲੀਆਂ ਸੀ ਜਾਂ ਉਦੋਂ ਬੇਅਦਬੀ ਨਹੀਂ ਹੋਈ ਸੀਗੀ? ਇਹਨਾਂ ਨੂੰ ਪੁੱਛੋ ਗਗਨਜੀਤ ਤੋਂ। ਕਿ ਹਰ ਪਿੰਡ ਸ਼ਹਿਰਾਂ ਸਮਾਜਾਂ ਨੂੰ ਲੁੱਟਿਆ, ਇਸ ਪੰਜਾਬ ਨੂੰ ਤਖਤਾਂ ਤੇ ਤਾਜਾਂ ਨੇ ਲੁੱਟਿਆ। ਇਹ ਤਖਤ ਤੇ ਤਾਜਾਂ ਦੇ ਉੱਪਰ ਦੋਨੋਂ ਪਰਮਿੰਦਰ ਢੀਂਡਸਾ ਜੀ ਤੇ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦੀ ਜ਼ਿਕਰ ਕਰਦੇ ਹੈ। ਤੁਸੀਂ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ, ਨਿਆਂ ਤਾਂ ਨਹੀਂ ਦਵਾਇਆ, ਫਿਰ ਪਰਮਿੰਦਰ ਢੀਂਡਸਾ ਜੀ ਨੇ ਅਸਤੀਫਾ ਕਿਉਂ ਨਹੀਂ ਦਿੱਤਾ? ਹੈਰਾਨੀ ਗੱਲ। ਉਸ ਤੋਂ ਬਾਅਦ ਤੁਸੀਂ ਲਗਾਤਾਰ 5 ਸਾਲ 2 ਸਾਲਾਂ ਬਾਅਦ ਤੁਸੀਂ ਅਸਤੀਫਾ ਦਿੰਦੇ ਹੋ, ਫਿਰ ਵੀ ਅਕਾਲੀ ਦਲ ਦਾ ਹਿੱਸਾ ਰਹਿੰਦੇ ਹੋ। ਤੁਸੀਂ MLA ਅਕਾਲੀ ਦਲ ਦਿਓ ਸਰ, ਕਿਉਂ ਨਹੀਂ ਅਸਤੀਫਾ ਦੇ ਕੇ ਆਏ? ਜੇ ਐਡਾ ਇਹਨਾਂ ਨੂੰ ਲੱਗਿਆ ਸੀ ਵੀ ਇਹ ਇਨਸਾਫ ਨਹੀਂ ਕਰ ਪਾ ਰਹੇ, ਕਿਉਂ ਨਹੀਂ ਛੱਡਿਆ ਅਕਾਲੀ ਦਲ? ਇਹ ਸਾਰੇ ਸੱਤਾ
ਸੱਤਾ ਦਾ ਨਸ਼ਾ ਇਹਨਾਂ ਦੇ ਵਿੱਚ ਹੈ, ਸੱਤਾ ਭਾਲਦੇ ਆ, ਸੱਤਾ ਨੂੰ ਚਾਹੁੰਦੇ ਆ। ਤੇ ਇੱਕ ਬੱਬੀ ਵੀਰ ਜੀ ਨੂੰ ਮੇਰਾ ਵੀ ਸਵਾਲ ਹੈ ਇੱਕ ਕਿ 18 ਸਤੰਬਰ 2021 ਨੂੰ ਨਵਜੋਤ ਸਿੰਘ ਸਿੱਧੂ ਨੇ ਇੱਕ ਸਟੇਟਮੈਂਟ ਦਿੱਤੀ ਸੀ ਜਿਹਨੂੰ ਪੰਜਾਬ ਮਾਡਲ ਲਾਗੂ ਕਰਨਾ ਚਾਹੁੰਦੇ ਆ ਕਿ ਮੈਂ ਭਗਵਾਨ ਸਿੰਘ ਦਾ ਪੁੱਤਰ ਨਹੀਂ, ਅਗਰ ਮੈਂ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਜਿਹੜੇ ਬੇਅਦਬੀ ਦੇ ਦੋਸ਼ੀਆਂ ਨੂੰ ਉਹਨੂੰ ਅੰਦਰ ਨਾ ਕਰ ਪਾਵਾਂ। ਉਹ ਦੋਸ਼ ਹੋ ਗਏ ਤੇ ਬੋੜੇ ਬਾਊ ਜੀ ਨੇ ਹਜੇ ਤੱਕ ਰਾਜਨੀਤੀ ਨਹੀਂ ਛੱਡੀ, ਕੀ ਛੱਡਣਗੇ? ਮੈਨੂੰ ਤਾਂ ਲੱਗਦਾ ਨਹੀਂ। ਹਾਂ, ਇਹਨੂੰ ਵਿੱਚ ਮਜ਼ਦਾਰ ਤੇ ਛੱਡ ਗਏ। ਤੇ ਮੇਰਾ ਕੁਐਸਚਨ ਹਜੇ ਵੀ ਬਰਕਰਾਰ ਹੈ ਕਿ ਸੀਐਮ ਚਿਹਰਾ ਕੌਣ ਹੋਊਗਾ? ਜੇ ਚੰਨੀ ਨੇ ਕੰਮ ਕੀਤਾ ਹੈ ਤਾਂ ਤੁਸੀਂ ਉਹ ਤੇ ਲਾਓ, 100% ਲਾਓ। ਜੇ ਨਹੀਂ ਕੀਤਾ ਫਿਰ ਸੰਸ਼ੈ ਕਿਉਂ ਹੈ? ਗਗਨ ਜੀ, ਇਹ ਬੇਅਦਬੀ ਤੇ ਤਾਂ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਤੇ ਜਾ ਕੇ ਬੇਨਤੀ ਕੀਤੀ ਸੀਗੀ ਵੀ ਜੇ ਅਸੀਂ ਬੇਅਦਬੀ ਕਰੀ ਹੈ, ਜਿਹਨੇ ਬੇਅਦਬੀ ਕੀਤੀ ਹੈ ਜਾਂ ਜਿਹਨੇ ਕਰਾਈ ਹੈ, ਜਿਹਨੇ ਸਿਆਸਤ ਕੀਤੀ ਹੈ, ਉਹਦਾ ਕੱਖ ਨਾ ਰਹੇ। ਪਰ ਮੈਨੂੰ ਲੱਗਦਾ ਵੀ ਲਗਭਗ ਕੱਖ ਸਾਰੀਆਂ ਪਾਰਟੀਆਂ ਦਾ, ਇਹਨਾਂ ਦਾ ਜਦੋਂ ਦੀ ਆਮ ਆਦਮੀ ਪਾਰਟੀ ਹੈ ਉਦੋਂ ਦੀ ਇਹ ਬੇਅਦਬੀ ਹੋਣ ਲੱਗੀ ਹੈ। ਆਮ ਆਦਮੀ ਦਾ ਵੀ ਕੱਖ ਨਹੀਂ ਰਹਿ ਗਿਆ ਕਿਉਂਕਿ 20 ਦੇ ਵਿੱਚੋਂ 8 ਐਮਐਲਏ ਰਹਿ ਗਏ ਇਹਨਾਂ ਕੋਲੇ, 4 ਦੇ ਵਿੱਚੋਂ 1 ਐਮਪੀ ਰਹਿ ਗਿਆ ਤੇ ਕਾਂਗਰਸ ਦਾ ਤਾਂ ਆਪਾਂ ਨੂੰ ਪਤਾ ਵਿਖੇੜਾ ਪਿਆ ਹੀ ਪਿਆ। ਸਾਰੀਆਂ ਪਾਰਟੀਆਂ ਲਗਭਗ ਖਤਮ ਹੋ ਗਈਆਂ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੋਕ ਚੁਣ ਜਾ ਰਹੇ ਨੇ ਵੱਡੇ ਪੱਧਰ ਤੇ, ਮੰਨ ਲਓ 80 ਤੋਂ ਵੱਧ ਸੀਟਾਂ ਨਾਲ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਲਹਿਰੇ ਹਲਕੇ ਨੂੰ ਗੋਬਿੰਦ ਸਿੰਘ ਲੌਂਗੋਵਾਲ ਵਰਗਾ ਇਮਾਨਦਾਰ ਸ਼ਖਸੀਅਤ ਦਿੱਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਜਿਹੜੇ 4 ਵਾਰੀ ਐਮਐਲਏ ਰਹੇ, ਮੰਤਰੀ ਰਹੇ ਤੇ 3 ਵਾਰ ਐਸਜੀਪੀਸੀ ਦੇ ਪ੍ਰਧਾਨ ਵੀ ਰਹੇ ਤੇ ਕੈਬਨਿਟ ਰੈਂਕ ਦੇ ਉਹ ਆਪਣੇ ਚੇਅਰਮੈਨੀਆਂ ਰਹੀਆਂ ਉਹਨਾਂ ਕੋਲੇ। ਪਰ ਅੱਜ ਤੱਕ ਇਮਾਨਦਾਰ ਨੇ, ਬੇਦਾਗ ਸ਼ਖਸੀਅਤ ਨੇ, ਬਿਲਕੁਲ ਸ਼ਰੀਫ ਤੇ ਇਮਾਨਦਾਰ ਲਹਿਰੇ ਹਲਕੇ ਨੂੰ ਕੈਂਡੀਡੇਟ ਦਿੱਤਾ। ਲੋਕ ਚੁਣਨ ਜਾ ਰਹੇ ਨੇ ਉਹਨਾਂ ਨੂੰ ਤੇ ਬਹੁਤ ਉਤਾਵਲੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਐਮਐਲਏ ਚੁਣ ਲਈ ਗੋਬਿੰਦ ਸਿੰਘ ਲੌਂਗੋਵਾਲ ਨੂੰ। ਉਦੋਂ ਅਸਤੀਫਾ ਕਿਉਂ ਨਹੀਂ? ਇੱਕ ਉਹ ਕਹਿਣਾ ਚਾਹੁੰਦਾ, ਦੇਖੋ ਗੱਲ ਸੁਣੋ, ਲੌਂਗੋਵਾਲ ਸਾਹਿਬ ਸਾਡੇ ਵੱਡੇ ਨੇ, ਸਤਿਕਾਰਯੋਗ ਨੇ, ਮੈਂ ਉਹਨਾਂ ਦੀ ਸ਼ਾਨ ਦੇ ਵਿੱਚ ਕੁਝ ਨਹੀਂ ਬੋਲਣਾ ਚਾਹੁੰਦਾ, ਪਰ ਮੈਂ ਇੰਨਾ ਕਹਿਣਾ ਚਾਹੁੰਦਾ ਜ਼ਰੂਰ ਕਿ ਦੇਖੋ ਐਸਜੀਪੀਸੀ ਦੇ ਪ੍ਰਧਾਨ ਸੀਗੇ ਲੌਂਗੋਵਾਲ ਸਾਹਿਬ, ਲਗਭਗ 1000 ਗੁਰੂ ਗ੍ਰੰਥ ਸਾਹਿਬ ਗਾਇਬ ਹੋ ਗਏ। ਉਹਦਾ ਜਵਾਬ ਲੌਂਗੋਵਾਲ ਜੀ ਨੂੰ ਦੇਣਾ ਨਹੀਂ ਬਣਦਾ। ਲੌਂਗੋਵਾਲ ਜੀ ਨੇ ਦਿਆ ਜਵਾਬ, ਉਹ ਤਨਖਾਹੀਆ ਲਾਏ, ਥੋੜ੍ਹੇ ਦਿਨਾਂ ਬਾਅਦ ਉਹ ਬਸ ਐਵੇਂ ਗਾਬਨ ਕਰਤਾ ਕੰਮ। ਉਹ ਕੌਣ ਖਾ ਗਿਆ ਜੀ? ਇਹ ਜਵਾਬ ਕੌਣ ਦਊਗਾ? ਸੋ ਜਿੰਨੀਆਂ ਬੇਅਦਬੀਆਂ ਹੋਈਆਂ ਐਸਜੀਪੀਸੀ ਦੇ ਅੰਡਰ, ਸ਼੍ਰੋਮਣੀ ਕਮੇਟੀ ਦੇ, ਸ਼੍ਰੋਮਣੀ ਜਿਹੜੀ ਆਪਣੀ ਅਕਾਲੀ ਦਲ ਹੈ, ਬਾਦਲ ਸਾਹਿਬ ਦੇ ਅੰਡਰ, ਬਾਦਲ ਸਾਹਿਬ ਦਾ ਫਰਜ਼ ਬਣਦਾ ਸੀ ਉਸ ਨੂੰ ਹੱਲ ਕੀਤਾ ਜਾਂਦਾ, ਉਹ ਨਹੀਂ ਕਰ ਸਕੇ ਹੱਲ। ਇਸ ਕਰਕੇ ਜਿਹੜਾ ਹੈ ਢੀਂਡਸਾ ਸਾਹਿਬ ਨੇ ਬਾਹਰ ਆਏ, ਢੀਂਡਸਾ ਸਾਹਿਬ ਨਿਕਲੇ ਉਹਨਾਂ ਤੋਂ ਬਾਹਰ ਕਦੋਂ। ਸਭ ਤੋਂ ਸਵਾਲ ਮੈਂ ਲੈ ਲੈਂਦਾ, ਲਾਸਟ ਸਵਾਲ ਹੈ। ਲਵਜੀਤ ਜੀ, ਦੋਨੋਂ ਪਾਰਟੀ ਕਹਿ ਰਹੇ ਨੇ ਬੇਅਦਬੀ ਹੋਈਆਂ, ਉਸ ਦੌਰ ਦੇ ਵਿੱਚ ਹੋਈਆਂ, ਉਸ ਦੌਰ ਦੇ ਵਿੱਚ ਹੋਈਆਂ। ਕੀ ਤੁਹਾਡੀ ਸਰਕਾਰ ਵੱਲੋਂ ਕਿਉਂ ਐਕਸ਼ਨ ਅਜੇ ਤੱਕ ਨਹੀਂ ਲਿੱਤਾ ਗਿਆ ਇਸ ਸੰਬੰਧੀ? ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕਰ ਚੁੱਕਿਆ ਕਿ ਜਿਹੜਾ ਬੰਦਾ ਕੁਰਸੀ ਤੇ ਬੈਠਾ ਸੀ ਉਹੀ ਇਹਨਾਂ ਨਾਲ ਰਲਿਆ ਹੋਇਆ ਸੀਗਾ। ਇਹ ਸਾਰੀਆਂ ਪਾਰਟੀਆਂ ਮਤਲਬ ਖੇਡ ਰਹੀਆਂ ਸੀ ਲੁਕਣ ਮਿਚੀ। ਸੋ ਇਸੇ ਕਰਕੇ ਹੀ ਜਦੋਂ ਦੂਜੀ ਸਾਰੇ ਕਾਂਗਰਸੀ ਐਮਐਲਏਸ ਨੇ ਪ੍ਰੈਸ਼ਰ ਪਾਇਆ ਕਿ ਲੋਕਾਂ ਦੀ ਜਿਹੜੀ ਮੰਗ ਸੀ, ਜਿਹੜੀ ਧਾਰਮਿਕ ਮੰਗ ਸੀਗੀ, ਜਿਹੜੇ ਨਿੱਜੀ ਮਤਲਬ ਉਹਨਾਂ ਦੀ ਰੂਹ ਦੇ ਨਾਲ ਜੁੜਿਆ ਹੋਇਆ ਮਸਲਾ ਸੀ, ਉਹ ਹੱਲ ਕਿਉਂ ਨਹੀਂ ਕੀਤਾ ਗਿਆ? ਸੋ ਕੈਪਟਨ ਸਾਹਿਬ ਨੇ ਉਹ ਨਹੀਂ ਕੀਤਾ ਕਿਉਂਕਿ ਉਹ ਬਾਦਲ ਸਾਹਿਬ ਦੀ ਦੂਜੀ ਕਾਪੀ ਹੈ ਔਰ ਭਾਜਪਾ ਦੇ ਨਾਲ ਉਹ ਖੇਡ ਰਹੇ ਸੀਗੇ। ਸੋ ਹੁਣ ਨਸ਼ਿਆਂ ਵਾਲੇ ਪਾਸੇ ਵੀ ਔਰ ਬੇਅਦਬੀ ਵਾਲੇ ਪਾਸੇ ਵੀ ਕਾਂਗਰਸ ਸਰਕਾਰ ਨੇ ਕੰਮ ਕੀਤਾ ਜਿਹਦਾ ਰਿਜ਼ਲਟ ਸਾਹਮਣੇ ਹੈ। ਅੱਜ ਨਿਊਜ਼ ਕੀ ਕਹਿਣਾ ਤੇ ਸਿੱਧਾ ਇਲਜ਼ਾਮ ਲੱਗ ਰਿਹਾ ਵੀ ਉਸ ਟਾਈਮ ਐਸਜੀਪੀਸੀ ਦੇ ਪ੍ਰਧਾਨ ਸੀ ਲੌਂਗੋਵਾਲ ਸਾਹਿਬ। ਅਸਲ 'ਚ ਅੱਜ ਜਿਹੜੀ ਗਗਨ ਜੀ ਦੀ ਪਾਰਟੀ ਸੰਯੁਕਤ ਤੇ ਕਾਂਗਰਸ, ਇਹ ਤਾਂ ਇੱਕੋ ਹੀ ਨੇ ਕਿਉਂਕਿ ਕੈਪਟਨ ਸਾਹਿਬ ਇਹਨਾਂ ਦੇ ਮੁੱਖ ਮੰਤਰੀ ਰਹੇ ਆ ਤੇ ਕੈਪਟਨ ਸਾਹਿਬ ਤੇ ਬੀਜੇਪੀ ਤੇ ਇਹ ਕਾਂਗਰਸ ਸਾਰੀਆਂ ਇੱਕੋ ਹੀ ਪਾਰਟੀਆਂ ਹੋ ਗਈਆਂ ਲਗਭਗ। ਪਰ ਜਿਹੜੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਮੈਂ ਤਾਂ ਤੁਹਾਨੂੰ ਦੁਬਾਰਾ ਫਿਰ ਬੇਨਤੀ ਕਰਦਾ, ਮੈਂ ਵੀ ਅੱਜ ਬੇਨਤੀ ਕਰਦਾ ਵੀ ਜਿਹਨੇ ਇਹ ਬੇਅਦਬੀ ਕਰੀ ਹੈ ਜਾਂ ਕਰਵਾਈ ਹੈ ਉਹਦਾ ਕੱਖ ਨਾ ਰਹੇ ਤੇ ਸੁਖਬੀਰ ਸਿੰਘ ਬਾਦਲ ਨੇ ਕੀਤੀ ਸੀਗੀ ਉਹ ਰਹਿ ਨਹੀਂ ਗਿਆ। ਦੂਜੀ ਗੱਲ, ਇਹ 1000 ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ ਗਗਨ ਜੀ, ਉਹ 328 ਸਰੂਪ ਸੀਗੇ। ਇਹਨਾਂ ਨੂੰ ਪੂਰੀ ਜਾਣਕਾਰੀ ਨਹੀਂ, ਸ਼ਾਇਦ ਅਧੂਰੀ ਜਾਣਕਾਰੀ ਇਹਨਾਂ ਦੇ ਕੋਲੇ। 328 ਸਰੂਪ ਸੀਗੇ। ਉਹ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਵਿੱਚ ਉਹਦੀ ਇਨਕੁਆਇਰੀ ਹੋਈ ਸੀਗੀ ਤੇ ਇਨਕੁਆਇਰੀ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਸਜ਼ਾ ਦੇਣੀ ਦਿੱਤੀ ਗਈ ਸੀ ਉਹ ਰਹਿਤ ਮਰਿਆਦਾ ਅਨੁਸਾਰ ਉਹ ਸਜ਼ਾ ਦਿੱਤੀ ਗਈ ਹੈ। ਪਰ ਉਹ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਵੇਲੇ ਦੀ ਨਹੀਂ ਸੀਗੀ, ਉਹ ਪਹਿਲਾਂ ਦੇ ਸੀਗੇ। ਇਹਨਾਂ ਦੇ ਵੇਲੇ ਤਾਂ ਸਿਰਫ ਉਹਨਾਂ ਨੂੰ ਸਜ਼ਾ ਦਿੱਤੀ ਗਈ ਹੈ ਜਿਨ੍ਹਾਂ ਨੂੰ ਸਜ਼ਾ ਦੇਣੀ ਬਣਦੀ ਸੀਗੀ, ਜੋ ਰਹਿਤ ਮਰਿਆਦਾ ਮੁਤਾਬਕ ਗੁਰੂ ਦੀ ਉਹਦੇ ਮੁਤਾਬਕ ਜੋ ਦਿੱਤੀ ਜਾਣੀ ਚਾਹੀਦੀ ਸੀ, ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਅਧੀਨ ਦਿੱਤੀ ਗਈ ਹੈ। ਪਰ ਇਹਨਾਂ ਨੂੰ ਅੱਧੀ ਅਧੂਰੀ ਜਾਣਕਾਰੀ ਹੈ, ਠੀਕ ਹੈ। ਪਰ ਵੀ ਢੀਂਡਸਾ ਸਾਹਿਬ ਹੁਣ
2020 ਦੇ ਵਿੱਚ ਆ ਕੇ ਗੱਲ ਕਰਦੇ ਨੇ 2015 ਦੀਆਂ ਬੇਅਦਬੀਆਂ ਨੇ। ਹਾਂ ਠੀਕ ਹੈ, ਕਾਂਗਰਸ ਨੇ ਵੀ ਰਾਜਨੀਤੀ ਕੀਤੀ ਹੈ, ਆਮ ਆਦਮੀ ਨੇ ਰਾਜਨੀਤੀ ਕੀਤੀ ਹੈ, ਰਾਜਨੀਤੀ ਕਰੀ ਜਾਣ। ਮੈਂ ਕਹਿੰਦਾ ਵੀ ਗੁਰੂ ਸਾਹਿਬ ਦੇ ਨਾਂ ਤੇ ਇਹਨਾਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੈਂ ਗੁਰੂ ਦਾ ਸੱਚਾ ਸਿੱਖ ਹੋਣ ਦੇ ਨਾਤੇ ਮੈਂ ਬੇਨਤੀ ਕਰਦਾ। ਮੈਂ ਜੀ ਕਿਵੇਂ ਦੇਖਦੇ ਹੋ ਹਾਲੇ ਤੱਕ ਕਿਉਂ ਨਹੀਂ ਇਹ ਮਸਲੇ ਦਾ ਹੱਲ ਹੋਇਆ? ਦੇਖੋ, ਇਸ ਮਸਲੇ ਦੇ ਵਿੱਚ ਮੈਂ ਬਾਰ-ਬਾਰ ਕਹਿ ਰਿਹਾ, ਜਦੋਂ ਬੇਅਦਬੀ ਹੋਈ ਇਹ ਦੋਨੋਂ ਭਾਈਵਾਲ ਸਰਕਾਰ ਦੇ ਵਿੱਚ ਸੀ। ਉਸ ਤੋਂ ਬਾਅਦ ਉਹਨਾਂ ਦਾ ਹਿਸਾਬ ਦੇਣਾ ਸੀ। ਵੀਰ ਜੀ 5 ਸਾਲ ਨਿਕਲ ਗਏ, ਹਿਸਾਬ ਨਹੀਂ ਮਿਲਿਆ। ਤਾਂ ਮੇਰੇ ਤੋਂ ਸਵਾਲ ਤੁਸੀਂ ਉਦੋਂ ਪੁੱਛ ਸਕਦੇ ਹੋ ਇਸ ਬਾਰੇ, ਅਗਰ ਸਾਡੀ 5 ਸਾਲ ਦੀ ਸਰਕਾਰ ਹੋਈ, ਅਗਰ ਬੇਅਦਬੀ ਦਾ ਇਨਸਾਫ ਨਾ ਮਿਲਿਆ, ਤੁਸੀਂ ਮੇਰੇ ਤੋਂ ਫਿਰ ਸਵਾਲ ਪੁੱਛ ਸਕਦੇ ਹੋ। ਪਹਿਲਾ ਬੜਾ ਇਸ਼ੂ ਮੇਰਾ ਇਹ ਕ੍ਰੀਏਟ ਨਹੀਂ ਹੈ ਕਿ ਇਹ ਧਰਮ ਨੂੰ ਰਾਜਨੀਤੀ 'ਚ ਕਿਉਂ ਲੈ ਕੇ ਆਉਂਦੇ ਹੈ। ਐਸਜੀਪੀਸੀ ਦੇ ਉੱਪਰ ਬਾਦਲਾਂ ਦੇ ਪਰਿਵਾਰ ਦਾ ਹੱਕ ਕਿਉਂ ਹੈ? ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਹਿੰਦੂ ਹਾਂ, ਮੇਰੇ ਲਈ ਗੁਰੂ ਗ੍ਰੰਥ ਸਾਹਿਬ ਵੀ ਮੰਨਿਆ ਹੈ, ਤੇ ਇੱਕ ਮੁਸਲਿਮ ਦੇ ਲਈ ਵੀ ਹੈ, ਇੱਕ ਈਸਾਈ ਦੇ ਲਈ, ਸਭ ਦੇ ਲਈ ਹੈ। ਇਹ ਆਮ ਤੌਰ ਤੇ ਕਿਸੇ ਹਰ ਪੰਜਾਬੀ ਨੂੰ ਪੁੱਛ ਲਓ, ਉਹ ਕਹਿੰਦਾ ਵੀ ਜਿਹੜਾ ਵੀ ਐਸਜੀਪੀਸੀ ਦਾ ਪ੍ਰਧਾਨ ਨਿਕਲੂਗਾ ਕਿ ਬਾਦਲ ਸਾਹਿਬ ਦੀ ਜੇਬ ਚੋਂ ਨਿਕਲ ਕੇ ਆਊਗਾ। ਇਹ ਧਰਮ ਐਸਜੀਪੀਸੀ ਨੂੰ ਇਹਨਾਂ ਦੀ ਚੁੰਗਲ ਦੇ ਵਿੱਚੋਂ ਹੈ ਕਿਵੇਂ ਛੋੜਾ ਕਿ ਧਰਮ ਦੀ ਰਾਜਨੀਤੀ ਕਿਉਂ ਐਸਜੀਪੀਸੀ ਦੇ ਉੱਪਰ ਕਿਉਂ ਮੰਗਦੇ ਆ? ਜਦੋਂ ਵੀ ਕਹਿੰਦੇ ਆ ਹੁਣ ਬੀਬੀ ਜਗੀਰ ਕੌਰ ਨੂੰ ਇਹਨਾਂ ਨੇ ਪਹਿਲਾਂ ਬਣਾਇਆ, ਉਹਦਾ ਫਿਰ ਹੁਣ ਉਹਦੇ ਚਰਿੱਤਰ ਦੇ ਉੱਪਰ ਦਾ ਕੇਸ ਚੱਲ ਰਿਹਾ, ਉਹਦੇ ਉੱਪਰ ਉਸਨੂੰ ਐਸਜੀਪੀ ਦਾ ਪ੍ਰਧਾਨ ਬਣਾ ਲਿਆ, ਫਿਰ ਚੇਂਜ ਕਰਕੇ ਇਹਨਾਂ ਨੇ ਫਿਰ ਬਦਲਤਾ। ਲੇਕਿਨ ਪੂਰਾ ਅਧਿਕਾਰ ਐਸਜੀਪੀਸੀ ਦੇ ਉੱਪਰ ਤੇ ਧਰਮ ਦੀ ਰਾਜਨੀਤੀ ਸ਼ੁਰੂ ਤੋਂ ਕਰਦੇ ਆਏ। ਲੋਕਾਂ ਨੂੰ ਵਿਖਾਉਂਦੇ ਜਿਹੜੇ ਬਾਬੇ ਨਾਨਕ ਜੀ ਜਿਹੜੀ ਤੱਕੜੀ ਸੀ ਨਾ, ਸੱਚ ਉਹਨਾਂ ਨੂੰ ਲੋਕਾਂ ਨੂੰ ਪਤਾ ਵੀ ਉਹਦਾ ਕੀ ਕਰਤਾ। ਜਿਹੜੀ ਕੱਖ ਨਾ ਰਹਿਣ ਦੀ ਗੱਲ ਕੀ ਹੈ, ਤਾਂ ਰੱਬ ਕਰ ਹੀ ਰਿਹਾ, ਕੱਖ ਰਹਿ ਕਿੱਥੇ ਗਿਆ ਸਰ ਇਹਨਾਂ ਦਾ? ਦੋਨੋਂ ਐਮਪੀ ਨਹੀਂ ਰਹੇ ਹੁਣ, ਠੀਕ ਹੈ। ਤੇ 100 ਸਾਲ ਪੁਰਾਣੀ ਪਾਰਟੀ ਅੱਜ ਪਿਛਲੇ ਵਾਰ ਤੀਜੇ ਨੰਬਰ ਤੇ ਆ ਗਈ। ਤੇ ਸਾਡੀ ਗੱਲ ਕਰਦੇ ਵੀ ਅਸੀਂ ਕਹੇ ਤਾਂ ਕੱਖ ਤਾਂ ਇਹਨਾਂ ਦਾ ਰਹਿ ਨਹੀਂ ਗਿਆ। 8 ਐਮਐਲਏ ਰਹਿ ਗਏ ਆ ਤੇ 1 ਐਮਪੀ ਰਹਿ ਗਿਆ ਇਹਨਾਂ ਦਾ ਵੀ, ਜਿਹੜੇ ਇਹ ਗੱਲਾਂ ਕਰਦੇ ਆ ਆਮ ਆਦਮੀ ਵਾਲੇ। ਤੇ ਦੂਜੀ ਗੱਲ ਇਹਨਾਂ ਦਾ ਤਾਂ ਖੁਦ ਦਾ ਐਮਪੀ ਬੇਅਦਬੀ ਕਰਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉੱਥੇ ਸਟੇਜ ਤੇ ਜਾ ਕੇ ਸ਼ਰਾਬ ਪੀ ਕੇ ਚੜ੍ਹ ਗਿਆ ਸੀਗਾ, ਉੱਥੇ ਧੱਕੇ ਮਾਰ ਕੇ ਕੱਢਿਆ ਗਿਆ ਸੀਗਾ। ਤਾਂ ਹੁਣ ਇਹ ਗੱਲਾਂ ਕਰਦੇ ਆ ਗੁਰੂ ਦੀਆਂ। ਠੀਕ ਹੈ, ਗੁਰੂ ਦੀ ਗੱਲ ਕਰਨਾ ਗੁਰੂ ਦੇ ਸਿੱਖ ਨੂੰ ਕਰਨੀ ਚਾਹੀਦੀ ਹੈ, ਪਰ ਜਿਹੜੇ ਜਿਨ੍ਹਾਂ ਦੇ ਆਪ ਦੇ ਘਰ ਸ਼ੀਸ਼ੇ ਦੇ ਹੋਣ ਉਹਨਾਂ ਨੂੰ ਥੋੜ੍ਹਾ ਜਿਹਾ ਦੇਖ ਕੇ ਬੋਲਣਾ ਚਾਹੀਦਾ ਵੀ ਅਸੀਂ ਸ਼ਰਾਬ ਪੀ ਕੇ ਜਿਨ੍ਹਾਂ ਦਾ ਸੀਐਮ ਚਿਹਰਾ ਕੈਂਡੀਡੇਟ ਕਹਿੰਦੇ ਆ ਭਗਵੰਤ ਮਾਨ ਨੂੰ ਬਣਾਉਣਗੇ ਜਾਂ ਨਹੀਂ ਬਣਾਉਣਗੇ ਪਤਾ ਨਹੀਂ, ਵਿਚਾਰੇ ਨੂੰ 6-7 ਸਾਲ ਹੋ ਗਏ ਲੱਗਿਆ ਨੂੰ। ਤੇ ਉਹ ਦਾਰੂ ਪੀ ਕੇ ਜਦੋਂ ਸਟੇਜ ਤੇ ਜਾਂਦਾ ਹੈ ਤਾਂ ਘੱਟੋ ਘੱਟ ਇਸ ਚੀਜ਼ ਦਾ ਇਹਨਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ, ਉਹ ਤਾਂ ਸਾਹਮਣੇ ਖੜਾ ਨਾ ਵੀ ਜਿਹੜਾ ਬੇਅਦਬੀ ਕਰਦਾ ਇਹਦਾ ਤਾਂ ਪਤਾ ਨਹੀਂ ਕੌਣ ਹੈ। ਕਾਂਗਰਸ ਨੇ 5 ਸਾਲ ਲੰਘਾਤੇ। ਪਹਿਲਾਂ ਵਾਲੇ ਸੀਐਮ ਕਹਿੰਦੇ ਰਹੇ ਵੀ ਮੈਂ ਫੜ ਕੇ ਅੰਦਰ ਕਰ ਦੂੰ, ਮੈਂ ਆਹ ਕਰ ਦੂੰ, ਆਹ ਕਰ ਦੂੰ। ਫਿਰ ਇਹ ਐਲਾਨਜੀਤ ਸਿੰਘ ਮੁੱਖ ਮੰਤਰੀ, ਹੁਣ ਸਿੱਧੂ, ਫਿਰ ਇਹਨਾਂ ਨੇ 3 ਡੀਜੀਪੀ ਬਦਲ ਲਏ ਤੇ ਹੁਣ ਆ ਨਵਾਂ ਡੀਜੀਪੀ ਮੈਨੂੰ ਲੱਗਦਾ ਹੁਣ ਪਰਸੋਂ ਜਿੱਥੇ ਬਦਲਿਆ ਜਿਹੜਾ, ਉਹ ਵੀ ਕਹਿੰਦਾ ਮੈਂ ਆਹ ਕਰ ਦੂੰ, ਮੈਂ ਆਹ ਕਰ ਦੂੰ। ਪਰ ਹੋਇਆ ਕਿਸ ਤੋਂ? ਕਿਉਂਕਿ ਜੇ ਹੋਵੇ ਕਿਤੇ ਕੁਛ ਚਾਈ ਜਿਹੜੀ ਹੈਗੀ ਆ ਉਹ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਅਸੀਂ ਤਾਂ ਕਹਿੰਦੇ ਆ ਵੀ ਇਹ ਤੇ ਸਿਆਸਤ ਨਾ ਕਿਸੇ ਦੇ ਉੱਪਰ ਐਲੀਗੇਸ਼ਨ ਲਾਣਾ ਬਹੁਤ ਸੌਖਾ ਹੈ। ਪਹਿਲੀ ਗੱਲ ਤਾਂ ਇੱਕ ਗੱਲ ਮੰਨਦਾ ਵੀ ਇਹ ਕਹਿੰਦੇ ਜੀ ਉੱਥੇ ਉਹ ਸ਼ਰਾਬ ਪੀ ਕੇ ਸਾਡੇ ਪੰਜਾਬ ਦੇ ਪ੍ਰਧਾਨ ਪਹੁੰਚ ਗਏ, ਤਾਂ ਉਸ ਦੇ ਉੱਪਰ ਐਕਸ਼ਨ ਲੈਣ ਦੀ ਜ਼ਿੰਮੇਵਾਰੀ ਕਿਹਦੀ ਸਰ? ਉਹਤੇ ਐਫਆਈਆਰ ਕਿਉਂ ਨਹੀਂ ਦਰਜ ਕੀਤੀ? ਇੱਕ ਵੀ ਸਿੰਗਲ ਐਫਆਈਆਰ ਦਿਖਾਓ। ਅਗਰ ਉਹ ਗਿਆ ਸੀ ਉੱਥੇ ਪ੍ਰੂਫ ਗਿਆ ਜੀ ਤਾਂ ਸਿੰਗਲ ਨਹੀਂ ਐਫਆਈਆਰ ਸਰ, ਇਹ ਐਫਆਈਆਰ ਦਿਖਾਓ। ਇਹ ਕੀ ਹੈ ਐਫਆਈਆਰ? ਨਹੀਂ ਐਫਆਈਆਰ ਵੀਡੀਓ, ਇਹ ਤੇ ਵੀਡੀਓ ਤੁਸੀਂ ਬਾਹਰ ਦਿਖਾ ਕੇ ਤੁਸੀਂ ਜੇ ਗੁਰੂ ਘਰ ਦਾ ਸੀਨ ਨਹੀਂ ਹੈ ਸਰ, ਇਹ ਗੁਰੂ ਘਰ ਦੀ ਮੈਂ ਪੁੱਛਿਆ ਵੀ ਜੇ ਤੁਹਾਡੀ ਸਰਕਾਰ ਨਹੀਂ ਸਰ ਬਿਲਕੁਲ ਨਹੀਂ ਹੈ ਸਰਕਾਰ ਦੀ ਮੈਂ ਕਿਹਾ ਤੁਸੀਂ ਐਲੀਗੇਸ਼ਨ ਲਾਇਆ ਤਾਂ ਉਸ ਤੁਹਾਡੀ ਮੌਜੂਦਾ ਸਰਕਾਰ ਤੁਸੀਂ ਉਹਨਾਂ ਤੇ ਐਫਆਈਆਰ ਹੁਣ ਤੱਕ ਦਰਜ ਕਿਉਂ ਨਹੀਂ ਕੀਤੀ? ਗੁਰੂ ਗ੍ਰੰਥ ਸਾਹਿਬ ਦੀ ਕਿਵੇਂ ਦੇਖਦੇ ਰਿਹਾ? ਬਿਲਕੁਲ ਬਹੁਤ ਗਲਤ ਹੈ ਜਿਹੜਾ ਇਹ ਸੀਗਾ। ਇਹ ਨੈਤਿਕ ਤੌਰ ਤੇ ਜੇ ਤੁਸੀਂ ਸੋਚ ਕੇ ਦੇਖੋ ਤੇ ਬਣਦੀ ਨਹੀਂ ਗੱਲ ਬਹੁਤ। ਔਰ ਪੰਜਾਬੀ ਐਫਆਈਆਰ ਦਰਜ ਕਿਉਂ ਨਹੀਂ ਹੋਈ? ਐਫਆਈਆਰ ਦਰਜ ਕਿਉਂ ਨਹੀਂ ਹੋਈ? ਉਦੋਂ ਜਿਹਦੀ ਸਰਕਾਰ ਸੀ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਪਰ ਜਾਣਾ ਹੀ ਕਿਉਂ ਬਣਦਾ ਸੀਗਾ? ਜਾਣਾ ਹੀ ਕਿਉਂ ਬਣਦਾ ਸੀਗਾ? ਅਸੀਂ ਜੋ ਪਹਿਲਾਂ ਗੁਨਾਹ ਕਰੀਏ ਫਿਰ ਉਹਦੀ ਸਜ਼ਾ ਲਈਏ। ਅਸੀਂ ਗੁਨਾਹ ਕਰੀਏ ਹੀ ਨਾ ਜੇ ਅਸੀਂ ਸਹੀ ਹੋਈਏ ਤਾਂ। ਪਰ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਐਲੀਗੇਸ਼ਨ ਹੈ, ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ। ਕੋਰਟ ਕਿਸ ਲਈ ਹੈ? ਕੋਰਟ ਇਸ ਚੀਜ਼ ਲਈ ਹੈ। ਹੁਣ ਮੰਨ ਲਓ ਤੁਹਾਡੇ ਉੱਪਰ ਭੋਲੇ ਨੇ ਜੋ ਇਲਜ਼ਾਮ ਲਾਤੇ ਵੀ ਉਹ ਇੱਕ ਐਲੀਗੇਸ਼ਨ ਹੈ, ਠੀਕ ਹੈ। ਤੁਸੀਂ ਜਦ ਤੱਕ ਕੋਰਟ ਪ੍ਰੂਫ ਨਹੀਂ ਕਰਦੀ ਤਾਂ ਕਿਸੇ ਚੀਜ਼ ਨੂੰ ਤਾਂ ਉਹ ਐਲੀਗੇਸ਼ਨ ਮੈਂ ਤੁਹਾਡੇ ਤੇ ਲਾ ਦੇਣਾ ਵੀ ਤੁਹਾਡੇ ਆਹ ਕੀਤਾ, ਤੁਹਾਡੇ ਉੱਪਰ ਆਹ ਲਾਤਾ, ਜਾਂ ਐਲੀਗੇਸ਼ਨ ਉਦ ਤੱਕ ਐਲੀਗੇਸ਼ਨ ਹੈ। ਹੁਣ ਲਾ ਦਿੰਦੇ ਵੀ ਮੈਨੂੰ ਕਿਸੇ ਨੇ ਗੱਲ ਕੱਢਤੀ, ਹੁਣ ਇਹ ਜਦੋਂ ਦੀ ਕੋਰਟ ਇਸ ਲਈ ਹੈ। ਅਗਰ ਕੋਰਟ ਕਰਦੀ ਹੈ ਫਰਜ਼ਮੰਦ ਹੈ, ਚਾਹੇ ਭਗਵੰਤ ਮਾਨ ਹੈ, ਚਾਹੇ ਪੰਜਾਬ ਦਾ ਕੋਈ ਵੀ ਨਾਗਰਿਕ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਉਹਨਾਂ ਦੀ ਅਸੀਂ ਬਿਲਕੁਲ ਨਿੰਦਾ ਕਰਦੇ ਹਾਂ। ਉਹ ਛੱਡੋ, ਕੋਈ ਵੀ ਬੰਦਾ ਉੱਥੇ ਪੀ ਕੇ ਨਹੀਂ ਜਾਣਾ ਚਾਹੀਦਾ। ਮੈਂ ਉਮੀਦ ਕਰੂੰਗਾ ਵੀ ਅੱਗੇ ਵੀ ਤੁਸੀਂ ਕੋਈ ਵੀ ਬੰਦਾ ਹੋਵੇ, ਕੋਈ ਵੀਆਈਪੀ, ਕੋਈ ਵੀਵੀਆਈਪੀ, ਦੇਖੋ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਚੀਜ਼ ਨਹੀਂ। ਉਹ ਸਾਰਿਆਂ ਦਾ ਮਾਈ ਬਾਪ ਹੈ। ਚਾਹੇ ਮੇਰਾ ਇਹ ਕਹਿਣਾ ਹੈ ਇਹਨਾਂ ਤਿੰਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ। ਕਾਂਗਰਸ ਹੈ, ਕਾਂਗਰਸ ਦਾ ਦੇਖ ਲਓ ਤੁਸੀਂ, ਅਕਾਲ ਤਖਤ ਸਭ
ਟਵਾਤਾ ਸਾਰਾ। ਗਗਨ ਜੀ ਬੋਲ ਲਓ, ਬੀਜੇਪੀ ਤੋਂ ਆਸ ਰੱਖੀ ਜਾ ਇੱਕ ਮਿੰਟ ਬੀਜੇਪੀ ਤੋਂ ਆਸ ਰੱਖੀ ਜਾ ਸਕਦੀ ਹੈ, ਬੋਲ ਲਓ ਬੀਜੇਪੀ ਤੋਂ ਆਸ ਰੱਖੀ ਜਾ ਸਕਦੀ ਹੈ, ਬੋਲ ਗੱਲ ਤਾਂ ਸੁਣੋ ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ, ਇਹਨਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਬਿਲਕੁਲ ਦਰਬਾਰ ਗੱਲ ਤਾਂ ਕਰੋ, ਕੋਈ ਗੱਲ ਨਹੀਂ, ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ। ਨਹੀਂ ਜਿੱਤੋਂ ਆਸ ਰੱਖੀ ਜਾ ਸਕਦੀ ਅਸੀਂ ਉਹਦੀ ਗੱਲ ਕਰਦੇ ਹਾਂ, ਸਾਡੇ ਤੋਂ ਆਸ ਰੱਖੀ ਨਹੀਂ ਜਾ ਸਕਦੀ। ਦਰਬਾਰ ਸਾਹਿਬ ਤੇ ਅਟੈਕ ਕਾਂਗਰਸ ਨੇ ਕਰਵਾਇਆ, ਠੀਕ ਹੈ ਜੀ। ਇਹਨਾਂ ਦੀ ਬੇਅਦਬੀਆਂ ਇਹਨਾਂ ਨੇ ਕਰਵਾਈਆਂ। ਸੁਣਤਾ ਲਓ ਗੱਲ, ਤੁਸੀਂ ਬੇਅਦਬੀਆਂ ਇਹਨਾਂ ਨੇ ਕਰਵਾਈਆਂ, ਸੁਣੋ ਠੀਕ ਹੈ। ਤੁਸੀਂ ਮੋਦੀ ਦੀ ਗੋਦੀ ਦੇ ਵਿੱਚੋਂ ਤੁਸੀਂ ਕਹਿੰਦੇ ਹੋ ਵੀ ਇਹ ਦਾਰੂ ਪੀ ਕੇ ਹੱਲ ਕਰਦੇ ਚੜਦੇ ਫਿਰਦੇ ਨੇ, ਠੀਕ ਹੈ ਜੀ। ਤੁਸੀਂ ਕਹਿੰਦੇ ਮੋਦੀ ਹੱਲ ਕਰੇਗਾ। ਮੈਂ ਕਹਿੰਦਾ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਿਲਕੁਲ। ਜਿੰਨਾ ਕੁਛ ਮੋਦੀ ਸਾਹਿਬ ਨੇ ਸਿੱਖਾਂ ਵਾਸਤੇ ਕਰਿਆ, ਅੱਜ ਦੀ 75 ਸਾਲ ਹੋ ਗਏ ਤਕਰੀਬਨ ਸਾਡੇ ਆਜ਼ਾਦੀ ਨੂੰ, ਕਿਸੇ ਪ੍ਰਧਾਨ ਮੰਤਰੀ ਨੇ ਕੀਤਾ। 800 ਕਿਸਾਨ ਮਾਰਿਆ ਮੋਦੀ ਸਾਹਿਬ ਨੇ, ਬਿਲਕੁਲ ਇੱਕ ਮਹੀਨਾ ਪਹਿਲਾਂ ਕਤਲੇਆਮ, ਇੰਨਾ ਵੱਡਾ ਕਤਲੇਆਮ ਕਿਸੇ ਨੇ ਨਹੀਂ ਕੀਤਾ। ਜੇਕਰ ਉਹਨਾਂ ਨੇ ਇਸ ਤਰ੍ਹਾਂ ਹੀ ਕਰਨਾ ਸੀਗਾ, ਜਿਨ੍ਹਾਂ ਦੇ ਧੀਆਂ ਪੁੱਤ ਘਰੋਂ ਗਏ ਵਾਪਸ ਨਹੀਂ ਮੁੜੇ, ਉਹਨਾਂ ਦਾ ਗੁਨਾਹਗਾਰ ਕੌਣ ਹੈ? ਔਰ ਅਕਾਲੀ ਦਲ ਹੈ, ਉਹਨਾਂ ਦਾ ਗੁਨਾਹ ਅਕਾਲੀ ਦਲ ਹੈ। ਅਕਾਲੀ ਦਲ ਨੇ ਇਹ ਬਿੱਲਾਂ ਦੇ ਵਿੱਚ ਯੋਗਦਾਨ ਪਾਇਆ, ਪਾਸ ਕਰਵਾਏ। ਅਕਾਲੀ ਦਲ ਉਦੋਂ ਹੀ ਮੁੱਦਾ ਉਠਾਉਂਦਾ ਇਹ ਬਿੱਲ, ਇਹ ਬਿੱਲੋਂ ਬਣਦੇ। ਚਲੋ ਮੈਂ ਰਾਜ ਸਭਾ 'ਚ ਕੌਣ ਬੈਠਾ, ਕਦੋਂ ਇਹਨਾਂ ਨੇ ਵੋਟ ਕਿਹਨੇ ਖਿਲਾਫ ਪਾਈ ਹੈ, ਕਿਹਨੇ ਹੱਕ? ਲਾਸਟ ਮੈਂ ਕੁਐਸਚਨ ਕਰਦਾ, ਠੀਕ ਹੈ। ਦੇਖੋ ਜੋ ਇਹ ਮੁੱਦੇ ਹੈ, ਇਹ ਲੋਕਾਂ ਦੀ ਸਮੱਸਿਆਵਾਂ ਨਹੀਂ ਹੈਗੀਆਂ। ਲੋਕਾਂ ਦੀਆਂ ਸਮੱਸਿਆਵਾਂ ਬਿਜਲੀ, ਪਾਣੀ, ਐਜੂਕੇਸ਼ਨ, ਹੈਲਥ। ਮੈਨੂੰ ਦੇਸ਼ ਦਾ ਇੱਕ ਵੀ ਤੁਹਾਡੀ ਪਾਰਟੀਆਂ ਦਾ ਇੱਕ ਮੁੱਖ ਮੰਤਰੀ ਦਿਖਾ ਦਿਓ ਜਿਹਨੇ ਕਿਹਾ ਹੋਵੇ ਵੀ ਜੇ ਮੈਨੇ ਕੰਮ ਕੀਤਾ ਮੈਨੂੰ ਵੋਟ ਪਾ ਦਿਓ, ਜੇ ਮੈਨੇ ਉਹ ਕੰਮ ਨਹੀਂ ਕੀਤਾ ਤਾਂ ਵੋਟ ਨਾ ਪਾਇਓ। ਇਹ ਅਰਵਿੰਦ ਕੇਜਰੀਵਾਲ ਦੀ ਦੇਣ ਹੈ। ਅਰਵਿੰਦ ਕੇਜਰੀਵਾਲ ਇਸ ਤੇ ਮੰਗਿਆ, ਉਹ ਜਦੋਂ ਕਹਿੰਦਾ ਸੀ ਕਿ ਬਿਜਲੀ, ਉਹ ਕਹਿੰਦੇ ਸ਼ਾਹੀਨ ਬਾਗ। ਅਤੇ ਮੋਦੀ ਸਰਕਾਰ ਹੈ ਤੇ ਅਮਿਤ ਸ਼ਾਹ ਵਰਗੇ ਨੂੰ ਤੇ ਪਰਚੇ ਵੰਡਵਾਤੇ, ਹੈਰਾਨਗੀ ਵਾਲੀ ਗੱਲ ਹੈ। ਔਰ ਪ੍ਰੋਟੋਕਾਲ ਦੀ ਗੱਲਾਂ ਕਰਦੇ ਆ। ਤਾਂ ਮੈਂ ਕਹਿੰਦਾ ਕਿ ਛੱਡੋ ਇਹ ਧਰਮਾਂ ਦੀਆਂ ਰਾਜਨੀਤੀਆਂ ਬਹੁਤ ਕਰ ਲਈਆਂ ਤੁਹਾਨੇ। ਹੁਣ ਐਜੂਕੇਸ਼ਨ ਦੀ ਗੱਲ ਕਰੋ, ਲੋਕਾਂ ਦੇ ਭਵਿੱਖ ਸਵਾਰਨ ਦੀ ਗੱਲ ਕਰੋ, ਹੈਲਥ ਦੀ ਗੱਲ ਕਰੋ। ਹੁਣ ਟਿਕਟਾਂ ਪੈਸੇ ਲੈ ਕੇ ਦੇਣ ਦੀ ਗੱਲ ਕਰੋ, ਜਿਹੜੀ ਆਪ ਤੋਂ ਸਿੱਖੀ ਜਾ ਸਕਦੀ ਹੈ। ਔਰ ਚਰਚਾਵਾਂ ਦੇ ਵਿੱਚ ਹੈ ਤਾਂ ਬੱਚੇ ਨੂੰ ਪਤਾ ਵੀ ਇਹ ਕੀ ਕਰ ਰਹੇ ਨੇ। ਜੇਕਰ ਇੰਨਾ ਹੀ ਕੰਮ ਪਾਰਟੀ ਨੇ ਦਿੱਲੀ 'ਚ ਕੀਤਾ ਹੁੰਦਾ ਤਾਂ ਇੱਥੇ ਮਿਹਨਤੀ ਪਾਰਟੀਆਂ ਹੈਲਥ ਕਨੇ ਕਿਉਂ ਨਹੀਂ ਧਿਆਨ ਦਿੰਦੀਆਂ, ਪਾਰਟੀਆਂ ਐਜੂਕੇਸ਼ਨ ਕਿਉਂ ਨਹੀਂ ਧਿਆਨ ਦਿੰਦੀਆਂ, ਲੋਕ ਪਾਣੀ ਕਿਉਂ ਮਾਰੇ ਨੇ, ਕਿਉਂ ਨਹੀਂ ਧਿਆਨ ਦਿੰਦੇ? ਚਾਹੀਦਾ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਲੋਕ ਨੇ, ਜਿਹੜੀ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਹੈ, ਮੈਂ ਭਾਈ ਸਾਹਿਬ ਨੂੰ ਕਹੂੰਗਾ ਇੱਕ ਮਿੰਟ ਰੁਕਣ, ਜਿਹੜੀ ਸਾਡੇ ਤੋਂ ਪਹਿਲਾਂ ਦੀ ਪੀੜ੍ਹੀ ਹੈ ਉਹ ਇੰਨੀ ਐਜੂਕੇਟਡ ਨਹੀਂ ਸੀਗੀ। ਉਹ ਵਾਕਿਆ ਹੀ ਜਿਹੜੀਆਂ ਪਹਿਲੀਆਂ, ਚਾਹੇ ਲੀਡਰ ਕਹਿ ਲਓ ਚਾਹੇ ਕੁਛ ਵੀ ਕਹਿ ਲਓ, ਉਹਨਾਂ ਦੇ ਲੁਭਾਵੇਂ ਲਾਰਿਆਂ ਦੇ ਵਿੱਚ ਆਉਂਦੀਆਂ। ਪਰ ਹੁਣ ਲੋਕ ਅਵੇਅਰ ਹੋ ਰਹੇ ਨੇ, ਹੁਣ ਲੋਕਾਂ ਨੂੰ ਪਤਾ ਕਿ ਸਾਡਾ ਹੱਕ ਕੀ ਬਣਦਾ। ਇਸ ਵਾਰ ਵੀ ਜਦੋਂ ਉਮੀਦਵਾਰ ਬੂਹੇ ਤੇ ਵੋਟ ਮੰਗਣ ਜਾਣਗੇ, ਲੋਕ ਉਹਨਾਂ ਨੂੰ ਸਵਾਲ ਕਰਨਗੇ ਔਰ ਜਿਨ੍ਹਾਂ ਨੇ ਕੁਝ ਕੀਤਾ ਹੋਊਗਾ ਉਹ ਜਵਾਬ ਦੇ ਦੇਣਗੇ, ਜਿਨ੍ਹਾਂ ਨੇ ਕੁਝ ਕੀਤਾ। ਮੈਨੀਫੈਸਟੋ 'ਚ ਵਾਅਦੇ ਕੀਤੇ ਜਾਂਦੇ ਨੇ ਜੀ, ਇਹ ਵਾਅਦੇ ਪੂਰੇ ਕਰਾਂਗੇ, ਇਹ ਕਰਾਂਗੇ, ਪਰ ਲੋਕਾਂ ਦੇ ਵਾਅਦੇ ਉੱਥੇ ਹੀ ਰਹਿ ਜਾਂਦੇ। ਬਿਲਕੁਲ ਸਹੀ ਗੱਲ ਕਹਿ ਰਹੇ ਆ ਵੀਰ ਜੀ। ਲੈ ਆਪਾਂ ਹੁਣ ਹੀ ਕਰਦੇ ਆ, ਇਹਦਾ ਕੰਮ ਇੱਕ ਮਸਲਾ ਕੋਈ ਹੱਲ ਹੈ ਜੀ। ਆਪਾਂ ਹਸਪੀਟਲ ਚੱਲਦੇ ਆ ਜੀ, ਤੁਸੀਂ ਇੱਕ ਵੀ ਡਾਕਟਰ ਦਿਖਾ ਦਿਓ ਮੂਨਕ ਦੇ ਹਸਪੀਟਲ ਦੇ ਵਿੱਚ, ਚਿੱਟਾ ਹਾਥੀ ਬਣਾ ਰੱਖਿਆ। ਇੱਕ ਸਿੰਗਲ ਹਸਪੀਟਲ ਇੱਕ ਡਾਕਟਰ ਦਿਖਾ ਦਿਓ ਜਿਹੜਾ ਪੜ੍ਹਿਆ ਲਿਖਿਆ ਐਮਡੀ। ਸਰਕਾਰਾਂ ਦੀ ਜ਼ਿੰਮੇਵਾਰੀ ਕਿਉਂ ਬਣਦੀ ਹੈ? ਸਰਕਾਰਾਂ ਦੀ ਜ਼ਿੰਮੇਵਾਰੀ ਕਿੱਥੇ ਬਣਦੀ ਹੈ ਮਰੀਜ਼ ਜੀ? 10 ਸਾਲ ਅਕਾਲੀ ਦਲ ਦੀ, 5 ਸਾਲ ਕਾਂਗਰਸ ਦੀ। ਇੱਕ ਧਰਨਾ ਦਿੱਤਾ ਐਮਪੀ ਨੇ, ਇੱਕ ਧਰਨਾ ਦਿੱਤਾ ਐਮਪੀ ਨੇ, ਇੱਕ ਵਾਰੀ ਮੁੱਦਾ ਚੱਕਿਆ। ਡਾਕਟਰਾਂ ਦੀ ਘਾਟ ਜ਼ਰੂਰ ਹੈਗੀ ਆ। ਹਾਂ ਸਾਡੀ ਸਰਕਾਰ ਨੇ ਬਿਲਡਿੰਗ ਬਣਾਈ ਹੈ, ਇੱਥੇ ਹਸਪੀਟਲ ਦੀ ਬਿਲਡਿੰਗ ਤਾਂ ਇਹ ਮੰਨਦੇ ਆ ਨਾ ਆਮ ਆਦਮੀ ਵਾਲੇ, ਪਰ ਇਹ ਮੌਕੇ ਤੇ ਮੌਜੂਦਾ ਇਹਨਾਂ ਦੇ ਐਮਪੀ ਹੈ ਤੇ ਐਮਐਲਏ ਸਾਹਿਬ ਸੰਯੁਕਤ ਪਾਰਟੀ ਦੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਦੀ ਜ਼ਿੰਮੇਵਾਰੀ ਕਿਉਂ? ਇੱਕ ਮਿੰਟ ਗੱਲ ਮੈਂ ਸਭ ਤੋਂ ਸਿੱਧਾ ਸਵਾਲ ਕਰਦਾ। ਅਕਾਲੀ ਦਲ ਕਹਿ ਰਹੇ ਸਾਡੀ ਸਰਕਾਰ ਕਿਵੇਂ ਹਸਪੀਟਲ ਬਣੇ, ਕਾਂਗਰਸ ਕਹਿ ਰਹੇ ਸਾਡੀ ਜ਼ਿੰਮੇਵਾਰੀ ਬਣਦੀ, ਆਮ ਆਦਮੀ ਪਾਰਟੀ ਸਾਡੀ ਜ਼ਿੰਮੇਵਾਰੀ ਸੰਯੁਕਤ ਹੈ, ਸਾਡੀ ਕਿਹਦੀ ਬਣਦੀ ਹੈ? ਐਮਐਲਏ ਦੀ ਜ਼ਿੰਮੇਵਾਰੀ ਬਣਦੀ ਹੈ ਆਵਾਜ਼ ਉਠਾਉਣ। ਐਮਐਲਏ ਪਰਮਿੰਦਰ ਢੀਂਡਸਾ ਆਵਾਜ਼ ਉਠਾਉਂਦਾ, ਪਰ ਜ਼ਿੰਮੇਵਾਰੀ ਕੰਮ ਕਰਨ ਦੀ ਸਰਕਾਰ ਦੀ ਬਣਦੀ ਹੈ। ਸਰਕਾਰ ਦੀਆਂ ਜ਼ਿੰਮੇਵਾਰੀ ਲੈਣ ਤੋਂ ਭੱਜਦੀਆਂ, ਅਸੀਂ ਜ਼ਿੰਮੇਵਾਰੀ ਲਵਾਂਗੇ। ਅਸੀਂ 2022 ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਹਸਪੀਟਲਾਂ ਦਾ ਹੱਲ ਹੋਊਗਾ, ਬਿਲਕੁਲ ਹੋਊਗਾ ਜੀ। ਕੱਲੀ ਚੀਜ਼ ਦਾ, ਐਜੂਕੇਸ਼ਨ ਦਾ, ਬਿਜਲੀ ਪਾਣੀ ਦੇ ਜਿਹੜੇ ਮੁੱਦੇ ਨੇ ਉਹਨਾਂ ਦਾ, ਹੈਲਥ ਦਾ, ਸਭ ਉਹ ਕੰਮ ਹੋਣਗੇ ਜਿਨ੍ਹਾਂ ਦੇ ਨਾਲ, ਕਿਉਂਕਿ ਅੱਜ ਲੋਕਾਂ ਨੂੰ ਗਰੀਬੀ ਰੇਖਾ ਤੱਕ ਲੈ ਕੇ ਜਾਣ ਵਾਲੀ ਪੜ੍ਹਾਈ ਔਰ ਦਵਾਈ ਹੈ। ਜੇਕਰ ਇਹ ਸਰਕਾਰ ਵੱਲੋਂ ਦਿੱਤੀਆਂ ਜਾਣ ਔਰ ਕਿਤੇ ਵੀ, ਕਿਉਂਕਿ ਇੱਕ ਮੈਂ ਤੁਹਾਨੂੰ ਹੋਰ ਦੱਸਦਾ, ਕਾਂਗਰਸ ਸਰਕਾਰ ਨੇ 5 ਲੱਖ ਤੱਕ ਦਾ ਬੀਮਾ, ਜੀਵਨ ਬੀਮਾ ਦਿੱਤਾ ਔਰ ਆਯੁਸ਼ਮਾਨ ਕਾਰਡ ਦਿੱਤਾ। ਜੇ ਉਹ ਦਿੱਤਾ ਤਾਂ ਕੀਤਾ ਤਾਂ ਹੀ ਉਹ ਲੋਕਾਂ ਦੀ ਜੇਬ 'ਚ ਅੱਜ ਉਹ ਕਿਤੇ ਵੀ ਜਾ ਕੇ ਆਪਦਾ 5 ਲੱਖ ਤੱਕ ਦਾ ਇਲਾਜ ਕਰਾ ਸਕਦੇ ਨੇ। ਪਰ ਮੈਂ ਫਿਰ ਵੀ ਬੇਨਤੀ ਕਰਦਾ ਕਿ ਇਸ ਨੂੰ ਓਪਨ ਨਹੀਂ ਕਰ ਦਿੱਤਾ ਜਾਏ। ਮੈਡੀਕਲ ਹੈ ਜਿਹੜਾ ਬਿਲਕੁਲ ਫ੍ਰੀ ਕਰ ਦਿੱਤਾ ਜਾਣਾ ਚਾਹੀਦਾ। ਸਾਨੂੰ ਘਰੋਂ ਤੁਰਨ ਲੱਗਾ ਫਿਕਰ ਨਾ ਹੋਵੇ ਕਿ ਕਿਸੇ ਹਸਪੀਟਲ ਜਾਣਾ ਸਾਨੂੰ ਪੈਸੇ ਚਾਹੀਦੇ ਨੇ, ਕਿ ਜਿਵੇਂ ਬਾਹਰਲੀਆਂ ਕੰਟਰੀਆਂ 'ਚ ਹੁੰਦਾ। ਕਹਿੰਦਾ ਖਜ਼ਾਨਾ ਖਾਲੀ ਹੈ ਜੀ। ਮੈਂ ਇੱਕ ਗੱਲ, ਜਦੋਂ ਵੀ ਵਿਪਾ ਮੰਤਰੀ ਆਉਂਦਾ ਕਹਿੰਦਾ ਖਜ਼ਾਨਾ ਖਾਲੀ ਹੈ। 6 ਮਹੀਨੇ ਕੈਪਟਨ ਅਮਰਿੰਦਰ ਸਿੰਘ ਉੱਪਰ ਦੇਖੋ, ਤੁਸੀਂ ਕੱਲਾ ਲਾੜਾ ਬਦਲਤਾ, ਫਿਰ ਸਰ ਮੈਂ ਸ਼ਬਦ ਆ ਜਾਂਦਾ ਲਾੜਾ, ਸੌਰੀ, ਵੀ ਅਲੀ ਬਾਬਾ ਚਾਰੀ ਚੌਧਰੀ ਸਰਕਾਰ ਸੀ, ਤੁਸੀਂ ਮੰਨਦੇ ਹੋ ਵੀ ਕੈਪਟਨ ਅਮਰਿੰਦਰ ਸਿੰਘ ਨੇ? ਸੁਣੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਠੀਕ ਹੈ, ਪਾਰਟੀਆਂ ਨੇ ਜਿਹੜੀਆਂ ਉਹ ਵਾਅਦੇ ਕਰਦੀਆਂ ਨੇ, ਪਰ
ਜਿਹੜਾ ਚੋਣ ਮੈਨੀਫੈਸਟੋ ਦਾ ਵਾਅਦਾ ਕਰਦੇ ਆ ਉਹਨੂੰ ਕਾਨੂੰਨੀ ਮਾਨਤਾ ਮਿਲਣੀ ਚਾਹੀਦੀ, ਲਾਗੂ ਹੋਣਾ ਚਾਹੀਦਾ। ਜਿਹੜਾ ਤੁਸੀਂ ਵਾਅਦਾ ਕੀਤਾ ਲੋਕਾਂ ਨਾਲ ਉਹ ਲਾਗੂ ਹੋਣਾ ਚਾਹੀਦਾ। ਇਹ ਨਹੀਂ ਹੋਣਾ। ਕੇਜਰੀਵਾਲ ਨੇ ਉਠਾਈ ਕਿ ਇਟ ਸ਼ੁੱਡ ਬੀ ਅ ਲੀਗਲ ਡਾਕੂਮੈਂਟ। ਅਗਰ ਇਲੈਕਸ਼ਨ ਕਮਿਸ਼ਨ ਕੋਲੇ ਅਧਿਕਾਰ ਹੋਣਾ ਚਾਹੀਦਾ ਵੀ ਜੋ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ, ਜਿੰਨੇ ਟਾਈਮ ਦੇ ਵਿੱਚ ਪੂਰੇ ਨਹੀਂ ਕੀਤਾ, ਉਹਦੀ ਸਦੱਸਤਾ ਜਾਂ ਉਹਦੀ ਸਰਕਾਰ ਡਿੱਗਣ ਦੀ ਜ਼ਿੰਮੇਵਾਰੀ ਉਹਦੀ ਸਭ ਤੋਂ ਪਹਿਲਾਂ ਬਾਦਲ ਸਾਹਿਬ ਨੇ ਕਿਹਾ ਸੀਗਾ ਵੀ ਲੀਗਲ ਡਾਕੂਮੈਂਟਸ ਬਣਨਾ ਚਾਹੀਦਾ ਜਿਹੜਾ ਚੋਣ ਮੈਨੀਫੈਸਟੋ ਹੈ। ਪਰ ਜਿਹੜੀ ਗੱਲ ਹੈਗੀ ਇਹਨਾਂ ਦੀ ਸਿੱਧੂ ਸਾਹਿਬ ਹੁਣ ਆ ਜਿਹੜੇ 1000 ਰੁਪਏ ਇਹ ਕਹਿ ਰਹੇ ਆ, ਵੈਸੇ ਤਾਂ ਮੈਨੂੰ ਵੀ ਪਤਾ ਨਹੀਂ ਕਿੱਥੋਂ ਲੈ ਕੇ ਆਣਗੇ, ਕਿੱਥੋਂ ਉੱਪਰੋਂ ਤੋੜ ਕੇ ਲਿਆਣਗੇ। 1000 ਰੁਪਏ ਜਿਹੜਾ ਲੇਡੀ ਨੂੰ ਦੇਣਗੇ, ਕਿੰਨੇ 1 ਕਰੋੜ ਲਗਭਗ ਲੇਡੀ ਹੈਗੀ ਪੰਜਾਬ ਦੇ ਵਿੱਚ, ਤਾਂ ਉਹ ਹੁਣ ਸਿੱਧੂ ਸਾਹਿਬ ਪਹਿਲਾਂ ਤਾਂ ਕਹਿ ਰਹੇ ਸੀ ਕਿ ਮੈਂ ਭਗਾ ਕੇ ਮਾਰੂ 1000 ਰੁਪਇਆ, ਹੁਣ ਪਤਾ ਨਹੀਂ ਕਿੱਥੋਂ ਤੋੜ ਕੇ ਲਿਆਣਗੇ। ਜਿੱਥੋਂ ਸੁਖਬੀਰ ਬਾਦਲ ਟਰੱਕ ਲਿਆਊਗਾ ਨੋਟਾਂ ਦੇ ਭਰ ਕੇ, ਉੱਥੋਂ ਹੀ ਆਊਗਾ ਜੀ। ਸੋ ਸਾਫ਼ ਤੌਰ ਤੇ ਕਹਿਣਾ ਹੈ, ਕਿਉਂਕਿ 2022 ਦੀਆਂ ਚੋਣਾਂ ਆ ਗਿਆ, ਕੋਈ ਪਾਰਟੀ ਆਪਦੇ ਸਿਰ ਲੈਣ ਨੂੰ ਤਿਆਰ ਨਹੀਂ ਵੀ ਸਾਡੇ ਵੱਲੋਂ ਇਹ ਕੰਮ ਨਹੀਂ ਹੋਏ, ਅਸੀਂ ਕੀਤੇ। ਹਰੇਕ ਪਾਰਟੀ ਕਹਿ ਰਹੀ ਹੈ ਅਕਾਲੀ ਦਲ ਨੇ ਨਹੀਂ ਕੀਤੇ, ਅਕਾਲੀ ਦਲ ਕਹਿ ਰਹੀ ਹੈ ਕਾਂਗਰਸ ਨੇ ਨਹੀਂ ਕੀਤੇ, ਆਪ ਨੇ ਨਹੀਂ ਕੀਤੇ। ਸੋ ਹੁਣ ਦੇਖਣਾ ਹੋਵੇਗਾ ਕਿ 22 ਦੀਆਂ ਚੋਣਾਂ ਆ ਰਹੀਆਂ ਨੇ ਵੀ ਜੋ ਵਾਅਦੇ ਲੋਕਾਂ ਨਾਲ ਹੋਣਗੇ, ਪੰਜਾਬ ਦੇ ਲੋਕਾਂ ਨਾਲ ਹੋਣਗੇ, ਹਲਕੇ ਦੇ ਲੋਕਾਂ ਨਾਲ ਹੋਣਗੇ, ਕੀ ਬਕਾਇਦਾ ਦੇ ਵਿੱਚ ਉਹ ਪੂਰੇ ਹੋਣਗੇ। ਸੋ ਸਾਫ਼ ਤੌਰ ਤੇ ਤੁਹਾਨੂੰ ਡਿਬੇਟ ਦਿਖਾਈ ਕਿ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, 5 ਸਾਲ ਹੁਣ ਕਾਂਗਰਸ ਦੀ ਰਹੀ ਹੈ। ਆਪ ਦੀ ਹੁਣ ਕਹਿ ਰਹੇ ਵੀ ਸਰਕਾਰ ਬਣ ਜਾ ਰਹੀ ਹੈ, ਕਹਿ ਰਹੇ ਵੀ ਸਾਡੀ ਜਦੋਂ ਸਰਕਾਰ ਬਣ ਗਈ ਸੀ ਹਰੇਕ ਵਾਅਦਾ ਜਿਹੜਾ ਪੂਰਾ ਕਰਾਂਗੇ। ਪਰ ਦੇਖਣਾ ਇਹ ਹੋਵੇਗਾ ਕਿ 22 ਤੋਂ ਬਾਅਦ ਕੀ ਲੋਕਾਂ ਦੇ ਵਾਅਦੇ ਬਕਾਇਦਾ ਪੂਰੇ ਹੁੰਦੇ ਨੇ, ਜੋ ਵਾਅਦੇ ਕੀਤੇ ਜਾਂਦੇ ਨੇ ਉਹ ਮੈਨੀਫੈਸਟੋ ਦੇ ਵਿੱਚ ਵਾਅਦੇ ਸਰਕਾਰ ਪੂਰੇ ਕਰਦੀ ਹੈ, ਜਾਂ ਫਿਰ ਇਸ ਵਾਰ ਦੀ ਤਰ੍ਹਾਂ ਉੱਥੇ ਦੇ ਉੱਥੇ ਹੀ ਲਟਕ ਕੇ ਰਹਿ ਜਾਂਦੇ ਨੇ। D5 ਚੈਨਲ ਪੰਜਾਬੀ ਲਈ ਲਹਿਰਾ ਗਾਗਾ ਤੋਂ ਕੈਮਰਾਮੈਨ ਸੱਤਾ ਦੇ ਨਾਲ ਗਗਨਦੀਪ ਸਿੰਘ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।